ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹ रूप रंग अर रेख पेख को कह न सकत किह अचल मूरत अन पाओ प्रकाश हम तोज कहिजै कोट इंदर इंदराण साहे साहण गणिजै त्रिभुवन महीप सुर नर असुर नेत नेत बन तृण कहत तै सर्ब नाम कथै कवन कर्म नाम बरनत सुमत तै सर्ब नाम कथै कवन कर्म नाम बरनत सुमत। सतनाम श्री वाहिगुरु साहिब जी। पातशाही दसवीं तै प्रसाद चलित्र 81वां दोहरा। नगर सरवमन को हुतो सिंह सरवमन भूप अमित दरब कर में तरे सुंदर काम स्वरूप। नगर सिरोमन को हुतो सिंह सरवमन भूप अमित दरब कर में तरे सुंदर काम स्वरूप। वाहिगुरु जी का खालसा वाहिगुरु जी की फतेह। गुरु प्यारी साध संगत जी, आप जी सरवण कर रहे हो धन धन सतगुरु साहिब श्री गुरु ग्रंथ साहिब महाराज जी की अपार बख्शिश ते रहमत दे नाल धन धन साहिब श्री गुरु गोबिंद सिंह साहिब जी की महान रचना श्री दसम ग्रंथ साहिब जी की पावन गुरबाणी श्री चरित्रोपाख्यान की लड़ीवार विचार सो सतगुरु जी की कृपा दे नाल जो 80 चरित्र हैं विचार सहित हो चुके ने। सो अज 81वां चरित्र की विचार करने की सतगुरु जी की कृपा दे नाल कोशिश करनी है। धन ते गरीब नवाज पातशाह जी वचन फरमाउंदे ने दोहरा। नगर सिरोमन को हुतो सिंह सिरोमन भूप अमित दरब कर में तरे सुंदर काम स्वरूप। सतगुरु जी वचन फरमाउंदे ने कि श्रोमणी सिंह एक राजा सी जो बहुत ही सोहने रूप वाला सी, मानो कामदेव दी नियाई उहदी सुंदरता सी ते बहुत ज्यादा वो अमीर सी। चाओ पई दृग तन्या ताकि बर नारी नृप को रह लाज ते प्यारी। ते उस राजे दी एक सुंदर इस्त्री सी जिसका नाम सी दृग तन्या, जो राजे नूं बहुत ही प्यारी सी। एक दिवस राजा घर आयो रंगनाथ जोगी यह बुलायो। ते एक दिन जिहड़ा राजा सी वो घर दे विच आया तां उसने रंगनाथ जोगी नूं अपने घर दे विच बुला लिया। दोहरा। ब्रह्मवाद तासो कियो राजै निकट बुलाए जो कछ कथा तिन सो पही सो मैं कहत बनाए। राजे ने उस रंगनाथ जोगी नूं अपने पास बुलाया ते उस दे नाल परमेश्वर दे मिलाप संबंधी विचार कीती। ते सतगुरु जी बचन फरमाउंदे ने कि जो उन्हां दोहां दे विच विचार गोश्ती होई ਉਹ मैं तुहानूं विस्तार दे नाल कह के दसदा हां। एक नाथ सब जगत में व्याप रहे हो सब देश सब जोनन में रव रहे हो ऊच नीच के भेस। जिहड़ा वो जोगी सी रंगनाथ उस राजे नूं आखन लगा कि हे राजन एक ही परमेश्वर सारियां देशां
ਜੂਨਾਂ ਦੇ ਵਿੱਚ ਕੋਈ ਕਰਮਾਂ ਕਰਕੇ ਇਨਸਾਨ ਉੱਚਾ ਹੈ, ਕੋਈ ਨੀਵਾਂ ਹੈ, ਸਭਨਾਂ ਦੇ ਵਿੱਚ ਹੀ ਉਹ ਸਰਬ ਵਿਆਪਕ ਹੈ, ਸਭਨਾਂ ਦੇ ਵਿੱਚ ਹੀ ਉਹ ਵਸਿਆ ਹੋਇਆ ਹੈ। ਚਾਉ ਪਈ ਸਰਬ ਵਿਆਪੀ ਸ੍ਰੀਪਤ ਜਨ ਹੋ, ਸਭ ਹੀ ਕੋ ਭੋਖ ਕਰ ਮਨ ਹੋ। ਤੇ हे ਰਾਜਨ, ਉਸ ਪਰਮੇਸ਼ਰ ਨੂੰ ਸਰਬ ਵਿਆਪੀ ਕਰਕੇ ਮੰਨੋ। ਉਹ ਸਭ ਥਾਈਂ ਪਸਰਿਆ ਹੋਇਆ ਹੈ। ਕੋਈ ਵੀ ਐਸਾ ਧਰਤੀ ਦਾ ਹਿੱਸਾ ਨਹੀਂ ਜਿੱਥੇ ਉਹਦਾ ਵਾਸਾ ਨਾ ਹੋਵੇ। ਇਹ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਹੀ ਹੈ। ਉਹ ਇਹ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ। ਸਾਰਿਆਂ ਨੂੰ ਹੀ ਉਹ ਪਾਲਣ ਵਾਲਾ ਹੈ। ਸਰਬ ਦਿਆਲ ਮੇਘ ਦਿਨ ਟਹਰਈ, ਸਭ ਕਾਹੂ ਕਰ ਕਿਰਪਾ ਕਰਈ। ਤੇ ਜਿਵੇਂ ਬੱਦਲ ਦਇਆਵਾਨ ਹੋ ਕੇ ਸਾਰਿਆਂ ਉੱਤੇ ਇੱਕੋ ਜਿਹਾ ਵਰਸਦਾ ਹੈ, ਤਿਵੇਂ ਪ੍ਰਮਾਤਮਾ ਵੀ ਸਾਰਿਆਂ ਉੱਤੇ ਹੀ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ। ਦੋਹਰਾ ਸਭ ਕਾਹੂ ਕਉ ਪੇਖਈ, ਭੋਖਈ ਸਭ ਕਾਹੂ ਕਉ ਦੇ। ਤੇ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਦਾ ਹੈ ਤੇ ਹਰ ਕਿਸੇ ਨੂੰ ਹੀ ਦਾਤਾਂ ਦਿੰਦਾ ਹੈ। ਜੋ ਤਾਂ ਤੇ ਮੁਖ ਫੇਰਈ, ਮਾਂ ਗਮੀਚ ਕਹਿਲੇ। ਤੇ ਜਿਹੜਾ ਇਨਸਾਨ ਉਸ ਪਰਮਾਤਮਾ ਤੋਂ ਨਾਸਤਿਕ ਹੁੰਦਾ ਹੈ, ਉਹਦੀ ਹੋਂਦ ਤੋਂ ਆਪਣਾ ਮੂੰਹ ਫੇਰਦਾ ਹੈ, ਤਾਂ ਸਮਝੋ ਕਿ ਆਪਣੇ ਮੂੰਹੋਂ ਆਪਣੀ ਮੌਤ ਉਹ ਆਪ ਹੀ ਮੰਗ ਰਿਹਾ ਹੈ। ਚਾਉ ਪਈ ਏਕਨ ਸੁਖ ਹੈ, ਏਕਨ ਭਰੈ, ਏਕਨ ਮਾਰੈ, ਇਕਨ ਉਬਰੈ। ਤੇ ਉਹ ਪਰਮੇਸ਼ਰ ਇੱਕ ਪਾਸੇ ਜੀਵਾਂ ਨੂੰ ਖਤਮ ਕਰਦਾ ਹੈ, ਇੱਕ ਪਾਸੇ ਜੀਵਾਂ ਨੂੰ ਜਨਮ ਦੇ ਰਿਹਾ ਹੈ, ਇੱਕ ਪਾਸੇ ਜੀਵਾਂ ਨੂੰ ਮਾਰ ਕੇ ਧਰਤੀ ਦੇ ਵਿੱਚੋਂ ਜੀਵਾਂ ਦੀ ਗਿਣਤੀ ਘਟਾਉਂਦਾ ਹੈ, ਦੂਜੇ ਪਾਸੇ ਜੀਵਾਂ ਦਾ ਜਨਮ ਦੇ ਕਰਕੇ ਉਹਨਾਂ ਦੀ ਗਿਣਤੀ ਨੂੰ ਵਧਾ ਵੀ ਰਿਹਾ ਹੈ। ਕਈਆਂ ਨੂੰ ਉਹ ਮਾਰ ਦਿੰਦਾ ਹੈ ਤੇ ਕਈਆਂ ਨੂੰ ਬਚਾ ਲੈਂਦਾ ਹੈ। ਏਕਨ ਘਟਵੈ ਏਕ ਬੜਾਵੈ, ਦੀਨ ਦਿਆਲ ਅਜਰਤ ਦਿਖਾਵੈ। ਇੱਕ ਪਾਸੇ ਉਸ ਵਾਸਾਂ ਦੀ ਗਿਣਤੀ ਨੂੰ ਇੱਕਦਮ ਘਟਾ ਦਿੰਦਾ ਹੈ, ਇਨਸਾਨ ਨੂੰ ਖਤਮ ਕਰ ਦਿੰਦਾ ਹੈ। ਇੱਕ ਪਾਸੇ ਆਪਣੀ ਰਹਿਮਤ ਦੇ ਨਾਲ ਕਿਸੇ ਦੇ ਸਵਾਸ ਵਧਾ ਕੇ ਉਹਨੂੰ ਜੀਵਨ ਬਖਸ਼ ਰਿਹਾ ਹੈ। ਤੇ ਉਹ ਦੀਨ ਦਿਆਲ ਵਾਹਿਗੁਰੂ ਪਰਮਾਤਮਾ ਸਾਰੇ ਆਪਣੇ ਚਰਿੱਤ ਜਿਹੜੇ ਹਨ, ਅਚਰਜ ਕਰ ਦੇਣ ਵਾਲੇ ਕੌਤਕ ਜਿਹੜੇ ਹਨ, ਉਹ ਵਿਖਾ ਰਿਹਾ ਹੈ। ਰੂਪ ਰੇਖ ਜਾ ਕੇ ਕਛ ਨਾਹੀ, ਭੇਖਿਆ ਭੇਖ ਸਭ ਕੇ ਘਟ ਮਾਹੀ। ਫਿਰ ਉਸ ਵਾਹਿਗੁਰੂ ਦਾ ਕੋਈ ਰੂਪ ਨਹੀਂ, ਕੋਈ ਰੇਖਾ ਨਹੀਂ, ਕੋਈ ਚਿੰਨ੍ਹ ਨਹੀਂ। ਜਿੰਨੇ ਵੀ ਜੀਵ ਹਨ, ਜੋ ਕੁਛ ਵੀ ਸੰਸਾਰ ਦੇ ਵਿੱਚ ਹੈ, ਕੋਈ ਰੂਪ ਦੇ ਵਿੱਚ ਹੈ, ਕੋਈ ਆਕਾਰ ਵਿੱਚ ਹੈ, ਕੋਈ ਐਸੀ ਵਸਤੂ ਜੋ ਆਕਾਰ ਦੇ ਵਿੱਚ ਨਹੀਂ ਹੈ, ਜਿਵੇਂ ਹਵਾ ਦਾ ਕੋਈ ਆਕਾਰ ਨਹੀਂ। ਇਸੇ ਪ੍ਰਕਾਰ ਐਸੀਆਂ ਵਸਤੂਆਂ ਜੋ ਪਰਮਾਤਮਾ ਨੇ ਹੀ ਜੋ ਤੱਤ ਬਣਾਏ ਹੋਏ ਹਨ, ਜਿਨ੍ਹਾਂ ਦਾ ਕੋਈ ਆਕਾਰ ਨਹੀਂ। ਇਸੇ ਪ੍ਰਕਾਰ ਪਰਮਾਤਮਾ ਕੋਈ ਆਕਾਰ ਵਾਲੀ ਚੀਜ਼ ਹੈ, ਉਹਦੇ ਵਿੱਚ ਵੀ ਵਸ ਰਿਹਾ ਹੈ। ਜਿਸ ਦਾ ਆਕਾਰ ਨਹੀਂ ਹੈ, ਉਹ ਉਹਦੇ ਵਿੱਚ ਵੀ ਵਸ ਰਿਹਾ ਹੈ। ਜਾ ਪਰ ਕਿਰਪਾ ਚਛ ਕਰ ਹੇਰੈ, ਤਾਂ ਕਿ ਕੌਣ ਸ਼ਾਹ ਕੋ ਛੋਰੈ। ਤੇ ਜਿਸ ਉੱਤੇ ਉਹ ਆਪਣੀ ਕਿਰਪਾ ਦੀ ਮਿਹਰ ਦੀ ਨਿਗਾਹ ਕਰਦਾ ਹੈ, ਜਿਸ ਦੇ ਉੱਤੇ ਉਹਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹਦਾ ਕੋਈ ਵੀ ਬੁਰਾ ਨਹੀਂ ਕਰ ਸਕਦਾ, ਕੋਈ ਵੀ ਇਨਸਾਨ ਉਹਦਾ ਨੁਕਸਾਨ ਕਰ ਨਹੀਂ ਸਕਦਾ, ਉਹਦੇ ਤਾਂ ਪਰਛਾਵੇਂ ਵੱਲ ਵੀ ਕੋਈ ਤੱਕ ਨਹੀਂ ਸਕਦਾ। ਜਚ ਭੁਜੰਗ ਆਕਾਸ਼ ਬਣਾਇਓ, ਦੇਵ ਅਦੇਵ ਥਪ ਬਾਦ ਰਚਾਇਓ। ਤੇ ਉਸ ਪਰਮਾਤਮਾ ਨੇ ਹੀ ਜਚ, ਸੱਪ, ਆਕਾਸ਼ ਸਭ ਉਸੇ ਦੇ ਹੀ ਬਣਾਏ ਹੋਏ ਹਨ। ਉਸਨੇ ਹੀ ਦੇਵਤਿਆਂ ਰਾਖਸ਼ਾਂ ਨੂੰ ਪੈਦਾ ਕੀਤਾ ਤੇ ਦੋਹਾਂ ਦੇ ਵਿੱਚ ਝਗੜਾ ਵੀ ਪਾਇਆ। ਭੂਮ ਬਾਰ ਪੰਚ ਤਤ ਪ੍ਰਕਾਸ਼ਾ, ਆਪਿਹ ਦੇਖਤ ਬੈਠ ਤਮਾਸ਼ਾ। ਤੇ ਉਸ ਪਰਮੇਸ਼ਰ ਨੇ ਹੀ ਧਰਤੀ, ਪਾਣੀ, ਆਕਾਸ਼, ਹਵਾ, ਇਹ ਜੋ ਅਧਿਕ 5 ਤੱਤ ਹਨ, ਇਹਨਾਂ ਨੂੰ ਬਣਾ ਕਰਕੇ ਇਹਨਾਂ 5 ਤੱਤਾਂ ਦੇ ਰਾਹੀਂ ਹੀ ਸਾਰੇ ਸਰੀਰਾਂ ਦੇ ਆਕਾਰ ਬਣੇ ਹਨ। ਜਿਤਨੇ ਵੀ ਜੀਵ ਹਨ ਸਰੀਰ ਰੂਪ, ਇਹ ਸਾਰੇ 5 ਤੱਤਾਂ ਦੀ ਹੀ ਖੇਡ ਹੈ। ਜਿੰਨੀਆਂ ਵੀ ਜੂਨੀਆਂ ਹਨ, ਸਾਰਿਆਂ ਦੇ ਸਰੀਰ 5 ਤੱਤਾਂ ਤੋਂ ਪਰਮਾਤਮਾ ਨੇ ਰਚੇ ਹਨ। ਤੇ ਇਵੇਂ ਸਾਰਾ ਤਮਾਸ਼ਾ ਸੰਸਾਰ ਦਾ ਬਣਾ ਕੇ ਆਪ ਆਪਣੀ ਮਨ ਭਾਉਂਦੀ
ਜਿਵੇਂ ਉਸ ਦੀ ਖੁਸ਼ੀ ਹੁੰਦੀ ਹੈ ਤਿਵੇਂ ਹੀ ਕਰ ਕਰਕੇ ਵੇਖਦਾ ਹੈ। ਦੋਹਰਾ ਜੀਵ ਜੰਤ ਸਭ ਥਾਪ ਕੈ ਪੰਥ ਬਣਾਏ ਦੋਏ। ਉਸ ਪਰਮਾਤਮਾ ਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਦੋ ਰਸਤੇ ਬਣਾ ਦਿੱਤੇ ਹਨ। ਇੱਕ ਹੈ ਰਸਤਾ ਸਵਰਗ ਦਾ, ਇੱਕ ਹੈ ਨਰਕ ਦਾ। ਜੇਕਰ ਕੋਈ ਇਨਸਾਨ ਕੋਈ ਜੀਵ ਚੰਗੇ ਕਰਮ ਕਰਦਾ ਹੈ, ਪੁੰਨ ਕਰਮਾਂ ਕਰਕੇ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਕੋਈ ਮਾੜੇ ਕਰਮ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਨੀਚ ਕਰਮ ਕਰਦਾ ਹੈ, ਤਾਂ ਉਹਦੇ ਕਰਕੇ ਨਰਕਾਂ ਵਿੱਚ ਜਾਣਾ ਪੈਂਦਾ ਹੈ, ਸਜ਼ਾਵਾਂ ਭੋਗਣੀਆਂ ਪੈਂਦੀਆਂ ਹਨ। ਝਗਰ ਪਚਾਏ ਆਪ ਮਹੇ ਮੋਹਿ ਨਾ ਚੀਨੈ ਕੋਏ। ਤੇ ਜੋਗੀ ਆਖਣ ਲੱਗਾ, ਹੈ ਰਾਜਨ, ਇਉਂ ਉਸ ਪਰਮਾਤਮਾ ਨੇ ਸਾਰਾ ਜਿਹੜਾ ਖੇਡ ਰਚਾਈ ਹੋਈ ਹੈ ਤੇ ਲੋਕੀ ਜਿਹੜੇ ਹਨ ਉਹ ਆਪਸ ਵਿੱਚ ਹੀ ਝਗੜ ਕੇ ਖਤਮ ਹੋਈ ਜਾ ਰਹੇ ਨੇ। ਐਸਾ ਪਰਮਾਤਮਾ ਨੇ ਮੋਹ ਮਾਇਆ ਦਾ ਜਾਲ ਪਾਇਆ ਹੈ ਕਿ ਮੋਹ ਮਾਇਆ ਜਾਲ ਵਿੱਚ ਹੀ ਫਸ ਚੁੱਕੇ ਨੇ ਤੇ ਪਰਮਾਤਮਾ ਨੇ ਖੇਡ ਰਚਾ ਦਿੱਤੀ ਹੈ। ਕੋਈ ਵੀ ਮੈਨੂੰ ਪਛਾਣ ਨਾ ਸਕੇ, ਕੋਈ ਮੈਨੂੰ ਜਾਣ ਨਾ ਸਕੇ। ਚਾਉ ਪਈ ਜਹ ਸਭ ਭੇਦ ਸਾਧ ਕੋ ਜਾਣੈ, ਸਤ ਨਾਮ ਕੋ ਤਤ ਪਛਾਨੈ। ਤੇ ਉਹ ਜੋਗੀ ਆਖਣ ਲੱਗਾ ਕਿ ਇਸ ਭੇਦ ਨੂੰ ਕਿ ਪਰਮਾਤਮਾ ਨੇ ਹੀ ਇਹ ਸਾਰੀ ਖੇਡ ਬਣਾਈ ਹੋਈ ਹੈ, ਇਸ ਭੇਦ ਨੂੰ ਕੋਈ ਰੱਬ ਦਾ ਪਿਆਰਾ ਸਾਧੂ ਹੀ ਜਾਣਦਾ ਹੈ, ਜੋ ਸਤ ਨਾਮ ਦੇ ਤਤ ਨੂੰ ਜਿਸਨੇ ਪਛਾਣ ਲਿਆ ਹੈ, ਜਿਸਨੇ ਵਾਹਿਗੁਰੂ ਦੇ ਨਾਮ ਦੀ ਸੱਚਾਈ ਨੂੰ ਪਛਾਣ ਲਿਆ ਹੈ, ਮੂਲ ਨੂੰ ਪਛਾਣ ਲਿਆ ਹੈ, ਉਹ ਇਹ ਸਾਰੇ ਭੇਦ ਨੂੰ ਸਮਝ ਜਾਂਦਾ ਹੈ। ਜੋ ਸਾਧਕ ਜਾ ਕਉ ਲਖ ਪਾਵੈ, ਜਨਨੀ ਜਠਰ ਬਹੁਰ ਨਹਿ ਆਵੈ। ਤੇ ਰਾਜਨ, ਜੋ ਵਿਅਕਤੀ ਫਿਰ ਇਵੇਂ ਕਰਕੇ ਜਾਣ ਲੈਂਦਾ ਹੈ, ਪਰਮਾਤਮਾ ਨੂੰ ਜਾਣ ਲੈਂਦਾ ਹੈ, ਉਹ ਫਿਰ ਕਦੇ ਵੀ ਮਾਤਾ ਦੀ ਗਰਭ ਜੂਨ ਦੇ ਵਿੱਚ ਨਹੀਂ ਆਉਂਦਾ। ਦੋਹਰਾ ਜਬ ਜੋਗੀ ਐਸੇ ਕਹਿਓ ਤਬ ਰਾਜੈ ਮੁਸਕਾਏ। ਜਦ ਜੋਗੀ ਹੁਣ ਇਵੇਂ ਕਰਕੇ ਗਿਆਨ ਦੀਆਂ ਗੱਲਾਂ ਕਰ ਰਿਹਾ ਸੀ, ਰਾਜਾ ਦੀ ਗੱਲਾਂ ਨੂੰ ਸੁਣ ਕੇ ਮੁਸਕਰਾ ਪਿਆ। ਰਾਜੇ ਨੇ ਆਪਣੇ ਮਨ ਦੇ ਵਿੱਚ ਸੋਚਿਆ, ਜਿਵੇਂ ਕਈ ਜੋਗੀ ਸਿਰਫ ਗੱਲਾਂ ਮਾਤਰ ਹੀ ਹੁੰਦੇ ਹਨ, ਕਰਨੀ ਕੁਛ ਨਹੀਂ ਹੁੰਦੀ। ਤਾਂ ਰਾਜੇ ਨੇ ਸੋਚਿਆ ਕਿ ਕਿਤੇ ਇਹ ਵੀ ਸਿਰਫ ਗੱਲਾਂ ਮਾਤਰ ਹੀ ਜੋਗੀ ਨਾ ਬਣਿਆ ਹੋਵੇ। ਗਿਆਨ ਦੀਆਂ ਗੱਲਾਂ ਤਾਂ ਬਹੁਤ ਕਰਦਾ ਏ, ਪਰ ਕੋਈ ਇਹ ਨਾ ਹੋਵੇ ਕਿ ਦੇ ਪੱਲੇ ਆਪਣੇ ਹੀ ਕੁਝ ਨਾ ਹੋਵੇ। ਤਤ ਬ੍ਰਹਮ ਕੇ ਬਾਦ ਕਉ ਚਰਤ ਭਇਓ ਬਣਾਏ। ਤਾਂ ਫਿਰ ਰਾਜਾ ਜਿਹੜਾ ਸੀਗਾ ਆਪਣੇ ਮਨ ਦੇ ਵਿੱਚ ਸੋਚ ਕਰਕੇ ਮੁਸਕਰਾਉਂਦਾ ਹੈ, ਹੱਸਦਾ ਹੈ ਕਿ ਇਹ ਜਿਹੜਾ ਜੋਗੀ ਹੈ ਗਿਆਨ ਦੀਆਂ ਗੱਲਾਂ ਤਾਂ ਬੜੀਆਂ ਘੋਟ ਰਿਹਾ ਹੈ, ਬੜੇ ਬ੍ਰਹਮ ਦੀਆਂ ਗੱਲਾਂ ਕਰ ਕਰਕੇ ਸੁਣਾ ਰਿਹਾ ਹੈ, ਕਿਵੇਂ ਆਤਮਾ ਨੇ ਪਰਮਾਤਮਾ ਦਾ ਮੇਲ ਕਰਨਾ, ਬੜੀਆਂ ਗੱਲਾਂ ਸੁਣਾਉਂਦਾ ਹੈ, ਪਰ ਕੀ ਇਹਦੇ ਆਪਣੇ ਪੱਲੇ ਵੀ ਕੁਝ ਹੈ। ਜੋਗੀ ਡਿੰਬਕ ਜੋਗੀ ਜੀਅਰਾ, ਜੋਗੀ ਦੇਹਕ ਜੋਗੀ ਹੀਅਰੋ। ਰਾਜਾ ਆਖਣ ਲੱਗਾ, ਹੈ ਜੋਗੀ, ਮੈਨੂੰ ਇਹ ਦੱਸੋ, ਜੋ ਤੁਸਾਂ ਨੇ ਇਹ ਬਾਹਰੀ ਲਿਬਾਸ ਪਾਇਆ ਹੋਇਆ ਹੈ ਜੋਗੀਆਂ ਵਾਲਾ, ਤੁਸੀਂ ਉਹ ਦਿਖਾਵਾ ਕਰਦੇ ਫਿਰਦੇ ਹੋ ਕਿ ਇਹ ਮੈਂ ਜੋਗੀ ਹਾਂ, ਕਿ ਇਹਦਾ ਨਾਮ ਹੀ ਜੋਗ ਹੈ, ਜਾਂ ਫਿਰ ਜੋ ਤੁਹਾਡੇ ਅੰਦਰ ਆਤਮਾ ਹੈ, ਪ੍ਰਾਣ ਹਨ, ਸਵਾਸ ਨੇ, ਕਿ ਇਹਦਾ ਨਾਮ ਜੋਗੀ ਹੈ, ਜਾਂ ਫਿਰ ਤੁਹਾਡਾ ਇਹ ਸਰੀਰ ਜਿਹਦੇ ਨਾਲ ਤੁਸੀਂ ਚੱਲਦੇ ਫਿਰਦੇ ਹੋ, ਵਿਚਰਦੇ ਹੋ, ਲੋਕਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਹੋ, ਗਿਆਨ ਦੀਆਂ ਗੱਲਾਂ ਘੋਟਦੇ ਹੋ, ਕਿ ਇਹਦਾ ਨਾਮ ਜੋਗੀ ਹੈ, ਕਿ ਜੋਗੀ ਹੀਅਰ ਹੋ। ਜਿਵੇਂ ਤੁਹਾਡਾ ਹਿਰਦਾ ਜਿਹੜਾ ਹੈ ਉਸ ਨੂੰ ਜੋਗੀ ਆਖਿਆ ਜਾ ਰਿਹਾ ਹੈ। ਸੋ ਜੋਗੀ ਜੋ ਜੋਗ ਪਛਾਨੈ, ਸਤ ਨਾਮ ਬਿਨੁ ਅਵਰ ਨ ਜਾਣੈ। ਉਹ ਰਾਜੇ ਨੇ ਸਵਾਲ ਕੀਤਾ ਕਿ ਇਹ ਜੋਗੀ, ਮੈਨੂੰ ਦੱਸੋ ਸਹੀ ਕਿ ਜੋ ਤੁਸੀਂ ਉਹ ਲਿਬਾਸ ਪਾ ਕੇ ਪਖੰਡ ਦਿਖਾਵਾ ਕਰਦੇ ਫਿਰਦੇ ਹੋ, ਕਿ ਇਹਦਾ ਨਾਮ ਹੀ ਜੋਗੀ ਹੈ, ਜਾਂ ਫਿਰ ਤੁਹਾਡਾ ਇਕੱਲਾ ਸਰੀਰ ਇਸੇ ਦਾ ਨਾਮ ਹੀ ਜੋਗੀ ਹੈ, ਜਾਂ ਤੁਹਾਡੇ ਹਿਰਦੇ ਨੂੰ ਜਾਂ ਤੁਹਾਡੇ ਸਵਾਸਾਂ ਨੂੰ ਜੋਗੀ ਕਿਹਾ ਜਾਂਦਾ ਹੈ। ਕਿਸ ਗੱਲ ਦਾ ਨਾਮ ਜੋਗੀ ਪਿਆ ਹੈ, ਜੋਗੀ ਸ਼ਬਦ ਦਾ ਅਰਥ ਕੀ ਹੈ, ਤੇ ਜੋਗੀ ਜਿਹੜਾ ਹੈ ਉਹ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਉਸ ਵੇਲੇ ਉਹ ਜੋਗੀ ਜਿਹੜਾ ਸੀ ਆਖਣ ਲੱਗਾ ਕਿ ਸੋ ਜੋਗੀ ਜੋ ਜੋਗ ਪਛਾਨੈ। ਉਹ ਜੋਗੀ ਆਖਣ ਲੱਗਾ, ਹੈ ਰਾਜਨ, ਜੋਗੀ ਉਸ ਨੂੰ ਕਿਹਾ ਜਾਂਦਾ ਜੋ ਜੋਗ ਨੂੰ ਪਛਾਣ ਲੈਂਦਾ ਹੈ। ਜੋਗ ਭਾਵ ਪਰਮਾਤਮਾ ਨਾਲ ਜੁੜਨਾ, ਜੋ ਪਰਮਾਤਮਾ ਨਾਲ ਜੁੜਨਾ ਪਛਾਣ ਲੈਂਦਾ ਹੈ, ਉਸ ਨੂੰ ਆਖਿਆ ਜਾਂਦਾ ਹੈ ਜੋਗੀ।
जो सच्चे नाम तो बिना, रब दे सच्चे नाम तो बिना किसी होर गल दी पछाण ही नहीं करता, ਜਿਹਦੇ ਜੀਵਨ ਦੇ ਵਿੱਚ ਕੇਵਲ ਰੱਬ ਦਾ ਨਾਮ ਹੀ ਵਸਿਆ ਹੁੰਦਾ ਹੈ, ਉਸ ਨੂੰ ਜੋਗੀ ਆਖਿਆ ਜਾਂਦਾ ਹੈ। ਦੋਹਰਾ ਡਿੰਬ ਦਿਖਾਇਓ ਜਗਤ ਕੋ, ਜੋਗ ਨ ਉਪਰਿਓ ਜੀ, या जग के सुख ते गयो जन्म बृथा गे की। राजा फिर आखन लगा कि हे जोगी जी, जेकर इवें बाहरी तौर ते एक पखंड जिहा विखा करके ही कि मैं एक जोगी हाँ, मैं जोगी हाँ, पर अंदर दी खेड़ ना बनी होवे, अंदर परमात्मा नाल जुड़िया ना होवे, बाहरी तौर सिर्फ दिखावा ही इकल्ला होवे, तो ये तो एक पखंड ही है, ये तो एक कर्मकांड ही है। ਇਹਦੇ ਨਾਲ ਤਾਂ ਬੰਦਾ ਇਨਸਾਨ ਜਿਹੜਾ ਹੈ ਨਾ ਤਾਂ ਅੰਦਰੋਂ ਪਰਮਾਤਮਾ ਨਾਲ ਜੁੜ ਪਾਉਂਦਾ ਹੈ, ਨਾ ਤਾਂ ਉਹਦੇ ਅੰਦਰ ਦੀ ਖੇਡ ਬਣਦੀ ਹੈ, ਤੇ ਫਿਰ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਉਹ ਦੁਨਿਆਵੀ ਸੁੱਖਾਂ ਦੇ ਕੋਲੋਂ ਵੀ ਆਪਣਾ ਹੱਥ ਝਾੜ ਲੈਂਦਾ ਹੈ। ਨਾ ਤਾਂ ਉਹ ਦੁਨਿਆਵੀ ਸੁੱਖ ਹੀ ਭੋਗ ਪਾਉਂਦਾ ਹੈ ਤੇ ਨਾ ਹੀ ਉਹ ਪਰਮਾਤਮਾ ਨਾਲ ਮਿਲ ਪਾਉਂਦਾ ਹੈ। ਇਹ ਇਕੱਲਾ ਪਖੰਡ ਜਿਹਾ ਹੀ ਰਹਿ ਜਾਂਦਾ ਹੈ। ਇਹ ਮਨੁੱਖ ਸਾਰਾ ਆਪਣਾ ਜਨਮ ਵਿਅਰਥ ਹੀ ਕਰ ਲੈਂਦਾ ਹੈ, ਨਾ ਲੋਕ ਜੋਗਾ ਰਹਿੰਦਾ ਹੈ, ਨਾ ਪਰਲੋਕ ਜੋਗਾ। ਬਣਿਆ ਤਾਂ ਕੁਛ ਵੀ ਨਾ ਕਿ ਜੇ ਪਰਮਾਤਮਾ ਨਾਲ ਆਤਮਾ ਸਾਡੀ ਜੁੜੀ ਹੀ ਨਾ, ਜੋਗ ਦੇ ਵਿੱਚ ਆ ਕੇ ਵੀ ਆਤਮਾ ਪਰਮਾਤਮਾ ਨਾਲ ਨਾ ਜੁੜੀ ਤੇ ਫਿਰ ਜੋਗੀ ਬਣਨ ਦਾ ਕੀ ਫਾਇਦਾ। ਚਾਹੋ ਪਈ ਤਬ ਜੋਗੀ ਹਸ ਬਚਨ ਉਚਾਰੋ, ਸੁਨ ਹੋ ਰਾਵ ਜੋ ਗਿਆਨ ਹਮਾਰੋ। ਤਾਂ ਉਸ ਵੇਲੇ ਜੋਗੀ ਹੱਸ ਕੇ ਆਖਣ ਲੱਗਾ ਕਿ ਹੇ ਰਾਜਨ, ਮੇਰੀ ਗੱਲ ਸੁਣੋ। सो जोगी जो जोग पछानै, सत नाम बिन अवर न जानै। जोगी आखन लगा कि ये सच है, जोगी उसे ਨੂੰ ਕਿਹਾ ਜਾਂਦਾ ਹੈ ਜੋ ਪਰਮਾਤਮਾ ਨਾਲ ਜੁੜਨਾ ਜਾਣ ਲੈਂਦਾ ਹੈ, ਜੋ ਸੱਚੇ ਨਾਮ ਤੋਂ ਬਿਨਾਂ ਆਪਣੇ ਜੀਵਨ ਦੇ ਵਿੱਚ ਕਿਸੇ ਹੋਰ ਤਾਕਤ ਨੂੰ, ਕਿਸੇ ਹੋਰ ਦੁਨਿਆਵੀ ਸੱਤਾ ਨੂੰ ਮੰਨਦਾ ਹੀ ਨਹੀਂ। ਦੋਹਰਾ ਜਬ ਚਾਹਤ ਹੈ ਆਤਮਾ, ਇੱਕ ਤੇ ਭਇਓ ਅਨੇਕ। ਤੇ ਪਰਮਾਤਮਾ ਜਦ ਵੀ ਚਾਹੁੰਦਾ ਹੈ ਉਹ ਆਪਣੀ ਸੱਤਾ ਤੋਂ, ਇਹ ਪਰਮਾਤਮਾ ਤੋਂ ਹੀ ਆਪਣਾ ਵਾਹਿਗੁਰੂ ਜਿਹੜਾ ਹੈ, ਅਕਾਲ ਪੁਰਖ ਜਿਹੜਾ ਹੈ, ਜਦੋਂ ਉਹਦੀ ਮੌਜ ਹੁੰਦੀ ਹੈ ਤਾਂ ਉਹ ਅਨੇਕਾਂ ਹੀ ਸਰੀਰਾਂ ਦੇ ਪਸਾਰੇ ਕਰ ਦਿੰਦਾ ਹੈ। ਉਹ ਇੱਕ ਤੋਂ ਅਨੇਕਾਂ ਰੂਪ ਬਣ ਜਾਂਦਾ ਹੈ। ਅਨੇਕ ਭਾਂਤ ਪਸਰਤ ਜਗਤ, ਬਹੁਰ ਏਕ ਕੋ ਏਕ। ਤੇ ਫਿਰ ਜਦ ਉਸਦੀ ਮੌਜ ਹੁੰਦੀ ਹੈ ਤਾਂ ਅਨੇਕਾਂ ਰੂਪ ਦੇ ਵਿੱਚ ਪਸਰ ਜਾਂਦਾ ਹੈ। ਜਦ ਫਿਰ ਉਹਦੇ ਮਨ ਦੀ ਮੌਜ ਆਉਂਦੀ ਹੈ ਤਾਂ ਉਹ ਅਨੇਕਾਂ ਤੋਂ ਇੱਕ ਰੂਪ ਵੀ ਹੋ ਜਾਂਦਾ ਹੈ। ਉਹ ਪਰਮਾਤਮਾ ਐਸਾ ਹੈ। ਚਾਉ ਪਈ यह नह मरै न काहू मारै, भूला लोक भरम विचारै। जोगी आखन लगा, हे राजन, सानू उस जो परमात्मा इसने सारी सृष्टि रची है ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ। ਉਹ ਪਰਮਾਤਮਾ ਜੋ ਸਾਰੇ ਸੰਸਾਰ ਦੇ ਵਿੱਚ ਹੈ, ਜੋ ਕਦੇ ਮਰਦਾ ਨਹੀਂ ਤੇ ਨਾ ਹੀ ਕਿਸੇ ਕੋ ਮਾਰਿਆ ਜਾ ਸਕਦਾ ਹੈ। ਭੂਲਾ ਲੋਕ ਭਰਮ ਵਿਚਾਰੇ। ਤੇ ਲੋਕ ਜਿਹੜੇ ਹਨ ਉਹ ਵੈਸੇ ਪਰਮਾਤਮਾ ਤੋਂ ਭਰਮਾਂ ਦੇ ਵਿੱਚ ਪੈ ਗਏ, ਮਾਇਆ ਦੇ ਭਰਮਾਂ ਦੇ ਵਿੱਚ ਪੈ ਗਏ, ਭੁੱਲੇ ਭਟਕੇ ਰਹਿੰਦੇ ਹਨ। ਕਟ ਕਟ ਵਿਆਪਕ ਅੰਤਰ ਜਾਮੀ, ਸਭ ਹੀ ਮਹਿ ਰਵ ਰਹਿਓ ਸੁਆਮੀ। ਤੇ ਉਹ ਪਰਮਾਤਮਾ ਤਾਂ ਹਰ ਇੱਕ ਦੇ ਹਿਰਦੇ ਵਿੱਚ ਵਸਿਆ ਹੈ, ਹਰ ਇੱਕ ਦੇ ਹਿਰਦੇ ਦੀ ਜਾਣਨ ਵਾਲਾ ਹੈ, ਸਾਰਿਆਂ ਵਿੱਚ ਹੀ ਉਹ ਵਸਿਆ ਹੋਇਆ ਹੈ। ਕਬਿਤ ਘੋਰਾ कहूँ भयो कहूँ, हाथी होवे के गयो कहूँ, पंछी रूप लयो कहूँ, फल फूल रहयो है। जोगी आखन लगा, हे राजन सुन, मैं होर तेनू परमात्मा बारे दसदा हाँ। ਉਹ ਪਰਮਾਤਮਾ ਕਿਤੇ ਘੋੜਾ ਬਣਿਆ ਹੋਇਆ ਹੈ, ਕਿਤੇ ਉਹ ਹਾਥੀ ਰੂਪ ਦੇ ਵਿੱਚ ਹੈ, ਕਿਤੇ ਉਹ ਪੰਛੀ ਬਣ ਕੇ ਬੈਠਾ ਹੈ, ਕਿਤੇ ਉਹ ਫਲ ਬਣਿਆ ਹੈ, ਕਿਤੇ ਫੁੱਲ ਬਣ ਕੇ ਮਹਿਕ ਰਿਹਾ ਹੈ। पावक होवै दह्यो कहूँ, पौन रूप कहयो कहूँ, चीत होवै कह गह्यो कहूँ, पानी होवै कह बह्यो है। ਤੇ ਕਿਤੇ ਉਹ ਪਰਮਾਤਮਾ ਅੱਗ ਬਣ ਕੇ ਸਾੜ ਰਿਹਾ ਹੈ, ਕਿਤੇ ਉਹ ਹਵਾ ਰੂਪ ਹੈ, ਕਿਤੇ ਮਨ ਰੂਪ ਹੋ ਕੇ ਆਪਣੇ ਮਨ ਨੂੰ ਟਿਕਾਉਣ ਦੀ, ਆਪਣੇ ਆਪ ਨੂੰ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਤੇ ਉਹ ਪਾਣੀ ਬਣ ਕੇ ਵਹਿ ਰਿਹਾ ਹੈ। अंबरे उतारे रावण नादिक संग, हरे कहूँ बन मैं बिहारे, ऐसे बेदन मैं कहियो है। ਤੇ ਕਿਤੇ ਉਹ ਰਾਵਣ ਨੂੰ ਮਾਰਦਾ ਹੋਇਆ ਜੰਗਲਾਂ ਦੇ ਵਿੱਚ ਹੀ ਫਿਰਦਾ ਹੈ, ਜਿਵੇਂ ਕਿ ਵੇਦਾਂ ਦੇ ਵਿੱਚ ਦੱਸਿਆ ਗਿਆ ਹੈ। ਤੇ ਕਿਤੇ ਉਹ ਆਕਾਸ਼ ਵਿੱਚ ਰਹਿ ਰਿਹਾ ਹੈ,
ਤੇ ਇਹ ਸਾਰੀਆਂ ਗੱਲਾਂ ਇਹ ਰਾਜਨ ਵੇਦਾਂ ਸ਼ਾਸਤਰਾਂ ਦੇ ਵਿੱਚ ਦੱਸੀਆਂ ਗਈਆਂ ਹਨ ਜੋ ਮੈਂ ਤੈਨੂੰ ਦੱਸ ਰਿਹਾ ਹਾਂ। ਪੁਰਖ ਹੋਵੇ ਆਪ ਕਹੂੰ ਇਸਤਰੀਨ ਕਾ ਰੂਪ ਧਰਿਓ ਮੂਰਖਨ ਭੇਦਤਾ ਕੋ ਨ ਕਹੂੰ ਨ ਲਹਿਓ ਹੈ। ਕਿਤੇ ਉਹ ਪ੍ਰਮਾਤਮਾ ਪੁਰਖ ਰੂਪ ਹੈ, ਕਿਤੇ ਉਹ ਮਰਦ ਬਣਿਆ ਹੈ, ਕਿਤੇ ਇਸਤਰੀ ਬਣਿਆ ਹੋਇਆ ਹੈ। ਪਰ ਇਹ ਮੂਰਖ ਜੀਵ ਨੇ ਮਾਇਆ ਮੋਹ ਦੇ ਵਿੱਚ ਭਟਕ ਕੇ ਪ੍ਰਮਾਤਮਾ ਦਾ ਭੇਦ ਪ੍ਰਾਪਤ ਹੀ ਨਹੀਂ ਕੀਤਾ। ਹਲਕਿ ਉਹ ਪ੍ਰਮਾਤਮਾ ਸਾਰੇ ਸ੍ਰਿਸ਼ਟੀ ਬਣਾ ਕੇ ਉਹਦੇ ਵਿੱਚ ਖੁਦ ਹੀ ਵਸਿਆ ਹੋਇਆ ਹੈ। ਚਾਓ ਪਈ ਕਵਨ ਮਾਰੈ ਕਾਕੋ ਕਉ ਮਾਰੈ ਭੂਲਾ ਲੋਕ ਭਰਮ ਵਿਚਾਰੈ। ਜੋਗੀ ਆਖਣ ਲੱਗਾ, ਹੈ ਰਾਜਨ ਕੋਈ ਵੀ ਇਸ ਸੰਸਾਰ ਦੇ ਵਿੱਚ ਮਰਦਾ ਨਹੀਂ ਤੇ ਨਾ ਹੀ ਕੋਈ ਕਿਸੇ ਨੂੰ ਮਾਰਨ ਵਾਲਾ ਹੈ। ਜੋ ਲੋਕ ਹਨ ਉਹ ਤਾਂ ਐਵੇਂ ਹੀ ਅਗਿਆਨਤਾ ਵਸ ਮਾਇਆ ਮੋਹ ਦੇ ਵਿੱਚ ਭੁੱਲੇ ਭਟਕੇ ਹੋਏ ਇਹ ਵਿਚਾਰਾਂ ਕਰਦੇ ਹਨ ਕਿ ਅੱਜ ਉਸ ਇਨਸਾਨ ਦੀ ਮੌਤ ਹੋ ਗਈ, ਅੱਜ ਉਹਦੀ ਮੌਤ ਹੋਈ ਹੈ। ਇਵੇਂ ਕਰਕੇ ਵਿਚਾਰਾ ਕਰਦੇ ਹਨ ਕਿ ਉਹਦੀ ਇਸ ਕਾਰਨ ਕਰਕੇ ਮੌਤ ਹੋ ਗਈ, ਉਹਨੂੰ ਇਸ ਕਾਰਨ ਕਰਕੇ ਮੌਤ ਹੋਈ। ਪਰ ਅਸਲ ਦੇ ਵਿੱਚ ਉਹ ਇਸ ਗੱਲ ਦੇ ਭੇਦ ਨੂੰ ਨਹੀਂ ਸਮਝਦੇ ਕਿ ਜਹ ਨਾ ਮਰਤ ਮਾਰਤ ਹੈ ਨਾ ਹੀ ਇਉਂ ਰਾਜਾ ਸਮਝੋ ਮਨ ਮਾਹੀ। ਹੈ ਰਾਜਨ ਉਹ ਲੋਕ ਇਸ ਗੱਲ ਨੂੰ ਨਹੀਂ ਜਾਣਦੇ ਕਿ ਪ੍ਰਮਾਤਮਾ ਨਾ ਹੀ ਮਰਦਾ ਹੈ ਤੇ ਨਾ ਹੀ ਉਹ ਕਿਸੇ ਨੂੰ ਮਾਰਦਾ ਹੈ, ਕਿਉਂਕਿ ਇਹ ਗੱਲ ਭੇਦ ਵਾਲੀ ਹੈ ਕਿ ਉਹ ਪ੍ਰਮਾਤਮਾ ਸਾਡੇ ਅੰਦਰ ਵੀ ਹੈ। ਉਹ ਪ੍ਰਮਾਤਮਾ ਆਪ ਅਮਰ ਹੈ, ਉਹਦੀ ਅੰਸ਼ ਜਿਹੜੀ ਸਾਡੇ ਅੰਦਰ ਹੈ ਆਤਮਾ ਉਹ ਵੀ ਅਮਰ ਹੈ, ਉਹ ਵੀ ਨਹੀਂ ਕਦੇ ਮਰਦੀ, ਉਹ ਵੀ ਅਮਰ ਹੈ। ਜਿਹੜਾ ਮਰਦਾ ਹੈ ਉਹ ਤਾਂ ਸਰੀਰ ਹੈ ਤੇ ਸਰੀਰ ਦੀ ਇਹ ਸੱਚਾਈ ਹੈ ਕਿ ਇਸਨੇ ਖਤਮ ਹੋ ਹੀ ਜਾਣਾ ਹੈ, ਇਹਨੇ ਨਸ਼ਟ ਹੋਣਾ ਹੀ ਹੈ। ਤੇ ਇਉਂ ਰਾਜਾ ਜੀ ਆਪਣੇ ਮਨ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਵਸਾ ਲੈਣਾ ਕਰੋ। ਦੋਹਰਾ ਬਿਨਾ ਨਾਮ ਤਾ ਕੇ ਜਪੇ ਬਾਲ ਬ੍ਰਿਧ ਕੋ ਹੋਏ ਰਾਵ ਰੰਕ ਰਾਜਾ ਸਬੈ ਜੀਤ ਨ ਰਹਸੀ ਕੋਏ। ਜੋਗੀ ਆਖਣ ਲੱਗਾ, ਹੈ ਰਾਜਨ ਜੇਕਰ ਕੋਈ ਬੱਚਾ ਹੈ, ਕੋਈ ਬਜ਼ੁਰਗ ਹੈ, ਕੋਈ ਰਾਜਾ ਹੈ, ਕੋਈ ਪ੍ਰਜਾ ਵਿੱਚੋਂ ਹੈ, ਜੇਕਰ ਕੋਈ ਵਾਹਿਗੁਰੂ ਦਾ ਨਾਮ ਨਹੀਂ ਜਪੇਗਾ, ਜੇਕਰ ਰੱਬ ਦਾ ਨਾਮ ਜੇਕਰ ਕੋਈ ਨਹੀਂ ਜਪੇਗਾ ਤਾਂ ਨਾਮ ਜਪਣ ਤੋਂ ਬਿਨਾਂ ਕੋਈ ਵੀ ਜਿਉਂਦਾ ਨਹੀਂ ਰਹੇਗਾ। ਸਾਰੇ ਹੀ ਕਾਲ ਦੀ ਫਾਹੀ ਵਿੱਚ ਪੈਣਗੇ, ਸਾਰਿਆਂ ਨੂੰ ਹੀ ਮੌਤ ਮਾਰੇਗੀ। ਜਿਹੜੇ ਨਾਮ ਜਪਣਗੇ ਉਹਨਾਂ ਨੂੰ ਫਿਰ ਕਾਲ ਦੁਖੀ ਨਹੀਂ ਕਰਦਾ, ਉਹ ਅਮਰ ਹੋ ਜਾਂਦੇ ਹਨ। ਚਾਓ ਪਈ ਸਤਿਨਾਮ ਜੋ ਜੀਅ ਲਖ ਪਾਵੈ ਤਾਂ ਕੇ ਕਾਲ ਨਿਕਟ ਨਹੀਂ ਆਵੈ। ਤੇ ਜੋ ਫਿਰ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਉਹਦੇ ਨੇੜੇ ਕਦੇ ਕਾਲ ਨਹੀਂ ਆਉਂਦਾ। ਜਿਹੜਾ ਸੱਚੇ ਨਾਮ ਦਾ ਜਾਪ ਜਪਦਾ ਹੈ ਉਹਨੂੰ ਮੌਤ ਜਿਹੜੀ ਹੈ ਫਿਰ ਮਾਰਦੀ ਨਹੀਂ। ਬਿਨਾ ਨਾਮ ਤਾ ਕੇ ਜੋ ਰਹਿ ਬਨ ਗਿਰਪੁਰ ਮੰਦਰ ਸਭ ਟਹਿ। ਤੇ ਨਾਮ ਜਪਣ ਤੋਂ ਬਿਨਾਂ ਜਿੰਨੇ ਵੀ ਸੰਸਾਰ ਦੇ ਵਿੱਚ ਆਏ ਹਨ, ਜਿਹੜੇ ਨਾਮ ਨਹੀਂ ਜਪ ਰਹੇ ਕੋਈ ਵੀ ਹੈ, ਜੰਗਲ ਪਹਾੜ ਨਗਰ ਮਕਾਨ ਸਾਰੇ ਹੀ ਇਹ ਤਹਿਸ ਨਹਿਸ ਹੋ ਜਾਵਣਗੇ। ਦੋਹਰਾ ਚੱਕਿਆ ਕੈਸੇ ਪਟ ਬਨੇ ਗਗਨ ਭੂਮ ਪੁਨ ਦੋਏ। ਤੇ ਆਖਣ ਲੱਗਾ ਕਿ ਇਹ ਆਕਾਸ਼ ਤੇ ਧਰਤੀ ਦੋਵੇਂ ਹੀ ਚੱਕੀ ਦੇ ਪੁੜ ਦੀ ਨਿਆਈ ਹਨ। ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਹਨ ਆਟਾ ਪੀਸਣ ਵਾਲੇ ਚੱਕੀ ਦੇ, ਤਿਵੇਂ ਹੀ ਆਕਾਸ਼ ਤੇ ਧਰਤੀ ਦੋਵੇਂ ਪੁੜ ਹਨ। ਚਹੁ ਪੁਰਨ ਮੈਂ ਆਏ ਗਏ ਸਾਬਤ ਗਿਆ ਨਾ ਕੋਏ। ਤੇ ਇਹਨਾਂ ਦੋਹਾਂ ਪੁੜਾਂ ਦੇ ਵਿੱਚ ਆਉਣ ਵਾਲਾ ਕੋਈ ਵੀ ਇਨਸਾਨ ਜਿਹੜਾ ਹੈ ਉਹ ਕਾਲ ਤੋਂ ਬਚ ਹੀ ਨਹੀਂ ਸਕਦਾ। ਕੋਈ ਆਕਾਸ਼ 'ਚ ਰਹਿਣ ਵਾਲਾ ਹੈ, ਕੋਈ ਧਰਤੀ 'ਤੇ ਰਹਿਣ ਵਾਲਾ ਹੈ, ਕੋਈ ਜੰਗਲਾਂ ਵਿੱਚ ਰਹਿੰਦਾ ਹੈ, ਕੋਈ ਪਹਾੜਾਂ 'ਤੇ ਰਹਿੰਦਾ, ਕੋਈ ਪਿੰਡ 'ਚ ਰਹਿੰਦਾ, ਕੋਈ ਕਿਤੇ ਰਹਿੰਦਾ ਹੈ। ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਹਨ, ਕੋਈ ਆਕਾਸ਼ ਵਿੱਚ ਹੈ, ਕੋਈ ਪਤਾਲ ਵਿੱਚ ਹੈ, ਧਰਤੀ 'ਤੇ ਹੈ, ਮਾਤਲੋਕ 'ਤੇ ਹੈ। ਜੇਕਰ ਉਹ ਵਾਹਿਗੁਰੂ ਦਾ ਨਾਮ ਨਹੀਂ ਜਪੇਗਾ, ਪ੍ਰਮਾਤਮਾ ਦਾ ਨਾਮ ਸਿਮਰਨ ਨਹੀਂ ਕਰੇਗਾ ਤਾਂ ਕਦੇ ਵੀ ਕਾਲ ਦੇ ਮੂੰਹ ਤੋਂ ਬਚ ਨਹੀਂ ਪਾਏਗਾ। ਚਾਓ ਪਈ ਸਤਿਨਾਮ ਜੋ ਪੁਰਖ ਪਛਾਨੈ ਸਤਿਨਾਮ ਲੈ ਬਚਨ ਪ੍ਰਮਾਨੈ। ਪਰ ਜਿਹੜਾ ਫਿਰ ਸਤਿਨਾਮ ਨੂੰ ਪਛਾਣ ਲੈਂਦਾ ਹੈ, ਪ੍ਰਮਾਤਮਾ ਦੇ ਸੱਚੇ ਨਾਮ ਦੀ ਪਛਾਣ ਕਰ ਲੈਂਦਾ ਹੈ, ਜੋ ਸੱਚ ਨਾਮ ਨੂੰ ਹੀ ਪ੍ਰਮਾਣਿਕ ਰੂਪ ਦੇ ਵਿੱਚ ਮੰਨਦਾ ਹੈ। ਸਤਿਨਾਮ ਮਾਰਗ ਲੈ ਚਲਹੀ ਤਾਕੋ ਕਾਲ ਕਬਹੂ ਦਲਹੀ। ਜੋ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਪੂਰਨ ਤੌਰ ਸੱਚ ਕਰਕੇ ਵਸਾ ਲੈਂਦਾ ਹੈ, ਸੱਚੇ ਨਾਮ ਦੇ ਰਸਤੇ ਉੱਪਰ ਚੱਲਦਾ ਹੈ, ਉਹਨੂੰ ਫਿਰ ਕਾਲ ਜਿਹੜਾ ਹੈ ਕਦੇ ਵੀ ਨਸ਼ਟ ਨਹੀਂ ਕਰਦਾ। ਦੋਹਰਾ ਐਸੇ ਬਚਨਤ ਸੁਨਤ ਹੀ ਰਾਜਾ ਭਇਓ ਉਦਾਸ ਭੂਮ ਗਰਭ ਕਰ ਰਾਧ ਤੇ ਚਿਤ ਮੈਂ ਭਇਓ ਨਿਰਾਸ਼।
ਤੇ ਇਹ ਬਚਨ ਸੁਣਦਿਆਂ ਸਾਰ ਹੀ ਜੋ ਰਾਜਾ ਸੀ ਬੜਾ ਉਦਾਸ ਹੋ ਗਿਆ। ਉਹਦਾ ਧਰਤੀ, ਧਨ ਦੌਲਤ, ਮਾਇਆ, ਰਾਜ ਭਾਗ ਤੋਂ, ਮਹਿਲ ਤੋਂ, ਸਾਰੀਆਂ ਚੀਜ਼ਾਂ ਤੋਂ ਇਹਦਾ ਮਨ ਜਿਹੜਾ ਸੀ ਬੜਾ ਉਦਾਸ ਹੋਇਆ, ਨਿਰਾਸ਼ ਹੋ ਗਿਆ, ਉਪਰਾਮ ਹੋ ਗਿਆ। ਜਬ ਰਾਣੀ ਐਸੇ ਸੁਣਿਓ ਦੁਖਤ ਪਹੀ ਮਨ ਮਾਹ। ਜਦੋਂ ਉਹਦੀ ਘਰ ਵਾਲੀ ਰਾਣੀ ਨੂੰ ਇਸ ਗੱਲ ਦਾ ਪਤਾ ਚੱਲਿਆ, ਦ੍ਰਿਗ ਧੰਨਿਆ ਨੂੰ, ਕਿ ਰਾਜਾ ਰਾਜ ਭਾਗ ਤੋਂ, ਮਹਿਲ ਮਾੜੀਆਂ ਤੋਂ, ਆਪਣੇ ਧਨ ਦੌਲਤ ਤੋਂ ਮਨ ਬੜਾ ਉਪਰਾਮ ਕਰ ਲਿਆ ਹੈ, ਤਾਂ ਮਨ 'ਚ ਬਹੁਤ ਦੁਖੀ ਹੋਈ। ਦੇ ਸਦਰਭ ਗ੍ਰਹਿ ਛਾੜ ਕੇ ਜਾਤ ਲਖਿਓ ਨਰ ਨਾਹ। ਜਦੇ ਵੇਖਿਆ ਕਿ ਰਾਜੇ ਨੇ ਤਾਂ ਰਾਜ, ਧਨ ਤੇ ਘਰ ਤੋਂ ਆਪਣਾ ਮਨ ਪੂਰਨ ਤੌਰ ਤੇ ਉਪਰਾਮ ਕਰ ਲਿਆ ਏ। ਤਬ ਰਾਣੀ ਅਦੁਖਤ ਹੈ ਮੰਤਰੀ ਲਿਓ ਬੁਲਾਏ। ਤੇ ਰਾਣੀ ਬਹੁਤ ਹੀ ਆਪਣੇ ਚਿੱਤ ਵਿੱਚ ਉਦਾਸ ਹੋਈ ਤੇ ਉਦਾਸ ਹੋ ਕੇ ਮੰਤਰੀ ਨੂੰ ਆਪਣੇ ਪਾਸ ਬੁਲਾ ਲਿਆ। ਕਿਉਂ ਹੁਣ ਰਿਪ ਗ੍ਰਹਿ ਰਾਖ ਕਹਿ ਕੀ ਜੈ ਕਛੂ ਅਪਾਏ। ਉਹ ਮੰਤਰੀ ਨੂੰ ਆਖਣ ਲੱਗੀ ਕਿ ਜਿਸ ਤਰ੍ਹਾਂ ਵੀ ਹੋਵੇ ਰਾਜੇ ਨੂੰ ਘਰ ਦੇ ਵਿੱਚ ਰੱਖਣ ਦਾ, ਰਾਜ ਭਾਗ ਦੇ ਵਿੱਚ ਰੱਖਣ ਦਾ ਕੋਈ ਨਾ ਕੋਈ ਉਪਾਅ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਚਾਓ ਪਈ ਮੰਤਰੀ ਇਮ ਬਚਨ ਉਚਾਰੋ ਸੁਨ ਰਾਣੀ ਤੈ ਮੰਤਰ ਹਮਾਰੋ। ਤਦ ਵਜ਼ੀਰ ਨੇ ਗੱਲ ਆਖੀ, ਕਿਉਂਕਿ ਵਜ਼ੀਰ ਬਹੁਤ ਹੀ ਸਿਆਣਾ ਸੀ, ਸੂਝਵਾਨ ਸੀ, ਨੀਤੀਵਾਨ ਸੀ। ਉਹ ਆਖਣ ਲੱਗਾ ਜੇਕਰ ਰਾਜਾ ਜੋਗੀ ਦੀਆਂ ਗੱਲਾਂ ਦੇ ਵਿੱਚ ਆ ਕਰਕੇ ਸਾਰਾ ਕੁਝ ਛੱਡਣ ਨੂੰ ਤਿਆਰ ਹੋਇਆ ਹੈ ਤਾਂ ਇਹ ਰਾਣੀ ਤੁਸੀਂ ਮੇਰੀ ਸਲਾਹ ਲਵੋ। ਐਸੋ ਯਤਨ ਆਜ ਹਮ ਕਰ ਹੈ ਨ੍ਰਿਪ ਗ੍ਰਹਿ ਰਾਖ ਜੋਗੀ ਇਹ ਮਰ ਹੈ। ਤੇ ਮੈਂ ਅੱਜ ਇਸ ਪ੍ਰਕਾਰ ਦੀ ਵਿਧੀ ਬਣਾਵਾਂਗਾ ਕਿ ਰਾਜਾ ਤਾਂ ਉਸ ਵਿਧੀ ਅਨੁਸਾਰ ਘਰ ਹੀ ਰਹੇਗਾ, ਪਰ ਉਹ ਜੋਗੀ ਨੂੰ ਅਸੀਂ ਖਤਮ ਕਰ ਦੇਵਾਂਗੇ, ਜਿਹਦੇ ਮਗਰ ਲਾਗੇ ਰਾਜੇ ਨੇ ਇਹ ਕਦਮ ਚੁੱਕਿਆ ਹੈ। ਰਾਣੀ ਜੋ ਹਉ ਕਹੋ ਸੋ ਕਰਿਓ ਰਾਜਾ ਜੂਤੇ ਨੈਕ ਨ ਡਰਿਓ। ਵਜ਼ੀਰ ਆਖਣ ਲੱਗਾ, ਹੈ ਰਾਣੀ ਜੋ ਮੈਂ ਤੁਹਾਨੂੰ ਆਖਾਂ ਤੁਸੀਂ ਉਹੀ ਕਰਨਾ ਹੈ ਤੇ ਰਾਜੇ ਕੋਲੋਂ ਬਿਲਕੁਲ ਵੀ ਆਪਣੇ ਮਨ ਦੇ ਵਿੱਚ ਭੈ ਨਹੀਂ ਕਰਨਾ। ਯਾ ਜੁਗਿਆ ਕਹ ਧਾਮ ਬਲਈਓ ਲੋਣ ਡਾਰ ਭੂਆ ਮਾਂ ਜਗੜਈਓ। ਆਖਣ ਲੱਗਾ ਕਿ ਇਸ ਜੋਗੀ ਨੂੰ ਆਪਣੇ ਘਰ ਦੇ ਵਿੱਚ ਬੁਲਾਓ, ਜਿਹਦੇ ਜੋਗ ਦੀਆਂ ਗੱਲਾਂ ਸੁਣ ਕੇ ਰਾਜੇ ਨੇ ਮਨ ਉਪਰਾਮ ਕੀਤਾ ਹੈ। ਉਸ ਨੂੰ ਆਪਣੇ ਘਰ ਵਿੱਚ ਬੁਲਾਓ ਤੇ ਉਹਦੇ ਉੱਤੇ ਲੂਣ ਪਾ ਕੇ ਧਰਤੀ ਟੂਆ ਪੁੱਟ ਕੇ ਸੁੱਟ ਕੇ ਉਸਨੂੰ ਮਾਰ ਦਿਓ। ਦੋਹਰਾ ਤਬ ਰਾਣੀ ਤਿਉ ਹੀ ਕਿਓ ਜੁਗੀ ਇਹ ਲਿਓ ਬੁਲਾਏ। ਤਦ ਫਿਰ ਰਾਣੀ ਨੇ ਇਵੇਂ ਹੀ ਕੀਤਾ, ਉਸ ਜੋਗੀ ਨੂੰ ਆਪਣੇ ਮਹਿਲ ਦੇ ਵਿੱਚ ਬੁਲਾਇਆ। ਲੌਣ ਡਾਰ ਭੂਆ ਖੋਦ ਕੇ ਗਹਿ ਤਿਹ ਦਿਓ ਦਬਾਏ। ਤੇ ਉਹਨੂੰ ਲੂਣ ਪਾ ਕੇ ਵੱਡਾ ਟੋਇਆ ਪੁੱਟ ਕੇ ਧਰਤੀ ਵਿੱਚ ਦੱਬ ਛੱਡਿਆ। ਚਾਓ ਪਈ ਜਾਏ ਨਿਰਪਤ ਪਤ ਬਚਨ ਉਜਾਰੇ ਜੁਗੀਆ ਮਾਟੀ ਲਈ ਤਹਾਰੇ। ਤੇ ਰਾਜੇ ਨੂੰ ਜਾ ਕੇ ਰਾਣੀ ਨੇ ਆਖਿਆ ਕਿ ਹੇ ਰਾਜਨ, ਤੁਹਾਡਾ ਉਹ ਜੋਗੀ ਜਿਸ ਦੇ ਨਾਲ ਤੁਸੀਂ ਵਿਚਾਰਾਂ ਕਰਦੇ ਸੀ ਬ੍ਰਹਮ ਵਿਚਾਰ ਦੀਆਂ, ਉਹ ਜੋਗੀ ਤੁਹਾਡਾ ਮਰ ਗਿਆ ਹੈ। ਮਰ ਕੀ ਬਾਰ ਬਚਨ ਇਉ ਕਹਿਓ ਸੋ ਮੈਂ ਦ੍ਰਿੜ ਕਰ ਜਿਉ ਮਹਿ ਗਹਿਓ। ਤੇ ਮਰਦੇ ਸਮੇਂ ਉਹ ਜੋਗੀ ਨੇ ਇੱਕ ਬਚਨ ਆਖਿਆ ਸੀ ਤੇ ਉਹ ਮੈਂ ਪੱਕੇ ਤੌਰ ਤੇ ਆਪਣੇ ਮਨ 'ਚ ਵਸਾਇਆ ਹੈ। ਮੋਰੀ ਕਹੀ ਭੂਪ ਸੋ ਕਹਿਓ ਤੁਮ ਬੈਠੇ ਗ੍ਰਹਿ ਹੀ ਮੈਂ ਰਹੀਓ। ਤੇ ਜੋਗੀ ਨੇ ਮਰਦੇ ਸਮੇਂ ਮੈਨੂੰ ਆਖਿਆ ਕਿ ਰਾਜੇ ਨੂੰ ਸਾਡੇ ਵੱਲੋਂ ਆਖ ਦੇਣਾ ਕਿ ਜੋਗੀ ਜੀ ਦਾ ਇਹ ਬਚਨ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਰਹਿਣਾ ਹੈ, ਘਰ ਦੇ ਵਿੱਚ ਤੁਸੀਂ ਬੈਠੇ ਰਹੋ। ਇਹਦੇ ਰਾਨ ਕੋ ਤਾਪ ਨਾ ਦੀਜੋ ਰਾਜ ਜੋਗ ਦੋਨੋਂ ਹੀ ਕੀਜੋ। ਤੇ ਤੁਸੀਂ ਇਹ ਆਪਣਾ ਘਰ ਛੱਡ ਕਰਕੇ ਆਪਣੀਆਂ ਰਾਣੀਆਂ, ਆਪਣੇ ਬਾਲ ਬੱਚਿਆਂ ਨੂੰ ਦੁਖੀ ਨਾ ਕਰੋ। ਤੁਸੀਂ ਰਾਜ ਭਾਗ ਦੋਵੇਂ ਹੀ ਸੰਭਾਲੋ। ਰਾਜ ਭਾਗ 'ਚ ਰਹਿੰਦਿਆਂ ਹੋਇਆਂ ਹੀ ਜੋਗ ਨਿਭਾਉਣਾ ਕਰੋ, ਜੋਗ ਦੇ ਵਿੱਚ ਜੁੜਨਾ ਕਰੋ। ਪੁਨ ਮੋ ਸੋ ਇੱਕ ਬਚਨ ਉਚਾਰੋ ਜੋ ਨ੍ਰਿਪ ਕਹਿਓ ਨ ਕਰੈ ਤਿਹਾਰੋ। ਤੇ ਫਿਰ ਜੋਗੀ ਨੇ ਮੈਨੂੰ ਇਹ ਵੀ ਆਖਿਆ ਕਿ ਜੇਕਰ ਤੁਹਾਡਾ ਰਾਜਾ ਤੁਹਾਡਾ ਕਹਿਣਾ ਨਾ ਮੰਨੇ ਤਬ ਪਾਛੇ ਜਹ ਬਚਨ ਉਚਰਿਓ ਰਾਜਾ ਜੂ ਕੇ ਤਪ ਕਹਿ ਹਰਿਓ। ਤਾਂ ਉਹਨਾਂ ਨੂੰ ਆਖਣਾ ਕਿ ਜੇਕਰ ਉਹ ਸਾਡੀ ਕਹੀ ਹੋਈ ਗੱਲ ਨਾ ਮੰਨੇਗਾ ਤਾਂ ਉਹਨਾਂ ਤਪ ਦੀ ਸਾਰੀ ਤਾਕਤ ਜਿਹੜੀ ਹੈ ਉਹ ਖੋਹ ਲਈ ਜਾਵੇਗੀ।
सो तिन कही सो पाछे कहूँ तुमरे सकल भरम को दहूँ। ਤੇ ਆਖਣ ਲੱਗੀ ਹੈ ਰਾਜਨ ਹੋਰ ਵੀ ਮੈਨੂੰ ਵਿਚਾਰ ਉਹਨਾਂ ਨੇ ਆਖੀ ਹੈ ਪਰ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਤੇ ਤੁਹਾਡੇ ਸਾਰੇ ਭਰਮ ਭੁਲੇਖੇ ਦੂਰ ਕਰਾਂਗੀ। अब सुन ले ते बचन हमारो जाते रह हैं रात तिहारो। ਤੇ ਹੁਣ ਤੁਸੀਂ ਮੇਰੀ ਗੱਲ ਨੂੰ ਸੁਣੋ ਜਿਸ ਕਰਕੇ ਤੁਹਾਡਾ ਰਾਜ ਭਾਗ ਜਿਹੜਾ ਹੈ ਬਚਿਆ ਰਹਿ ਸਕੇ। ਦੋਹਰਾ ਸੁਤ ਬਾਲਕ ਤਰੁਣੀ ਤ੍ਰਿਆ ਤਿਆਂ ਤਿਆਗ ਸਭ ਸਾਜ। ਰਾਣੀ ਆਖਣ ਲੱਗੀ ਵੇਖੋ ਤੁਸੀਂ ਆਪਣੇ ਪੁੱਤ ਆਪਣੇ ਬੱਚੇ ਜਵਾਨ ਇਸਤਰੀ ਸਭ ਕੁਝ ਛੱਡ ਰਹੇ ਹੋ। ਸਭ ਬਿਦ ਕੀਓ ਕਸੂਤ ਗ੍ਰਹਿ ਕਿਉਂ ਕਰ ਰਹਸੀ ਰਾਜ। ਤੇ ਇਉਂ ਸਾਰਾ ਕੁਝ ਤਿਆਗ ਕਰਕੇ ਇਤਨਾ ਮਾੜਾ ਕੰਮ ਕਰਕੇ ਸਾਨੂੰ ਦੱਸੋ ਕਿ ਤੁਹਾਡਾ ਰਾਜ ਭਾਗ ਕਿਵੇਂ ਕਾਇਮ ਰਹਿ ਸਕੇਗਾ। ਭੂਤ ਪਰੇ ਲੋਟ ਧਰਨ ਤ੍ਰਿਆ ਪਰੀ ਬਦਲਾਏ। ਦੇਖੋ ਤੁਹਾਡੇ ਪੁੱਤਰ ਤੁਹਾਡੇ ਬੱਚੇ ਤੁਹਾਡੇ ਵਿਛੋੜੇ ਦੇ ਵਿੱਚ ਕਿਵੇਂ ਧਰਤੀ ਉੱਪਰ ਲੇਟ ਰਹੇ ਹਨ ਕਿਵੇਂ ਦੁਖੀ ਹੋ ਰਹੇ ਨੇ। ਤੁਹਾਡੀਆਂ ਇਸਤਰੀਆਂ ਰਾਣੀਆਂ ਸਾਰੀਆਂ ਤੁਹਾਡੇ ਵਿਜੋਗ ਦੇ ਵਿੱਚ ਰੋ ਰਹੀਆਂ ਹਨ ਵਿਰਲਾਪ ਕਰ ਰਹੀਆਂ ਨੇ। ਬੰਦ ਪ੍ਰੇਤ ਰੋਦਨ ਕਰੇ ਰਾਜ ਬੰਸ ਤੇ ਜਾਏ। ਸਾਰੇ ਨੌਕਰ ਜਿਤਨੇ ਵੀ ਹਨ ਸਾਰੇ ਰੋ ਰਹੇ ਹਨ ਦਾਸ ਦਾਸੀਆਂ ਸਭ ਰੋਂਦੇ ਨੇ ਕਿ ਰਾਜ ਭਾਗ ਸਾਡੇ ਵੰਸ਼ ਤੋਂ ਖੁੱਸ ਜਾਣਾ ਹੈ। ਚਾਉ ਪਈ ਚੇਲੇ ਸਭੈ ਆਨੰਦਤ ਪਹੇ ਦੁਰਬਲ ਹੁਤੇ ਪੁਸ਼ਟ ਹੋਵੇ ਗਏ। ਤੇ ਦੂਸਰੇ ਪਾਸੇ ਜਿਹੜੇ ਜੋਗੀ ਦੇ ਚੇਲੇ ਸਨ ਉਹ ਬੜੇ ਖੁਸ਼ ਸਨ। ਜਿਹੜੇ ਕਮਜ਼ੋਰ ਵੀ ਸਨ ਕੋਈ ਚੇਲੇ ਉਹ ਵੀ ਇਹ ਵਿਚਾਰ ਨੂੰ ਸੋਚ ਸੋਚ ਕੇ ਬੜੇ ਖੁਸ਼ ਹੋ ਕੇ ਮੋਟੇ ਤਾਜ਼ੇ ਹੋ ਰਹੇ ਸੀ। ਨਾਥ ਨਿਰਭੈ ਜੋਗੀ ਕਰ ਲਿਆ ਹੈ ਦਵਾਰ ਦਵਾਰ ਕੇ ਟੂਕ ਮੰਗਾਇਆ ਹੈ। ਉਹ ਸੋਚਣ ਲੱਗੇ ਕਿ ਸਾਡਾ ਜੋਗੀ ਜਿਹੜਾ ਹੈ ਉਹ ਰਾਜੇ ਨੂੰ ਚੇਲਾ ਬਣਾ ਕੇ ਲਿਆਵੇਗਾ ਤੇ ਉਸ ਰਾਜੇ ਕੋਲੋਂ ਨਿਤ ਹੀ ਟੁਕੜਾ ਮੰਗਾਇਆ ਕਰੇਗਾ। ਵੱਖੋ ਵੱਖ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਟੁਕੜਾ ਮੰਗਣ ਵਾਸਤੇ ਭੇਜਿਆ ਕਰੇਗਾ ਤੇ ਅਸੀਂ ਉਸ ਰਾਜੇ ਦੇ ਮਹਿਲ ਵਿੱਚ ਜੋ ਕੁਛ ਵੀ ਹੈ ਖਾਣ ਪੀਣ ਦਾ ਸਮਾਨ ਸਾਰਾ ਹੀ ਕੱਢ ਲਿਆਵਾਂਗੇ ਤੇ ਖਾ ਪੀ ਕੇ ਚੰਗੇ ਤਾਜ਼ੇ ਮੋਟੇ ਬਣ ਜਾਵਾਂਗੇ। ਇਉਂ ਸੋਚ ਸੋਚ ਕੇ ਜੋਗੀ ਦੇ ਚੇਲੇ ਬੜੇ ਖੁਸ਼ ਹੋ ਰਹੇ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਜੋਗੀ ਤਾਂ ਰਾਣੀ ਨੇ ਵਿਧ ਬਣਾ ਕਰਕੇ ਉਸਨੂੰ ਸਤਿਆਨਾਸ਼ ਕਰ ਛੱਡਿਆ ਹੈ। ਉਸ ਨੂੰ ਤਾਂ ਜੰਮ ਲੋਕ ਦੇ ਵਿੱਚ ਪਹੁੰਚਾ ਦਿੱਤਾ ਹੈ। ਇਸ ਗੱਲ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ। ਦੋਹਰਾ ਨ੍ਰਿਪ ਕਹ ਜੋਗੀ ਭੀਸਦੈ ਕਬ ਹੀ ਲਿਆ ਹੈ ਨਾਥ। ਉਹ ਸੋਚਦੇ ਸਨ ਕਿ ਜੋਗੀ ਰਾਜਾ ਜਿਹੜਾ ਹੈ ਉਹ ਜੋਗੀ ਬਣ ਕੇ ਹੁਣੇ ਹੀ ਆਉਂਦਾ ਹੀ ਹੋਵੇਗਾ। ਇਉਂ ਮੂਰਖ ਜਾਣੈ ਨਹੀਂ ਕਹਾਂ ਪਹੀ ਤੇ ਸਾਥ। ਪਰ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਜੋਗੀ ਦੇ ਨਾਲ ਆਖਰ ਬਣਿਆ ਕੀ ਹੈ। ਜੋਗੀ ਤਾਂ ਆਪਣੇ ਸਵਾਸ ਪੂਰੇ ਕਰਕੇ ਸੰਸਾਰ ਨੂੰ ਛੱਡ ਕੇ ਵੀ ਚਲਾ ਗਿਆ ਹੈ। ਇਸ ਗੱਲ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਰਾਣੀ ਨੇ ਕੀ ਕੀਤਾ ਹੈ ਜੋਗੀ ਦੇ ਨਾਲ ਉਸਨੂੰ ਮਾਰ ਮੁਕਾਇਆ ਹੈ। ਸੁਤ ਬਾਲਕ ਤਰੁਣੀ ਤ੍ਰਿਆ ਕਿਉ ਨ੍ਰਿਪ ਛਾਡਤ ਮੋਹੇ। ਤੇ ਇੱਧਰ ਹੁਣ ਰਾਜਾ ਜਾਣ ਦੀਆਂ ਤਿਆਰੀਆਂ ਦੇ ਵਿੱਚ ਸੀ ਸਾਰਾ ਕੁਝ ਛੱਡਣ ਦੀ ਤਿਆਰੀ ਵਿੱਚ ਹੈ। ਰਾਜੇ ਦੇ ਪੁੱਤ ਬੱਚੇ ਸਾਰੇ ਹੀ ਜਵਾਨ ਇਸਤਰੀਆਂ ਸਾਰੇ ਦਾਸ ਦਾਸੀਆਂ ਸਾਰੇ ਰੋ ਰਹੇ ਸਨ। ਚੇਰੀ ਸਭ ਰੋਦਨ ਕਰੈ ਦਇਆ ਨ ਉਪਜੈ ਤੋਹੇ। ਤੇ ਸਾਰੇ ਹੀ ਇਹ ਆਖਦੇ ਸਨ ਕਿ ਹੇ ਰਾਜਾ ਤੁਸੀਂ ਸਾਨੂੰ ਕਿਉਂ ਛੱਡ ਰਹੇ ਹੋ ਕਿਉਂ ਤੁਹਾਡੇ ਮਨ ਵਿੱਚ ਸਾਡੇ ਪ੍ਰਤੀ ਕੋਈ ਦਇਆ ਨਹੀਂ ਆਉਂਦੀ। ਸੁਨ ਰਾਣੀ ਤੋ ਸੋ ਕਹੋ ਬ੍ਰਹਮ ਗਿਆਨ ਕੋ ਭੇਦ। ਰਾਜਾ ਆਖਣ ਲੱਗਾ ਹੇ ਰਾਣੀ ਸੁਣ ਮੈਂ ਤੈਨੂੰ ਬ੍ਰਹਮ ਗਿਆਨ ਦਾ ਭੇਦ ਜੋ ਕਾ ਸ਼ਾਸਤਰ ਸਿਮਰਤ ਕਹਿਤ ਔਰ ਉਚਾਰਤ ਵੇਦ। ਜੋ ਕੁਝ ਵੀ ਸ਼ਾਸਤਰ ਸਿਮਰਤੀਆਂ ਦੇ ਵੇਦਾਂ ਵਿੱਚ ਲਿਖਿਆ ਹੋਇਆ ਹੈ ਉਹਨਾਂ ਸਾਰਾ ਤੱਤ ਰੂਪ ਮੈਂ ਤੈਨੂੰ ਸਮਝਾਉਂਦਾ ਹਾਂ। ਚਾਉ ਪਈ ਸੁਤ ਹਿਤ ਕੈ ਮਾਤਾ ਦੁਲਰਾਵੈ ਕਾਲ ਮੂੰਡ ਪਰ ਦਾਤ ਬਜਾਵੈ। ਰਾਜਾ ਆਖਣ ਲੱਗਾ ਵੇਖ ਹੇ ਰਾਣੀ ਇਹ ਸੰਸਾਰ ਦੀ ਖੇਡ ਕਿਵੇਂ ਹੈ ਕਿ ਮਾਤਾ ਬੱਚੇ ਨੂੰ ਖਿਡਾਉਂਦੀ ਹੈ ਬੜੀ ਖੁਸ਼ ਹੁੰਦੀ ਹੈ ਆਪਣੇ ਪੁੱਤਰ ਦੇ ਨਾਲ ਆਪਣੇ ਬੱਚੇ ਦੇ ਨਾਲ ਪਰ ਉਧਰ ਮੌਤ ਜਿਹੜੀ ਹੈ ਉਹ ਸਿਰ ਤੇ ਖੜੀ ਹੋ ਕੇ ਦੰਦ ਪੀ ਰਹੀ ਹੁੰਦੀ ਹੈ। ਵਹੁ ਨ ਤਿਲਖੇ ਭੂਤ ਬੜ ਜਾਵਤ ਲਹੈ ਨ ਮੂੜ ਕਾਲ ਜਗਾਵਤ। ਮਾਂ ਇਉਂ ਸਮਝਦੀ ਹੈ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਹੈ ਪਰ ਉਹ ਇਹ ਨਹੀਂ ਸਮਝਦੀ
ਕਿ ਇਹਦੇ ਤੇ ਦਿਨ ਬਤੀਤ ਹੋ ਰਹੇ ਹਨ, ਸਵਾਸ ਘਟ ਰਹੇ ਹਨ। ਇਹ ਤਾਂ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਹੈ। ਕੋ ਮਾਤਾ ਬਨਤਾ ਸੁਤਾ ਪਾਂਸ ਤਤ ਕੀ ਦੇਹ। ਆਖਣ ਲੱਗਾ, ਕੌਣ ਕਿਸੇ ਦੀ ਮਾਤਾ ਹੈ, ਕੌਣ ਕਿਸੇ ਦੀ ਇਸਤਰੀ ਹੈ ਤੇ ਕੌਣ ਕਿਸੇ ਦੀ ਪੁੱਤਰੀ ਹੈ। ਇਹ ਸਾਰੇ ਸਰੀਰ ਪੰਜਾਂ ਤੱਤਾਂ ਦੀ ਹੀ ਖੇਡ ਹੈ। ਇਹ ਸਾਰੇ ਪੰਜ ਤੱਤਾਂ ਤੋਂ ਹੀ ਬਣੇ ਹੋਏ ਨੇ। ਦਿਵਸ ਚਾਰ ਕੋ ਪੇਖਨੋ ਅੰਤ ਖੇਹ ਕੀ ਖੇਹ। ਤੇ ਜੋ ਕਿ ਇਹ ਸਰੀਰ 4 ਦਿਨ ਹੀ ਵਿਖਾਈ ਦੇ ਕਰਕੇ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ। ਇਹਦੀ ਕੋਈ ਸੱਚਾਈ ਨਹੀਂ ਹੈ। ਇਹ ਆਖਰ ਨਾਸ਼ ਹੀ ਹੋ ਜਾਣਾ ਹੈ। ਚਾਉ ਪਈ ਪ੍ਰਾਣੀ ਜਨਮ ਪ੍ਰਥਮ ਜਬ ਆਵੈ, ਬਾਲਾਪਨ ਮੈਂ ਜਨਮ ਗਵਾਵੈ। ਤਾਂ ਰਾਜਾ ਆਖਣ ਲੱਗਾ, ਹੈ ਰਾਣੀ ਵੇਖ, ਸਭ ਤੋਂ ਪਹਿਲਾਂ ਮਨੁੱਖ ਜਨਮ ਲੈ ਕੇ ਸੰਸਾਰ ਦੇ ਵਿੱਚ ਆਉਂਦਾ ਹੈ। ਆਪਣੀ ਛੋਟੀ ਉਮਰ, ਛੋਟੀ ਆਜੂ, ਬਚਪਨ ਦੀ ਉਮਰ ਜਿਹੜੀ ਹੁੰਦੀ ਹੈ, ਉਹ ਇਵੇਂ ਹੀ ਬਚਪਨ ਦੇ ਵਿੱਚ ਛੋਟੀ ਛੋਟੀ ਖੇਡਾਂ ਵਿੱਚ ਲਗਾ ਕਰਕੇ ਵਿਅਰਥ ਹੀ ਲੰਘਾ ਦਿੰਦਾ ਹੈ। ਤਰਨ ਨਾ ਪਨ ਬਿਖਿਆਨ ਕਹਿ ਕੀਨੋ, ਕਬਹੂ ਨ ਬ੍ਰਹਮ ਤਤ ਕੋ ਚੀਨੋ। ਤੇ ਜਵਾਨੀ ਸਾਰੀ ਵਿਸ਼ਿਆਂ ਵਿਕਾਰਾਂ ਵਿੱਚ ਮਸਤ ਰਹਿ ਕੇ ਵਿਅਰਥ ਕਰ ਜਾਂਦਾ ਹੈ ਤੇ ਆਪਣੇ ਜੀਵਨ ਦੇ ਵਿੱਚ ਬ੍ਰਹਮ ਤੱਤ ਨੂੰ ਕਦੇ ਪਛਾਣਦਾ ਹੀ ਨਹੀਂ। ਦੋਹਰਾ ਬਿਰਧ ਪਏ ਤਨ ਕਾਂ ਪਈ, ਨਾਮ ਨ ਜਪਿਓ ਜਾਏ। ਜਦੋਂ ਮਨੁੱਖ ਬੁੱਢਾ ਹੁੰਦਾ ਏ, ਸਰੀਰ ਕਮਜ਼ੋਰ ਹੋਣ ਕਰਕੇ ਕੰਬਣ ਲੱਗ ਜਾਂਦਾ ਏ, ਉਦੋਂ ਨਾਮ ਜਪਿਆ ਨਹੀਂ ਜਾਂਦਾ। ਬਿਨਾ ਭਜਨ ਭਗਵਾਨ ਕੇ ਪਾਪ ਗ੍ਰਹਿ ਤਨ ਆਏ। ਤੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਨਸਾਨ ਪਾਪਾਂ ਦੇ ਵਿੱਚ ਹੀ ਫਸਿਆ ਦੇ ਰਹਿੰਦਾ ਹੈ ਤੇ ਪਾਪ ਹੀ ਕਰਦਾ ਰਹਿੰਦਾ ਹੈ। ਮਿਰਤ ਲੋਕ ਮੈਂ ਆਏ ਕਹਿ, ਬਾਲ ਬ੍ਰਿਧ ਕੋ ਹੋਏ। ਤੇ ਆਖਣ ਲੱਗਾ ਕਿ ਇਸ ਮਾਤ ਲੋਕ ਦੇ ਵਿੱਚ ਆ ਕਰਕੇ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਪਰਜਾ ਦੇ ਵਿੱਚ ਹੈ, ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਬੁੱਢਾ ਹੈ, ਊਚ ਨੀਚ ਰਾਜਾ ਪਰਜਾ ਜਿਤ ਨ ਹਸੀ ਕੋਏ। ਕੋਈ ਅਮੀਰ ਹੈ, ਕੋਈ ਗਰੀਬ ਹੈ, ਪਰ ਕੋਈ ਵੀ ਇਸ ਸੰਸਾਰ ਦੇ ਵਿੱਚ ਸਦੀਵ ਕਾਲ ਜਿਉਂਦਾ ਨਹੀਂ ਰਹਿਣਾ। ਰਾਣੀ ਐਸੇ ਬਚਨ ਸੁਣ ਭੁਮ ਭਰੀ ਮੁਰਛਾਏ। ਰਾਜੇ ਦੀਆਂ ਇਉਂ ਵਿਚਾਰਾਂ ਸੁਣ ਕੇ ਜੋ ਰਾਣੀ ਸੀ, ਉਹ ਤਾਂ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਪਈ। ਪੋਸ ਦਿਆ ਕੀ ਨੀਂਦ ਜਿਉਂ ਸੋਏ ਨ ਸੋਇਓ ਜਾਏ। ਉਹ ਇਵੇਂ ਡਿੱਗ ਪਈ ਕਿ ਜਿਵੇਂ ਕੋਈ ਇੱਕ ਪੋਸਤੀ ਨਸ਼ੇੜੀ ਨਸ਼ਾ ਕਰਨ ਵਾਲਾ, ਜਿਵੇਂ ਉਹ ਧਰਤੀ ਉੱਪਰ ਡਿੱਗ ਪੈਂਦਾ ਹੈ, ਨਸ਼ੇ ਦੇ ਲੋਰ ਵਿੱਚ ਡਿੱਗ ਪੈਂਦਾ ਹੈ, ਸੌਣ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਫਿਰ ਵੀ ਨੀਂਦ ਨਹੀਂ ਆਉਂਦੀ। ਇਉਂ ਬੇਹੋਸ਼ੀ ਦੀ ਹਾਲਤ ਵਿੱਚ ਹੀ ਰਾਣੀ ਚੱਕਰ ਖਾ ਕਰਕੇ ਧਰਤੀ ਉੱਪਰ ਡਿੱਗ ਪਈ ਹੈ। ਜੋ ਉਪਜਿਓ ਸੋ ਬਿਨਸ ਹੈ, ਜਗ ਰਹਿ ਬੋ ਦਿਨ ਚਾਰ। ਰਾਜੇ ਦੀਆਂ ਵਿਰਾਗ ਭਰੀਆਂ ਗੱਲਾਂ ਸੁਣ ਕੇ ਰਾਣੀ ਆਖਰ ਥੱਕ ਹਾਰ ਗਈ ਕਿ ਇਹ ਤਾਂ ਕਿਸੇ ਪਾਸੇ ਲੱਗਦਾ ਹੀ ਨਹੀਂ ਹੈ, ਇਹ ਤਾਂ ਸਾਡੀ ਵਿਚਾਰ ਦੇ ਵਿੱਚ ਆਉਂਦਾ ਹੀ ਨਹੀਂ। ਰਾਜਾ ਆਖਣ ਲੱਗਾ ਕਿ ਅਸਲੀਅਤ ਇਹੀ ਹੈ, ਭਾਵੇਂ ਕੋਈ ਪੁੱਤਰ ਹੈ, ਭਾਵੇਂ ਕੋਈ ਦਾਸੀ ਹੈ, ਭਾਵੇਂ ਕੋਈ ਇਸਤਰੀ ਹੈ, ਇਹ ਸਾਰੇ 4 ਦਿਨਾਂ ਦੇ ਹੀ ਪ੍ਰਾਹੁਣੇ ਹਨ। ਸਭ ਨੇ ਸੰਸਾਰ ਤੋਂ ਆਖਰ ਇੱਕ ਦਿਨ ਚਲੇ ਜਾਣਾ ਹੈ। ਕਿਸੇ ਨੇ ਸਦੀਵ ਕਾਲ ਵਾਸਤੇ ਸੰਸਾਰ ਦੇ 'ਚ ਰਹਿਣਾ ਨਹੀਂ। ਸੁਤ ਬਨਤਾ ਦਾਸੀ ਕਹਾ, ਦੇਖੋ ਤਤ ਵਿਚਾਰ। ਤੇ ਇਹ ਰਾਣੀ ਤੇਰੇ ਵਾਸਤੇ ਵੀ ਇਹੀ ਚੰਗਾ ਹੈ ਕਿ ਤੂੰ ਵੀ ਆਪਣੇ ਮਨ ਦੀਆਂ ਗੱਲਾਂ ਪੱਕੀਆਂ ਕਰ ਲੈ। ਕੋਈ ਵੀ ਸਦੀਵ ਕਾਲ ਵਾਸਤੇ ਰਹਿਣ ਵਾਸਤੇ ਨਹੀਂ ਆਇਆ, ਸਭ ਨੇ ਸੰਸਾਰ ਤੋਂ ਚਲੇ ਜਾਣਾ ਏ। ਇਸ ਕਰਕੇ ਆਪਣਾ ਸਮਾਂ ਰਹਿੰਦੇ ਨਾਮ ਜਪਣਾ ਚਾਹੀਦਾ ਹੈ। ਛੰਦ ਪਦ ਪੂਤਨ ਤੇ ਰਹਿ, ਵਿਜੈ ਪੂਤਨ ਤੇ ਪਹੀਐ। ਪਦਰਾਣੀ ਫਿਰ ਆਖਣ ਲੱਗੀ ਕਿ ਇਹ ਰਾਜਨ, ਜੇ ਇਹ ਗੱਲ ਹੈ ਤਾਂ ਪੁੱਤਰਾਂ ਕਰਕੇ ਹੀ ਦੁਨੀਆ ਦੇ ਵਿੱਚ ਇੱਜ਼ਤ ਰਹਿੰਦੀ ਹੈ ਤੇ ਪੁੱਤਰਾਂ ਕਰਕੇ ਹੀ ਜਿੱਤ ਪ੍ਰਾਪਤ ਕਰੀਦੀ ਹੈ ਯੁੱਧ ਮੈਦਾਨ ਦੇ ਵਿੱਚ। ਦਿਰਬ ਕਪੂਤਨ ਜਾਏ, ਰਾਜ ਸਪੂਤਨ ਬਹਰੀਐ। ਤੇ ਮਾੜੇ ਪੁੱਤਰਾਂ ਕਰਕੇ ਰਾਜ ਭਾਗ ਚਲਾ ਜਾਂਦਾ ਹੈ, ਧਨ ਦੌਲਤ ਖਤਮ ਹੋ ਜਾਂਦੀ ਹੈ। ਪਰ ਜੇਕਰ ਚੰਗੇ ਪੁੱਤਰ ਹੋਵਣ ਤਾਂ ਹਾਰੇ ਹੋਏ ਰਾਜ ਨੂੰ ਵੀ ਵਾਪਸ ਮੋੜ ਲਿਆਉਂਦੇ ਨੇ। ਪਿੰਡ ਪੁੱਤਰ ਹੀ ਦੇਹ, ਪ੍ਰੀਤ ਪੂਤੋ ਉਪਜਾਵਹਿ। ਤੇ ਆਖਣ ਲੱਗੀ ਕਿ ਮੋਇਆ ਹੋਇਆ ਜਦੋਂ ਅਸੀਂ ਮਰ ਜਾਂਦੇ ਹਾਂ, ਸਾਡੇ ਮਗਰੋਂ ਸਾਡੇ ਪੁੱਤਰ ਹੀ ਉਹ ਪਿੱਤਰ ਭਰਮਦੇ ਹਨ, ਪਿੰਡ ਭਰਮਦੇ ਹਨ। ਉਹੀ ਸਾਡੇ ਮਗਰੋਂ ਹਰੀ ਕਿਰਿਆ ਜਿਹੜੀ ਸਾਡੇ ਮਰਨ ਤੋਂ ਬਾਅਦ ਉਹੀ ਸਾਰਾ ਕੁਝ ਸਾਂਭਦੇ ਹਨ। ਬਹੁਤ ਦਿਨਨ ਕੋ ਬੈਰ ਗਇਓ, ਪੂਤੈ ਬਹੁਰਾਵਹਿ।
ਤੇ ਆਖਣ ਲੱਗੀ ਪੁੱਤਰਾਂ ਕਰਕੇ ਹੀ ਪ੍ਰੇਮ ਵੱਧਦਾ ਹੈ, ਪੁੱਤਰਾਂ ਤੋਂ ਅੱਗੋਂ ਅੰਸ਼ ਵੱਧਦੀ ਹੈ, ਸਾਖ ਵੱਧਦੇ ਹਨ, ਨਾਤੇ ਵੱਧਦੇ ਹਨ, ਜਾਂ ਫਿਰ ਪਿਓ ਪੁੱਤਰ ਦੀ ਪ੍ਰੀਤ ਵੱਧਦੀ ਹੈ। ਸਾਰਾ ਕੁਝ ਪੁੱਤਰਾਂ ਕਰਕੇ ਤਾਂ ਹੁੰਦਾ ਹੈ। ਤੇ ਬਹੁਤ ਦੇ ਦਿਨਾਂ ਦਾ ਜੇ ਕਿਸੇ ਨਾਲ ਵੈਰ ਪੈ ਗਿਆ ਹੋਵੇ, ਜੇਕਰ ਦੁਸ਼ਮਣੀ ਤੇ ਬਹੁਤ ਪੁਰਾਣੀ ਵੀ ਹੋਵੇ, ਤਾਂ ਪੁੱਤਰ ਹੀ ਮੋੜਦੇ ਹਨ, ਬਦਲਾ ਲੈਂਦੇ ਹਨ। ਆਪਣੇ ਪਿਓ ਦਾ ਬਦਲਾ, ਆਪਣੇ ਭਰਾ ਦਾ ਬਦਲਾ, ਕਿਸੇ ਵੀ ਆਪਣੇ ਰਿਸ਼ਤੇਦਾਰ ਦਾ ਸਾਕ ਦਾ ਬਦਲਾ ਜਿਹੜਾ ਹੈ ਪੁੱਤਰ ਹੀ ਲੈ ਸਕਦੇ ਹਨ। ਜੋ ਪੂਤਨ ਕੋ ਛਾੜ ਨਿਰਪਤ ਤਪੱਸਿਆ ਕੋ ਜਹਵੇ, ਜਿਹੜਾ ਫਿਰ ਇਉਂ ਆਪਣੇ ਪੁੱਤਰਾਂ ਨੂੰ, ਆਪਣੇ ਬਾਲ ਬੱਚਿਆਂ ਨੂੰ ਛੱਡ ਕੇ, ਜਿਨ੍ਹਾਂ ਪੁੱਤਰਾਂ ਕਰਕੇ ਇੰਨਾ ਕੁਛ ਪਾਈਦਾ ਹੈ, ਉਹਨਾਂ ਪੁੱਤਰਾਂ ਨੂੰ ਛੱਡ ਕੇ ਜੇਕਰ ਕੋਈ ਰਾਜਾ ਇਉਂ ਫਿਰ ਤਪੱਸਿਆ ਕਰਨ ਵਾਸਤੇ ਜੰਗਲ ਦੇ ਵਿੱਚ ਜਾਵੇ, ਪਰੈ ਨਰਕ ਸੋ ਜਾਏ ਅਧਿਕ ਤਨ ਮੈਂ ਦੁੱਖ ਪਾਵੈ, ਤਾਂ ਫਿਰ ਉਹ ਰਾਜਾ ਨਰਕਾਂ ਦੇ ਵਿੱਚ ਹੀ ਪੈਂਦਾ ਹੈ ਤੇ ਸਰੀਰ ਦੇ ਉੱਪਰ ਵੀ ਬਹੁਤ ਸਾਰੇ ਦੁੱਖ ਸਹਾਰਦਾ ਹੈ। ਨਾ ਕੋ ਹਮਾਰੋ ਪੂਤ ਨਾ ਕੋ ਹਮਰੀ ਕੋਈ ਨਾਰੀ। ਤੇ ਹੁਣ ਜਿਹੜਾ ਉਹ ਰਾਜਾ ਸੀ, ਉਹਦੇ ਮਨ ਦੇ ਸਾਰੀਆਂ ਗੱਲਾਂ ਜੋਗੀ ਦੀਆਂ ਅਸਰ ਕੀਤੀਆਂ ਹੋਈਆਂ ਸਨ। ਉਹ ਆਖਣ ਲੱਗਾ, ਹੇ ਰਾਣੀ ਮੇਰੀ ਗੱਲ ਸੁਣ ਲੈ, ਨਾ ਕੋਈ ਮੇਰਾ ਪੁੱਤ ਹੈ ਤੇ ਨਾ ਹੀ ਕੋਈ ਮੇਰੀ ਇਸਤਰੀ ਕਿ ਜਿਨ੍ਹਾਂ ਦਾ ਮੋਹ ਮੈਨੂੰ ਰੋਕ ਸਕਦਾ ਹੈ, ਜਾਂ ਕਿ ਪੁੱਤਰਾਂ ਦਾ ਮੋਹ ਮੈਨੂੰ ਰੋਕ ਸਕਦਾ ਹੈ, ਜਾਂ ਤੇਰਾ ਮੋਹ ਮੈਨੂੰ ਰੋਕ ਸਕਦਾ ਹੈ। ਤੇ ਇਹ ਸੁਣ ਲੈ ਕਿ ਨਾ ਕੋਈ ਮੇਰਾ ਪੁੱਤ ਹੈ, ਨਾ ਹੀ ਮੇਰੀ ਕੋਈ ਇਸਤਰੀ, ਨਾ ਕੋ ਹਮਾਰੋ ਪਿਤਾ ਨਾ ਕੋ ਹਮਰੀ ਮਹਤਾਰੀ, ਤੇ ਨਾ ਹੀ ਮੇਰਾ ਕੋਈ ਪਿਤਾ ਹੈ, ਨਾ ਹੀ ਕੋਈ ਮੇਰੀ ਮਾਤਾ ਹੈ, ਨਾ ਕੋ ਹਮਰੀ ਭੈਣ ਨਾ ਕੋ ਹਮਰੇ ਕੋਈ ਭਾਈ, ਨਾ ਹੀ ਮੇਰੀ ਕੋਈ ਭੈਣ ਹੈ, ਨਾ ਹੀ ਕੋਈ ਮੇਰਾ ਭਰਾ ਹੈ, ਨਾ ਕੋ ਹਮਾਰੋ ਦੇਸ਼ ਨਾ ਹੋ ਕਾਹੂ ਕਉ ਰਾਈ, ਨਾ ਹੀ ਮੇਰਾ ਕੋਈ ਦੇਸ਼ ਹੈ ਤੇ ਨਾ ਹੀ ਮੈਂ ਕਿਸੇ ਥਾਂ ਦਾ ਰਾਜਾ ਹਾਂ। ਬ੍ਰਿਥਾ ਜਗਤ ਮੈਂ ਆਏ ਜੋਗ ਬਿਨ ਜਨਮ ਗਵਾਇਓ, ਤੇ ਮੈਂ ਤਾਂ ਐਵੇਂ ਹੀ ਜੋਗ ਤੋਂ ਬਿਨਾਂ ਸਾਰਾ ਜਨਮ ਆਪਣਾ ਵਿਅਰਥ ਹੀ ਗਵਾ ਲਿਆ ਹੈ। ਤਜਿਓ ਰਾਜ ਯਰ ਪਾਟ ਜਹ ਜੀ ਅਰੇ ਮੋਹਿ ਪਾਇਓ, ਤੇ ਹੁਣ ਤਾਂ ਮੈਨੂੰ ਆਪਣੇ ਮਨ ਦੇ ਵਿੱਚ ਇਹ ਸਾਰਾ ਕੁਝ ਤਿਆਗ ਕੇ ਜੋਗ ਨੂੰ ਕਮਾਉਣਾ ਹੀ ਚੰਗਾ ਲੱਗ ਰਿਹਾ ਹੈ। ਛੰਦ ਜਨਨ ਜਠਰ ਮਹਿ ਆਏ ਪੁਰਖ ਬਹੁਤੋ ਦੁਖ ਪਾਵਹਿ, ਮੂਤਰ ਧਾਮ ਕੋ ਪਾਏ ਕਹਿਤ ਹਮ ਭੋਗ ਕਮਾਵਹਿ। ਉਹ ਰਾਜਾ ਆਖਣ ਲੱਗਾ, ਹੇ ਰਾਣੀ ਸੁਣ, ਮਨੁੱਖ ਇੱਕ ਰੱਬ ਦੇ ਨਾਮ ਤੋਂ ਬਿਨਾਂ ਮਾਤਾ ਦੀ ਗਰਭ ਅਗਨ ਦੇ ਵਿੱਚ ਬਾਰ-ਬਾਰ ਆਉਂਦਾ ਹੈ ਤੇ ਬਹੁਤ ਜ਼ਿਆਦਾ ਉਹ ਜੰਮਣ ਮਰਨ ਦੇ ਗੇੜ 'ਚ ਪੈ ਕੇ ਦੁੱਖ ਤੇ ਕਸ਼ਟਾਂ ਨੂੰ ਸਹਾਰਦਾ ਏ। ਤੇ ਇਸਤਰੀ ਦੇ ਮੂਤਰ ਘਰ ਨੂੰ ਪ੍ਰਾਪਤ ਕਰਕੇ ਤੇ ਉਹ ਆਖਦਾ ਹੈ ਕਿ ਮੈਂ ਤਾਂ ਬੜਾ ਹੀ ਆਨੰਦ ਪ੍ਰਾਪਤ ਕੀਤਾ ਹੈ। ਥੂਕ ਤ੍ਰਿਆ ਕਉ ਚਾਟ ਕਹਿਤ ਅਦਰਾ ਅੰਮ੍ਰਿਤ ਪਾਇਓ, ਤੇ ਇਸਤਰੀ ਦੇ ਥੁੱਕ ਨੂੰ ਚੱਟ ਕੇ ਆਂਦਾ ਹੈ ਕਿ ਮੈਂ ਤੇ ਇੱਕ ਪ੍ਰਕਾਰ ਦੇ ਨਾਲ ਅੰਮ੍ਰਿਤ ਹੀ ਪੀ ਲਿਆ ਹੈ। ਇਵੇਂ ਉਹ ਅਗਿਆਨਤਾ ਵਸ ਵਿਸ਼ੇ ਵਿਕਾਰਾਂ 'ਚ ਲੀਨ ਹੋ ਕੇ ਇਵੇਂ ਦੀਆਂ ਗੱਲਾਂ ਕਰਦਾ ਹੈ ਕਿ ਮੈਂ ਬਹੁਤ ਕੁਝ ਪਾ ਲਿਆ ਹੈ। ਪਰ ਬ੍ਰਿਥਾ ਜਗਤ ਮੈਂ ਜਨਮ ਬਿਨਾ ਜਗਦੀਸ਼ ਗਵਾਇਓ, ਪਰ ਉਸ ਨੂੰ ਮੂਰਖ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਨੇ ਰੱਬ ਦੇ ਨਾਮ ਤੋਂ ਬਿਨਾਂ ਸਾਰਾ ਆਪਣਾ ਜੀਵਨ ਜਿਹੜਾ ਹੈ ਉਹ ਵਿਅਰਥ ਹੀ ਗਵਾ ਲਿਆ ਹੈ। ਰਾਣੀ ਬਾਚ ਰਿਖ ਜਾਹੀ ਤੇ ਪਹੇ ਨਿਰਪਤ ਜਾਹੀ ਉਪਜਾਏ। ਰਾਣੀ ਅੱਗੋਂ ਆਖਣ ਲੱਗੀ, ਹੇ ਰਾਜਨ, ਤੇ ਤੂੰ ਇਤਨਾ ਹੀ ਇਸਤਰੀ ਦੇ ਨਾਲ ਨਫ਼ਰਤ ਕਰਦਾ ਹੈ ਜੋਗੀ ਦੀਆਂ ਗੱਲਾਂ ਦੇ ਵਿੱਚ ਆ ਕੇ, ਤਾਂ ਇਹ ਵੀ ਸੱਚਾਈ ਸੁਣ ਲੈ ਕਿ ਵੱਡੇ ਵੱਡੇ ਰਿਸ਼ੀ ਜਿਹਨੇ ਜਿਸ ਜੋਗੀ ਨੇ ਤੈਨੂੰ ਉਪਦੇਸ਼ ਕੀਤਾ ਉਹ ਵੀ ਜੋਗੀ, ਤੇਰੇ ਵਰਗੇ ਵੱਡੇ ਵੱਡੇ ਰਾਜੇ ਇਸੇ ਇਸਤਰੀ ਦੇ ਮੂਤਰ ਮਾਰਗ ਦੇ ਰਾਹੀਂ ਹੀ ਬਾਹਰ ਆਏ ਹਨ, ਇਹ ਤੋਂ ਹੀ ਪੈਦਾ ਹੋਏ ਹਨ। ਵਿਆਸਾ ਦਿਕ ਸਭ ਚਤੁਰ ਇਹੀ ਮਾਰਗ ਹੋਏ ਆਏ। ਵੱਡੇ ਵੱਡੇ ਵੇਦ ਵਿਆਸ ਵਰਗੇ ਵੱਡੇ ਵੱਡੇ ਸਿਆਣੇ ਚਤੁਰ ਕਹਾਉਣ ਵਾਲੇ ਵਿਦਵਾਨ ਉਹ ਵੀ ਤਾਂ ਇਸੇ ਰਸਤੇ ਤੋਂ ਹੀ ਸੰਸਾਰ ਦੇ ਵਿੱਚ ਆਏ ਨੇ। ਪਰ ਸੇ ਜਾ ਕੇ ਬਿਨਾ ਕਹੋ ਜਗ ਮੈਂ ਕੋ ਵਾਹਿਓ, ਤੇ ਇਹ ਰਾਜਨ ਮੈਨੂੰ ਦੱਸ ਤਾਂ ਸਹੀ, ਇਸ ਰਸਤੇ ਨੂੰ ਛੂਹਣ ਤੋਂ ਬਿਨਾਂ ਕੌਣ ਇਸ ਸੰਸਾਰ ਦੇ ਵਿੱਚ ਆਇਆ ਹੈ। ਪ੍ਰਥਮ ਐਤ ਭਵ ਪਾਏ ਬਹੁਰ ਪਰਮੇਸ਼ਵਰ ਪਾਇਓ, ਸਭ ਤੋਂ ਪਹਿਲਾ ਮਨੁੱਖ ਜਿਹੜਾ ਹੈ ਇਸੇ ਰਸਤੇ ਨੂੰ ਹੀ ਛੂਹਦਾ ਹੈ, ਇਸੇ ਰਸਤੇ ਰਾਹੀਂ ਜਨਮ ਲੈਂਦਾ ਹੈ ਤੇ ਫਿਰ ਹੀ ਉਹ ਭਗਤੀ ਕਰਕੇ ਪ੍ਰਮਾਤਮਾ ਨੂੰ ਪਾਉਂਦਾ ਹੈ। ਤੇ ਤੂੰ ਐਵੇਂ
ਜੋਗੀ ਦੀਆਂ ਗੱਲਾਂ ਵਿੱਚ ਆ ਕੇ ਇਸ ਚੀਜ਼ ਨੂੰ ਨਿੰਦ ਨਾ, ਇਸਤਰੀ ਨੂੰ ਤੂੰ ਮਾੜਾ ਨਾ ਆਖ। ਦੋਹਰਾ ਅਤ ਚਾਤੁਰ ਰਾਣੀ ਸਮਤ ਬਾਤੈ ਕਹੀ ਅਨੇਕ। ਉਹ ਰਾਣੀ ਬਹੁਤ ਸਿਆਣੀ ਸੀ, ਉਸਨੇ ਬਹੁਤ ਗੱਲਾਂ ਕਰਕੇ ਵਿਚਾਰਾਂ ਕਰਕੇ ਰਾਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਰੋਗੀ ਕੇ ਪਥ ਜਿਉ ਨਿਰਪਤ ਮਾਨਤ ਭਇਓ ਨ ਏਕ। ਪਰ ਜਿਵੇਂ ਕਿਸੇ ਰੋਗੀ ਨੂੰ ਕੋਈ ਵੈਦ ਉਹਦਾ ਇਲਾਜ ਕਰਨ ਵਾਲਾ ਰੋਗੀ ਨੂੰ ਕੋਈ ਪਰਹੇਜ਼ ਦੱਸੇ ਕਿ ਜੇਕਰ ਕੋਈ ਰੋਗ ਉਸਨੂੰ ਕਿਸੇ ਇਨਸਾਨ ਨੂੰ ਕੋਈ ਰੋਗ ਹੋਵੇ ਤਾਂ ਉਹ ਵੈਦ ਜਿਹੜਾ ਡਾਕਟਰ ਹੈ, ਵੈਦ ਹੈ, ਉਹ ਕੋਈ ਨਾ ਕੋਈ ਪਰਹੇਜ਼ ਦੱਸਦਾ ਹੈ ਕਿ ਇਸ ਰੋਗ ਤੇ ਇਵੇਂ ਪਰਹੇਜ਼ ਕਰਨਾ, ਫਿਰ ਛੇਤੀ ਠੀਕ ਹੋ ਜਾਵੇਗਾ। ਪਰ ਜੇਕਰ ਕੋਈ ਰੋਗੀ ਵੈਦ ਦੇ ਦੱਸੇ ਹੋਏ ਪਰਹੇਜ਼ ਨੂੰ ਮੰਨੇ ਹੀ ਨਾ, ਬਿਲਕੁਲ ਇਸੇ ਪ੍ਰਕਾਰ ਰਾਜੇ ਦੇ ਉੱਪਰ ਰਾਣੀ ਦੀਆਂ ਕਿਸੇ ਵੀ ਗੱਲ ਦਾ ਕੋਈ ਅਸਰ ਹੀ ਨਾ ਹੋਇਆ। ਰਾਜਾ ਬਾਚ ਛੰਦ ਪੁਨ ਰਾਜੈ ਇਉਂ ਕਹੀ ਬਚਨ ਸੁਨ ਮੇਰੋ ਰਾਨੀ। ਫਿਰ ਰਾਜਾ ਆਖਣ ਲੱਗਾ, ਹੈ ਰਾਣੀ ਮੇਰੀ ਗੱਲ ਸੁਣ। ਬ੍ਰਹਮ ਗਿਆਨ ਕੀ ਬਾਤ ਕਛੂ ਤੈ ਨੈਕ ਨਾ ਜਾਨੀ। ਰਾਜਾ ਆਖਣ ਲੱਗਾ, ਹੈ ਰਾਣੀ ਤੂੰ ਰੰਚਕ ਮਾਤਰ ਵੀ ਬ੍ਰਹਮ ਗਿਆਨ ਦੀ ਵਿਚਾਰ ਨੂੰ ਸਮਝਿਆ ਹੀ ਨਹੀਂ। ਜੇ ਸਮਝਿਆ ਹੁੰਦਾ ਤਾਂ ਅੱਜ ਤੂੰ ਇਵੇਂ ਦੀਆਂ ਗੱਲਾਂ ਨਾ ਕਰਦੀ। ਕਹਾ ਬਾਪੁਰੀ ਤ੍ਰਿਆ ਨੇਹ ਜਾ ਸੋ ਅਤ ਕਰ ਹੈ। ਰਾਜਾ ਆਖਣ ਲੱਗਾ, ਇਹ ਵਿਚਾਰੀ ਇਸਤਰੀ ਵੀ ਕੀ ਹੈ, ਇਹਦੇ ਨਾਲ ਅਸੀਂ ਜਿਤਨਾ ਮਰਜ਼ੀ ਨੇਹ ਵਧਾਈਏ। ਮਹਾ ਮੂਤਰ ਕੋ ਧਾਮ ਬਹਾਸਿਆ ਗੇ ਤਿਹ ਧਰ ਹੈ। ਤੇ ਇਹ ਵੀ ਤਾਂ ਆਖਰ ਬਹੁਤ ਖੁਸ਼ ਹੋ ਕੇ ਆਪਣਾ ਮਹਾਮੂਤਰ ਵਾਲਾ ਘਰ ਜਿਹੜਾ ਹੈ ਉਹੀ ਇਨਸਾਨ ਦੇ ਅੱਗੇ ਕਰ ਦਿੰਦੀ ਹੈ। ਇਹ ਵੀ ਵਿਚਾਰੀ ਹੋਰ ਕੀ ਕਰ ਸਕਦੀ ਹੈ, ਇਹਦੀ ਸੱਚਾਈ ਸਿਰਫ ਇੰਨੀ ਕੁ ਹੀ ਹੈ। ਦੋਹਰਾ ਪੁਨ ਰਾਜੇ ਐਸੇ ਕਹਿਓ ਸੁਨਹੁ ਰਾਜਕੁਮਾਰ। ਫਿਰ ਰਾਜਾ ਆਖਣ ਲੱਗਾ, ਹੈ ਰਾਜਕੁਮਾਰੀ ਮੇਰੀ ਗੱਲ ਸੁਣ। ਜੋਗੀ ਤੁਮ ਜੋ ਸੋ ਕਹਿਓ ਸੋ ਮੁਹੇ ਕਹੋ ਸੁਧਾਰ। ਆਖਣ ਲੱਗਾ, ਹੈ ਰਾਣੀ ਜੋ ਵੀ ਜੋਗੀ ਨੇ ਤੈਨੂੰ ਗੱਲ ਦੱਸੀ ਹੈ ਉਹ ਮੈਨੂੰ ਚੰਗੀ ਤਰ੍ਹਾਂ ਦੱਸ ਦੇਣਾ ਕਰ। ਚਾਓ ਪਈ ਦੁਤੀਏ ਬਚਨ ਜੋਗੀ ਜੋ ਕਹਿਓ ਸੋ ਮੈਂ ਹਿਰਦੇ ਵੀ ਦ੍ਰਿੜ ਗਹਿਓ। ਰਾਣੀ ਆਖਣ ਲੱਗੀ, ਜੋ ਮੈਨੂੰ ਦੂਸਰੀ ਗੱਲ ਜੋਗੀ ਨੇ ਆਖੀ ਹੈ ਉਹ ਤਾਂ ਮੈਂ ਆਪਣੇ ਹਿਰਦੇ ਪੱਕੀ ਕਰ ਲਈ ਹੈ। ਜੋ ਤੁਮ ਕਹੋ ਸੋ ਬਚਨ ਬਖਾਨੇ ਤੁਮ ਜੋ ਸਾਚ ਜਾਨ ਜੀਏ ਮਾਨੋ। ਆਖਣ ਲੱਗੀ, ਹੈ ਰਾਜਨ ਜੇਕਰ ਤੂੰ ਚਾਹੁੰਦਾ ਹੈ ਕਿ ਮੈਂ ਤੈਨੂੰ ਜੋਗੀ ਦੀਆਂ ਗੱਲਾਂ ਦੱਸਾਂ ਤੇ ਜੋ ਮੈਂ ਫਿਰ ਆਖਾਂ ਉਸਨੂੰ ਸੱਚ ਕਰਕੇ ਮੰਨੀ ਵੀ। ਮੰਦਰ ਏਕ ਉਜਾਰ ਉਸਰਿਓ ਬੈਠੇ ਤਹਾਂ ਤਪੱਸਿਆ ਕਰਿਓ। ਕਿਉਂਕਿ ਜੋਗੀ ਨੇ ਇਹ ਆਖਿਆ ਸੀ ਕਿ ਮੰਦਰ ਦੇ ਜੰਗਲ ਦੇ ਵਿੱਚ ਇੱਕ ਮੰਦਰ ਬਣਾਉਣਾ, ਸੋਨੇ ਦਾ ਮੰਦਰ ਉਸਰਾਉਣਾ ਹੈ ਤੇ ਉੱਥੇ ਬੈਠ ਕੇ ਰਾਜਾ ਜਿਹੜਾ ਹੈ ਤਪੱਸਿਆ ਕਰੇ। ਹਾਉ ਤਹ ਔਰ ਮੂਰ ਧਰ ਐ ਹੋ ਬ੍ਰਹਮ ਗਿਆਨ ਨਿਰਪਕੋ ਸਮਝੈ ਹੋ। ਤੇ ਉਸ ਮੰਦਰ ਦੇ ਵਿੱਚ ਮੈਂ ਮੂਰਤੀ ਦੇ ਰਾਹੀਂ ਰਾਜੇ ਨੂੰ ਬ੍ਰਹਮ ਗਿਆਨ ਦੀਆਂ ਗੱਲਾਂ ਸਮਝਾਵਾਂ ਕਰਾਂਗਾ। ਦੋਹਰਾ ਬਾਣੀ ਤਹਾਂ ਆਕਾਸ਼ ਕੀ ਹੋਇ ਹੈ ਤੁਮੈ ਬਨਾਏ। ਤਬ ਤੁਮ ਸਤ ਪਛਾਨਿਓ ਜੋਗੀ ਪਹੁੰਚਿਓ ਆਏ। ਤਦ ਉਸ ਰਾਣੀ ਨੇ ਰਾਜੇ ਨੂੰ ਗੱਲਾਂ ਸਮਝਾਈਆਂ ਕਿ ਮੈਨੂੰ ਜੋਗੀ ਨੇ ਗੱਲ ਆਖੀ ਸੀ ਜਿਸ ਵੇਲੇ ਆਕਾਸ਼ਬਾਣੀ ਹੋਵੇ ਮੰਦਰ ਵਿੱਚ ਬੈਠਿਆਂ ਹੋਇਆਂ ਨੂੰ, ਤੇ ਉਸ ਵੇਲੇ ਸਮਝ ਲੈਣਾ ਜੋ ਸਾਨੂੰ ਬ੍ਰਹਮ ਗਿਆਨ ਦਾ ਉਪਦੇਸ਼ ਕਰਨ ਵਾਲੇ ਜੋਗੀ ਜੀ ਹਨ ਉਹ ਆ ਪਹੁੰਚੇ ਨੇ। ਚਾਓ ਪਈ ਰਾਣੀ ਬਨ ਮੈਂ ਸਦਨ ਸਵਾਰਿਓ ਛਾਤ ਬੀਚ ਰੋ ਜਨ ਇਕ ਧਾਰਿਓ। ਰਾਣੀ ਨੇ ਜੰਗਲ ਦੇ ਵਿੱਚ ਇੱਕ ਮੰਦਰ ਬਣਾਇਆ ਤੇ ਛੱਤ ਵਿੱਚ ਇੱਕ ਬਹੁਤ ਵੱਡਾ ਖੋਲ ਰੱਖ ਲਿਆ। ਜਾ ਕੇ ਵਿਖੇ ਮਨੁੱਖ ਛਪ ਰਹਿ ਜੋ ਚਾਹੈ ਜਿਤ ਮੈਂ ਸੋ ਕਹਿ। ਜਿਹਦੇ ਵਿੱਚ ਮਨੁੱਖ ਭਲੀ ਭਾਂਤ ਛੁਪ ਸਕਦਾ ਸੀ, ਜੋ ਵੀ ਉਹਦੇ ਚਿੱਤ ਵਿੱਚ ਗੱਲ ਹੋਵੇ ਉਹ ਆਖ ਸਕਦਾ ਸੀ। ਬੈਠੇ ਤਰੇ ਨਜ਼ਰ ਨਹਿ ਆਵੈ ਬਾਣੀ ਨਭੀ ਕੀ ਲਖ ਜਾਵੈ। ਉਹ ਖੋਲ ਇਉਂ ਬਣਾਇਆ ਗਿਆ ਸੀ ਕਿ ਉਹਦੇ 'ਚ ਬੈਠਾ ਹੋਇਆ ਇਨਸਾਨ ਮੰਦਰ ਦੇ ਵਿੱਚ ਹੇਠਾਂ ਬੈਠੇ ਹੋਏ ਲੋਕਾਂ ਨੂੰ ਦਿਖਾਈ ਨਹੀਂ ਪੈਂਦਾ ਸੀ। ਜੇ ਰਾਜਾ ਉੱਥੇ ਬੈਠਾ ਹੋਵੇ, ਰਾਣੀ ਬੈਠੀ ਹੋਵੇ, ਉਹਨਾਂ ਨੂੰ ਉਹ ਇਨਸਾਨ ਦਿਖਾਈ ਨਹੀਂ ਪੈਂਦਾ ਸੀ ਤੇ ਜੋ ਵੀ ਉਹ ਗੱਲ ਕਰਦਾ ਉਹ ਸਭ ਨੂੰ ਆਕਾਸ਼ਬਾਣੀ ਪ੍ਰਤੀਤ ਹੁੰਦੀ ਸੀ।
रानी तहाँ पुरख बैठायो अमृत दरब दै ताहे सिखायो। ਰਾਣੀ ਨੇ ਉਸ ਖੋਲ ਦੇ ਵਿੱਚ ਵਿਉਂਤ ਅਨੁਸਾਰ ਇੱਕ ਇਨਸਾਨ ਨੂੰ ਉੱਥੇ ਬਿਠਾਇਆ ਹੈ। ਬਹੁਤ ਸਾਰਾ ਧਨ ਦੌਲਤ ਦੇ ਹਰੀ ਗੱਲ ਸਮਝਾਈ ਕਿ ਕਿਵੇਂ ਕਰਕੇ ਗਾਹ ਵਿਚਾਰ ਕਰਨੀ ਹੈ। ਦੋਹਰਾ ਏਕ ਪੁਰਖ ਚਾਕਰ ਹੁੱਤੋ ਨਾਮ ਸਿੰਘ ਅਨੂਪ। ਉਸਦਾ ਨਾਮ ਸੀ ਅਨੂਪ ਸਿੰਘ, ਜਿਸਨੂੰ ਕਿ ਰਾਣੀ ਨੇ ਪੈਸਾ ਦੇ ਕੇ ਹਰ ਵਿਉਂਤ ਸਮਝਾਈ ਹੋਈ ਸੀ। ਵਹਿ ਜੁਗੀਆ ਕੀ ਬੈਸ ਥੋ ਤਾਂ ਕੀ ਸਕਲ ਸਰੂਪ। ਤੇ ਉਸ ਮਨੁੱਖ ਦਾ ਬਾਹਰੀ ਮੁਹਾਂਦਰਾ ਸ਼ਕਲ ਜਿਹੜੀ ਸੀ ਉਹ ਜੋਗੀ ਦੇ ਉੱਪਰ ਹੀ ਪੈਂਦੀ ਸੀ, ਜਿਸ ਜੋਗੀ ਦੇ ਮਗਰ ਲਾ ਕੇ ਰਾਜਾ ਆਪਣਾ ਰਾਜ ਭਾਗ ਸਾਰਾ ਕੁਝ ਹੀ ਛੱਡ ਰਿਹਾ ਸੀ। ਚਾਹੋ ਪਈ ਤਾਂ ਸੋ ਕਹਿਓ ਨ੍ਰਿਪ ਹੈ ਸਮਝਈਓ, ਤੁਮ ਜੋਗੀ ਆਪੇ ਠਹਿਰਈਓ। ਰਾਣੀ ਨੇ ਉਸ ਨੂੰ ਆਖਿਆ ਕਿ ਤੂੰ ਜੋਗੀ ਬਣ ਕੇ ਰਾਜੇ ਨੂੰ ਸਾਰੀਆਂ ਗੱਲਾਂ ਸਮਝਾਉਣੀਆਂ ਹਨ। ਕਯੋ ਹੂੰ ਨ੍ਰਿਪਹਿ ਮੋਰ ਕਰ ਲਿਆਵੋ, ਜੋ ਕਛ ਮੁਖ ਮੰਗੋ ਸੋ ਪਾਵੋ। ਤੇ ਜੇਕਰ ਤੁਸੀਂ, ਕਿਉਂਕਿ ਰਾਜੇ ਨੇ ਕੇਵਲ ਜੇਕਰ ਗੱਲ ਮੰਨਣੀ ਹੈ, ਜੋਗੀ ਦੀ ਗੱਲ ਮੰਨਣੀ ਹੈ, ਤੇ ਹੁਣ ਸਾਰੇ ਵਿਉਂਤ ਕਿਵੇਂ ਬਣਾ ਰਹੇ ਆ ਕਿ ਰਾਜੇ ਨੂੰ ਇਹੀ ਪ੍ਰਤੀਤ ਹੋਵੇ ਕਿ ਇਹ ਸਾਰੀ ਗੱਲ ਮੈਨੂੰ ਜੋਗੀ ਹੀ ਆਖ ਰਿਹਾ ਹੈ। ਤੇ ਜੇਕਰ ਤੁਸੀਂ ਰਾਜੇ ਨੂੰ ਆਪਣੇ ਗੱਲਾਂ ਵਿੱਚ ਲਿਆ ਕੇ ਵਾਪਸ ਘਰ ਮੋੜ ਕੇ ਲੈ ਆਉਂਦੇ ਹੋ, ਜੋ ਤੁਸੀਂ ਮੂੰਹ ਮੰਗੋਗੇ ਮੈਂ ਤੁਹਾਨੂੰ ਉਹੀ ਇਨਾਮ ਦੇਣ ਨੂੰ ਤਿਆਰ ਹਾਂ। ਦੋਹਰਾ ਜਬ ਤਾਂ ਸੋ ਐਸੋ ਬਚਨ ਰਾਣੀ ਕਹਿਓ ਬੁਲਾਏ, ਚਤੁਰ ਪੁਰਖ ਆਗੇ ਹੁਤੋ ਸਕਲ ਭੇਦ ਗਇਓ ਪਾਏ। ਜਦ ਰਾਣੀ ਨੇ ਉਸ ਨੂੰ ਇਵੇਂ ਕਰਕੇ ਸਾਰੀ ਗੱਲ ਬਾਤ ਵਿਚਾਰ ਸਮਝਾਉਣਾ ਕੀਤੀ, ਉਹ ਇਨਸਾਨ ਬਹੁਤ ਚਲਾਕ ਸੀ, ਸਿਆਣਾ ਸੀ, ਚਤੁਰ ਸੀ। ਉਹ ਮਿੰਟਾਂ ਦੇ ਵਿਉਂਤ ਘੜ ਲਈ ਕਿਵੇਂ ਕਰਕੇ ਵਿਚਾਰਾਂ ਕਰਨੀਆਂ ਹਨ ਕਿ ਰਾਜੇ ਨੂੰ ਕੋਈ ਸ਼ੱਕ ਵੀ ਨਾ ਹੋਵੇ ਤੇ ਉਸਨੂੰ ਮੋੜ ਕੇ ਘਰ ਵਿੱਚ ਵੀ ਲੈ ਕੇ ਆਉਣਾ ਹੈ। ਉਹ ਇਸ ਗੱਲ ਦੇ ਸਾਰੇ ਭੇਦ ਨੂੰ ਮਿੰਟਾਂ ਦੇ ਵਿੱਚ ਹੀ ਸਮਝ ਗਿਆ ਹੈ। ਚਾਹੋ ਪਈ ਤਬ ਰਾਣੀ ਰਾਜਾ ਪਹਿ ਆਈ, ਲੀਨੇ ਦਵੈ ਕੰਥਾ ਕਰਵਾਈ। ਫਿਰ ਰਾਣੀ ਰਾਜੇ ਕੋਲ ਆਈ ਹੈ ਤੇ ਰਾਣੀ ਨੇ ਦੋ ਜਿਹੜੀਆਂ ਕਫਣੀਆਂ ਹਨ ਮੰਗਵਾ ਲੀਆਂ। ਇੱਕ ਤੁਮ ਧਰੋ ਇੱਕ ਹਉ ਧਰਹੁ, ਤੁਮਰੇ ਸੰਗ ਤਪੱਸਿਆ ਕਰਹੁ। ਰਾਣੀ ਆਖਣ ਲੱਗੀ ਇੱਕ ਖਫਣੀ ਤੁਸੀਂ ਲੈ ਲਵੋ, ਇੱਕ ਮੈਨੂੰ ਦੇ ਦਿਓ, ਇੱਕ ਤੁਸੀਂ ਪਹਿਨ ਲਵੋ, ਇੱਕ ਮੈਂ ਪਹਿਨ ਲੈਂਦੀ ਹਾਂ, ਤੇ ਮੈਂ ਵੀ ਤੁਹਾਡੇ ਨਾਲ ਜਾ ਕੇ ਜੰਗਲ ਦੇ ਵਿੱਚ ਤਪੱਸਿਆ ਕਰਾਂਗੀ। ਦੋਹਰਾ ਜਬ ਰਾਣੀ ਐਸੇ ਕਹਿਓ ਤਬ ਰਾਜਾ ਮੁਸਕਹਾਏ। ਤੇ ਫਿਰ ਰਾਣੀ ਨੇ ਇਵੇਂ ਕਰਕੇ ਬਚਨ ਕੀਤਾ ਤਾਂ ਰਾਜਾ ਹੱਸ ਪਿਆ। ਜੋ ਤਾਂ ਸੋ ਬਾਤ ਤੈਂ ਕਰੀ, ਸੋ ਤੁਹੇ ਕਹੋ ਸੁਣਾਏ। ਰਾਜਾ ਆਖਣ ਲੱਗਾ, ਹੈ ਰਾਣੀ, ਜੋ ਵਿਚਾਰ ਤੇਰੇ ਨਾਲ ਜੋਗੀ ਨੇ ਕੀਤੀ ਹੈ ਮੈਨੂੰ ਦੱਸ, ਤੂੰ ਪੂਰੀ ਗੱਲ ਮੈਨੂੰ ਹਾਲੇ ਤੱਕ ਦੱਸੀ ਨਹੀਂ। ਸਵਈਆ ਹੈ ਬਨ ਕੋ ਬਸ ਬੋ ਦੁਖ ਕੋ, ਕਹੋ ਸੁੰਦਰ ਤੂੰ ਸੰਗ ਕਹਿਓ ਨਿਭੈ ਹੈ। ਰਾਜਾ ਆਖਣ ਲੱਗਾ, ਹੈ ਰਾਣੀ, ਤੂੰ ਤਾਂ ਮੈਨੂੰ ਜੰਗਲ ਵਿੱਚ ਜਾਣ ਤੋਂ ਰੋਕ ਰਹੀ ਸੀ, ਤੇ ਹੁਣ ਤੇਰਾ ਕਿਵੇਂ ਮਨ ਬਣ ਗਿਆ ਹੈ ਕਿ ਮੈਂ ਵੀ ਜੰਗਲ ਦੇ ਵਿੱਚ ਜਾ ਕੇ ਤਪੱਸਿਆ ਕਰਾਂਗੀ। ਮੈਨੂੰ ਦੱਸ ਤਾਂ ਸਹੀ ਕਿ ਤੈਨੂੰ ਵੀ ਕੋਈ ਯੋਗੀ ਨੇ ਉਪਦੇਸ਼ ਤਾਂ ਨਹੀਂ ਕੀਤਾ, ਕੀ ਵਿਚਾਰਾਂ ਹੋਈਆਂ ਸਨ, ਮੈਨੂੰ ਦੱਸ ਤਾਂ ਸਹੀ। ਕਿਉਂਕਿ ਜੰਗਲ ਦਾ ਵਾਸਾ ਜਿਹੜਾ ਹੈ ਬੜਾ ਦੁਖਦਾਈ ਹੈ, ਉੱਥੇ ਭਲਾ ਤੂੰ ਕਿਵੇਂ ਰਹਿ ਪਾਵੇਂਗੀ। ਸੀਤ ਤੁਸਾਰ ਪਰੈ ਤਨ ਪੈ, ਸੋ ਇਤੋ ਤਬ ਤੋਂ ਹਠਹੂ ਨਾ ਗਹਿ ਹੈ। ਤੇ ਰਾਜਾ ਆਖਣ ਲੱਗਾ ਕਿ ਉੱਥੇ ਠੰਡ ਹੈ, ਤੂਫਾਨ ਵੀ ਆਉਣਗੇ, ਤੇ ਸਾਰਾ ਕੁਝ ਇਵੇਂ ਦੁੱਖਦਾਈ ਤੂੰ ਆਪਣੇ ਸਰੀਰ ਦੇ ਉੱਪਰ ਕਿਵੇਂ ਸਹੇਗੀ, ਤੇ ਹੱਠ ਕਰਕੇ ਤੂੰ ਸਾਰਾ ਕੁਝ ਕਿਵੇਂ ਬਰਦਾਸ਼ਤ ਕਰ ਪਾਏਂਗੀ। ਸਾਲਤ ਮਾਲ ਬੜੇ ਜਹ ਬਿਆਲ, ਨਿਹਾਲਤ ਨੈ ਬਹੁਦਾ ਪਲ ਲੈ ਹੈ। ਤੇ ਆਖਣ ਲੱਗਾ ਉੱਥੇ ਰੁੱਖਾਂ ਜਿੱਡੇ ਵੱਡੇ ਵੱਡੇ ਸੱਪ ਨੇ, ਜਿਨ੍ਹਾਂ ਨੂੰ ਵੇਖ ਕੇ ਹੀ ਤੂੰ ਡਰ ਉੱਠੇਗੀ, ਤੂੰ ਕਿਵੇਂ ਉੱਥੇ ਲੈ ਕੇ ਭਗਤੀ ਕਰ ਪਾਵੇਂਗੀ। ਤੂੰ ਸੁਕਮਾਰ ਕਰੀ ਕਰਤਾਰ, ਸੁਹਾਰ ਪਰੇ ਤੁਹੇ ਕੌਣ ਉਠੈ ਹੈ। ਰਾਜਾ ਆਖਣ ਲੱਗਾ ਤੂੰ ਬਹੁਤ ਹੀ ਸੋਹਲ ਸਰੀਰ ਦੀ ਏ, ਜੇਕਰ ਤੂੰ ਕਿਤੇ ਡਿੱਗ ਪਈ, ਤੈਨੂੰ ਕੋਈ ਸੱਟ ਪੈਟ ਲੱਗ ਗਈ, ਤੈਨੂੰ ਫਿਰ ਤੂੰ ਕੌਣ ਸਾਂਭੇਗਾ। ਰਾਣੀ ਬਾਚ ਸੀਤ ਸਮੀਰ ਸਹੋਂ ਤਨ ਪੈ, ਸੁਨ ਨਾਥ ਤੁਮੈ ਅਬ ਛਾੜ ਨ ਜੈ ਹੋ।
ਰਾਣੀ ਆਖਣ ਲੱਗੀ, ਹੇ ਨਾਥ, ਮੈਂ ਤੁਹਾਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਤੁਸੀਂ ਜੰਗਲ 'ਤੇ ਨਾ ਜਾਵੋ, ਘਰ ਦੇ ਵਿੱਚ ਰਹੋ, ਪਰ ਤੁਸੀਂ ਮੇਰੀ ਇੱਕ ਵੀ ਗੱਲ ਮੰਨੀ ਨਹੀਂ। ਤੇ ਹੁਣ ਮੈਂ ਫੈਸਲਾ ਕੀਤਾ ਹੈ, ਜੇ ਤੁਸੀਂ ਜੰਗਲ ਦੇ ਵਿੱਚ ਜਾਓਗੇ ਤਾਂ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗੀ। ਮੈਂ ਵੀ ਠੰਡੀ ਹਵਾ ਦੇ ਝੋਲੇ ਹਨ ਚੱਲਾਂਗੀ, ਪਰ ਮੈਂ ਤੁਹਾਡਾ ਸਾਥ ਨਹੀਂ ਛੱਡਾਂਗੀ। ਸਾਲਤ ਮਾਲ ਬੜੇ ਜਹ ਬਿਆਲ, ਨਿਹਾਲਤ ਨੈ ਕਛ ਨਾ ਡਰ ਪੈ ਹੂੰ। ਤੇ ਭਾਵੇਂ ਉੱਥੇ ਰੁੱਖਾਂ ਵਰਗੇ ਵੱਡੇ ਵੱਡੇ ਸੱਪ ਵੀ ਕਿਉਂ ਨਾ ਹੋਣ, ਮੈਂ ਉਹਨਾਂ ਨੂੰ ਵੇਖ ਕੇ ਬਿਲਕੁਲ ਵੀ ਡਰਾਂਗੀ ਨਹੀਂ। ਰਾਜ ਤਜੋ ਸਜ ਸਾਸ ਤਪੋ, ਤਨ ਲਾਜ ਪਰੇ ਪ੍ਰਭ ਸੰਗ ਸਦਹਿ ਹਉ। ਆਖਣ ਲੱਗੀ, ਮੈਂ ਵੀ ਰਾਜ ਭਾਗ ਛੱਡ ਕੇ ਤਪੋ ਧਨ ਦੀ ਪ੍ਰਾਪਤੀ ਵਾਸਤੇ ਹੀ ਤੁਹਾਡੇ ਨਾਲ ਜੰਗਲ ਦੇ ਵਿੱਚ ਜਾਵਾਂਗੀ। ਮੈਂ ਵੀ ਹੁਣ ਇੱਥੇ ਇਕੱਲੀ ਨਹੀਂ ਰਹਾਂਗੀ। ਬਾਤ ਇਹ ਦੁਖ ਗਾਤ ਸਹੋ, ਬਦ ਨਾਇਕ ਕੇ ਸੰਗ ਪਾਤ ਚਬੈ ਹਉ। ਤੇ ਮੈਂ ਵੀ ਆਪਣੇ ਸਰੀਰ ਦੇ ਉੱਪਰ ਤੁਹਾਡੇ ਵਾਂਗ ਦੁੱਖ ਝੱਲਾਂਗੀ ਤੇ ਜੰਗਲ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਲਵਾਂਗੀ। ਤੁਹਾਡੇ ਨਾਲ ਹੀ ਰਹਾਂਗੀ, ਤੁਹਾਡਾ ਸਾਥ ਨਹੀਂ ਛੱਡਾਂਗੀ। ਰਾਜਾ ਬਾਚ ਦੋਹਰਾ, ਰਾਜ ਭਲੀ ਬਦ ਰਾਖਿਓ, ਨਾਥ ਸੰਭਰਿਓ ਨਿਤ, ਸੁਤ ਸੇਵਾ ਅਨਤ ਕੀਜਿਓ, ਬਚਨ ਧਾਰਿਓ ਚਿਤ। ਰਾਜਾ ਆਖਣ ਲੱਗਾ, ਹੈ ਰਾਣੀ, ਐਵੇਂ ਹੀ ਹੱਠ ਨਾ ਕਰ, ਤੂੰ ਇੱਥੇ ਹੀ ਰਹਿਣਾ ਕਰ। ਮਗਰੋਂ ਮੇਰੇ ਤੋਂ ਬਾਅਦ ਸਾਰਾ ਰਾਜ ਭਾਗ ਤੂੰ ਹੀ ਸਾਂਭਣਾ ਹੈ। ਆਪਣੇ ਬੱਚਿਆਂ ਦੀ ਪਾਲਣਾ ਪੋਸਣਾ ਕਰ ਤੇ ਪ੍ਰਮਾਤਮਾ ਨੂੰ ਇੱਥੇ ਬੈਠ ਕੇ ਹੀ ਯਾਦ ਕਰ ਲਵੀਂ। ਸਵਈਆ ਰਾਜ ਤਜੋ ਸਜ ਸਾਧ ਤਪੋ, ਧਨ ਕਾਜ ਨ ਬਾਸਵ ਕੀ ਠਕੁਰਾਈ। ਰਾਜਾ ਆਖਣ ਲੱਗਾ ਕਿ ਰਾਜ ਭਾਗ ਛੱਡ ਕੇ ਤਪ ਸਥਾਨ ਲਈ ਤਿਆਰ ਹੋ ਕੇ ਹੁਣ ਜਦ ਮੈਂ ਚੱਲਾ ਹਾਂ, ਸਾਰਾ ਰਾਜ ਭਾਗ ਮੈਂ ਤਿਆਗਿਆ ਹੈ, ਮੈਂ ਤਪੱਸਿਆ ਕਰਨ ਨੂੰ ਜਾ ਰਿਹਾ ਹਾਂ। ਤਾਂ ਮੈਨੂੰ ਤਾਂ ਹੁਣ ਜੇਕਰ ਕੋਈ ਇੰਦਰ ਦਾ ਵੀ ਰਾਜ ਭਾਗ ਦੇ ਦੇਵੇ ਤਾਂ ਮੈਂ ਉਸ ਨੂੰ ਵੀ ਠੋਕਰ ਮਾਰਨ ਵਾਸਤੇ ਤਿਆਰ ਹਾਂ। ਮੈਨੂੰ ਕਿਉਂਕਿ ਹੁਣ ਜੋਗ ਹੀ ਚੰਗਾ ਲੱਗਦਾ ਹੈ। ਮੈਨੂੰ ਤਾਂ ਇੰਦਰ ਦਾ ਰਾਜ ਭਾਗ ਵੀ ਪਸੰਦ ਨਹੀਂ, ਮੈਨੂੰ ਉਹ ਵੀ ਲੈਣਾ ਕਬੂਲ ਨਹੀਂ। ਅਸਵ ਪਦਾਰਥ ਬਨੇ ਬਨ ਬਾਰੁਣ, ਚਾਹਤ ਹੋ ਨਾ ਕਛੂ ਪ੍ਰਭਤਾਈ। ਤੇ ਰਾਜਾ ਆਖਣ ਲੱਗਾ ਕਿ ਮੈਂ ਘੋੜੇ, ਹਾਥੀ, ਪੈਦਲ ਬਾਦਸ਼ਾਹੀ, ਇਹ ਮੈਂ ਕੁਝ ਵੀ ਨਹੀਂ ਚਾਹੁੰਦਾ ਕਿ ਮੇਰੇ ਨਾਲ ਘੋੜੇ ਜਾਵਣ, ਘੋੜਸਵਾਰ ਜਾਣ, ਮੇਰੇ ਨਾਲ ਹਾਥੀ ਉੱਪਰ ਕੋਈ ਚੜ੍ਹ ਕੇ ਜਾਵੇ, ਮੈਂ ਆਪ ਬਾਦਸ਼ਾਹੀ ਠਾਠ ਬਾਠ ਨਾ ਤੁਰਾਂ। ਮੈਨੂੰ ਕੁਝ ਵੀ ਹੁਣ ਚੰਗਾ ਨਹੀਂ ਲੱਗਦਾ। ਬਾਲਕ ਬਾਰ ਤਜੇ ਬਰ ਨਾਰ, ਤਜੋ ਸਸੁਰਾਰ ਜਹੈ ਠਹਰਾਈ। ਤੇ ਮੈਂ ਹੁਣ ਇੱਕ ਜੋਗ ਦੇ ਕਰਕੇ ਆਪਣੇ ਲੜਕੇ ਲੜਕੀਆਂ, ਆਪਣੀ ਚੰਗੀ ਇਸਤਰੀ ਸਭ ਕੁਝ ਹੀ ਤਿਆਗਦਾ ਹਾਂ। ਤੇ ਇਸੇ ਪ੍ਰਕਾਰ ਮੈਂ ਲੜਾਈਆਂ ਝਗੜੇ ਸਾਰਾ ਕੁਝ ਹੀ ਤਿਆਗ ਰਿਹਾ ਹਾਂ। ਤੇ ਇਹੀ ਗੱਲ ਮੈਂ ਆਪਣੇ ਮਨ ਦੇ ਵਿੱਚ ਨਿਸ਼ਚੇ ਕਰਕੇ ਪਕਾ ਲਈ ਹੈ। ਜਾਏ ਬਸੋ ਬਨ ਮੈਂ ਸੁਖ ਸੋ, ਸੁਰ ਸੁੰਦਰ ਆਜ ਇਹ ਮਨ ਪਹਾਈ। ਤੇ ਇਹ ਰਾਜਕੁਮਾਰੀ ਸੁਣ, ਮੈਂ ਜੰਗਲ ਦੇ ਵਿੱਚ ਹੁਣ ਸੁੱਖ ਨਾਲ ਜਾ ਕੇ ਵਸਾਂਗਾ ਤੇ ਮੇਰੇ ਮਨ ਦੇ ਵਿੱਚ ਇਹੀ ਗੱਲ ਚੰਗੀ ਲੱਗੀ ਹੈ। ਮੈਨੂੰ ਜੋਗ ਹੀ ਚੰਗਾ ਲੱਗਦਾ ਹੈ, ਮੈਨੂੰ ਰਾਜ ਭਾਗ ਹੁਣ ਚੰਗਾ ਨਹੀਂ ਲੱਗਦਾ। ਦੋਹਰਾ ਜੋ ਇਸਤਰੀ ਪਤ ਛਾੜ ਕੇ, ਬਸਤ ਧਾਮ ਕੇ ਮਾਹੇ। ਰਾਣੀ ਅੱਗੋਂ ਆਖਣ ਲੱਗੀ, ਹੈ ਰਾਜਨ, ਠੀਕ ਹੈ, ਤੁਹਾਡਾ ਮਨ ਬਣਿਆ ਹੈ ਕਿ ਤੁਸੀਂ ਜੋਗ ਹੀ ਕਮਾਉਣਾ ਹੈ, ਰਾਜ ਭਾਗ ਤੁਹਾਨੂੰ ਚੰਗਾ ਨਹੀਂ ਲੱਗਦਾ, ਪਰ ਮੇਰੀ ਵੀ ਗੱਲ ਸੁਣੋ। ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਘਰ ਦੇ ਵਿੱਚ ਵਸਦੀ ਹੈ, ਤਿਨ ਕੋ ਆਗੇ ਸਵਰਗ ਕੇ ਭੀਤਰ ਬੈਠ ਬਨਾਹੇ। ਜੋ ਆਪਣੇ ਪਤੀ ਦਾ ਤਿਆਗ ਕਰ ਦਿੰਦੀ ਹੈ ਜਿਹੜੀ ਇਸਤਰੀ, ਉਹਨੂੰ ਅੱਗੇ ਸਵਰਗ ਦੇ ਵਿੱਚ ਕਦਾਚਿਤ ਵੀ ਬੈਠਣ ਨਹੀਂ ਦਿੱਤਾ ਜਾਂਦਾ, ਉਸ ਨੂੰ ਕਦੇ ਵੀ ਮਾਣ ਨਹੀਂ ਮਿਲਦਾ। ਰਾਣੀ ਬਾਚ ਕਬਿਤ ਬਾਲਕਨ ਬੋਰੋ, ਰਾਜ ਇੰਦਰ ਹੂੰ ਗੋ ਛੋਰੋ, ਔਰ ਭੂਖ ਨਨ ਤੋਰੋ, ਕਠਨਾਈ ਐਸੀ ਚੱਲ ਹੂੰ। ਰਾਣੀ ਆਖਣ ਲੱਗੀ, ਹੈ ਰਾਜਨ, ਮੈਂ ਹੁਣ ਤੁਹਾਡੇ ਪਿੱਛੇ ਤੇ ਜੋਗ ਦੀ ਖਾਤਰ ਬੱਚਿਆਂ ਨੂੰ ਵੀ ਡੋਬ ਦਿਆਂਗੀ। ਇੰਦਰ ਦਾ ਰਾਜ ਭਾਗ ਮੈਨੂੰ ਕੋਈ ਦੇਵੇ, ਮੈਂ ਉਹ ਵੀ ਛੱਡਣ ਨੂੰ ਤਿਆਰ ਹਾਂ। ਇਹ ਸਾਰੇ ਗਹਿਣੇ ਮੈਂ ਤੋੜ ਦੇਵਾਂਗੀ। ਜਿੰਨੀਆਂ ਕਠਿਨਾਈਆਂ ਮੁਸ਼ਕਲਾਂ ਮੈਨੂੰ ਆਉਣਗੀਆਂ ਜੰਗਲ ਦੇ ਜੀਵਨ ਵਿੱਚ, ਉਹ ਸਾਰੀਆਂ ਆਪਣੇ ਸਰੀਰ ਦੇ ਉੱਤੇ ਝੱਲ ਵੀ ਲਵਾਂਗੀ। ਪਾਤ ਫਲ ਖੈਹੋ ਸਿੰਘ ਸਾਪ ਤੇ ਡਰੈ ਹੋ, ਨਾਹਿ ਬਿਨ ਪ੍ਰਾਨ ਪਿਆਰੇ, ਕਿਹ ਮਹਚਲ ਮੈਂ ਗਲ ਹੋ। ਆਖਣ ਲੱਗੀ,
मैं जंगल दे पत्ते ते फल तोड़ के खा लवांगी। मैं सप्पां दे कोलों ते शेरां दे कोलों डरांगी नहीं कि सिंह साप ते डरै होना है। मैं डरांगी नहीं, पर अपने प्राणां तो प्यारे पति नूं ਉਹਦਾ ਤਿਆਗ ਨਹੀਂ ਕਰਾਂਗੀ ਤੇ ਉਹ ਤੋਂ ਬਿਨਾਂ ਤਾਂ ਮੈਂ ਹਿਮਾਲਿਆ ਪਹਾੜ ਵਿੱਚ ਵੀ ਗਲ ਜਾਵਾਂਗੀ। ਜੇਕਰ ਪਤੀ ਮੇਰੇ ਨਾਲ ਨਹੀਂ ਹੈ ਤੇ ਮੇਰਾ ਜੀਣਾ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਵਿਅਰਥ ਹੈ। ਮੇਰਾ ਸਾਰਾ ਕੁਝ ਹੀ ਵਿਅਰਥ ਹੋ ਜਾਵੇਗਾ। ਮੈਂ ਆਪਣੇ ਪਤੀ ਦੇ ਨਾਲ ਹੀ ਹਰ ਕਸ਼ਟ ਸਹਾਰਨ ਨੂੰ ਤਿਆਰ ਹਾਂ। ਜੋ ਨ ਹੋ ਸੋ ਹਵੈ ਹਾ ਮੁਖ ਦੇਖੋ ਪਾਛੇ ਚਲੀ ਜੈ ਹੋ ਨਾ ਤੋ ਬੇਰ ਹਾਗਨ ਕੀ ਆਗ ਬੀਚ ਬਲ ਹਾਂ। ਤੇ ਆਖਣ ਲੱਗੀ ਕਿ ਜੋ ਵੀ ਹੁੰਦਾ ਹੈ ਉਹ ਹੁਣ ਤੁਸੀਂ ਹੋਣ ਦਿਓ। ਮੈਂ ਵੀ ਤੁਹਾਡੇ ਵੱਲ ਵੇਖ ਵੇਖ ਕੇ ਤੁਹਾਡੇ ਪਿੱਛੇ ਚਲੀ ਜਾਵਾਂਗੀ ਤੇ ਤੁਹਾਡੇ ਵਿਛੋੜੇ ਦੀ ਅੱਗ ਵਿੱਚ ਹੀ ਸੜ ਮਰਾਂਗੀ। ਕੌਣ ਕਾਜ ਰਾਜ ਹੂੰ ਕੋ ਸਾਜ ਮਹਾਰਾਜ ਬਿਨ ਨਾਥ ਜੂ ਤਿਹਾਰੋ ਰਹੇ ਰਹੋ ਚਲੇ ਚਾਲ ਹੂੰ। ਆਖਣ ਲੱਗੀ ਜੇਕਰ ਰਾਜਾ ਹੀ ਨਾ ਰਿਹਾ ਤਾਂ ਇਹ ਰਾਜ ਭਾਗ ਕਿਹੜੇ ਕੰਮ ਹੈ। हे मेरे प्यारे, आप रहोगे तो मैं भी राज भाग च रहांगी, पर जे तुसी चले जाओगे तो मैं भी नाल जावांगी। सवैया देस तजो कर भेस तपो तन केस मरोर जटान सवारों। आखन लगी मैं भी अपने देश नूं छड्ड के तपस्वी दा भेस बना के जटावां धारण कर लवांगी। लेस करो ना कछु धन को प्रभ की पनिया पर हवै तनवारो। ਤੇ ਮੈਂ ਵੀ ਤੁਹਾਡੇ ਨਿਆਈ ਧਨ ਦਾ ਜਰਾ ਮੋਹ ਨਹੀਂ ਕਰਾਂਗੀ ਤੇ ਆਪਣੇ ਪਿਆਰੇ ਦੀਆਂ ਜੁੱਤੀਆਂ ਤੋਂ ਆਪਣਾ ਸਰੀਰ ਤੱਕ ਕੁਰਬਾਨ ਕਰ ਦੇਵਾਂਗੀ। हे ਮੇਰੇ ਪਿਆਰਾ ਪ੍ਰਾਣਾ ਤੋਂ ਪਿਆਰੇ ਪਤੀ, ਮੈਂ ਤੁਹਾਡੇ ਖਾਤਰ ਇਹ ਸਾਰਾ ਕੁਝ ਹੀ ਕਰਨ ਵਾਸਤੇ ਤਿਆਰ ਹਾਂ। ਤੁਹਾਡਾ ਮਿਲਾਪ, ਤੁਹਾਡਾ ਸਾਥ ਲੈਣ ਵਾਸਤੇ ਮੈਂ ਸਾਰੇ ਮੁਸ਼ਕਲਾਂ ਝੱਲਣ ਨੂੰ ਤਿਆਰ ਹਾਂ। ਸਾਰੇ ਸੁੱਖ ਤੇ ਆਰਾਮ ਛੱਡਣ ਵਾਸਤੇ ਤਿਆਰ ਹਾਂ। ਬਾਲਕ ਕਰੋਰ ਕਰੋ ਇੱਕ ਔਰ ਸੋ ਬਸਤਰਨ ਸ਼ੋਰ ਕਹਿ ਰਾਮ ਸੰਭਾਰੋ। ਤੇ ਆਖਣ ਲੱਗੀ ਕਿ ਕਰੋੜਾਂ ਬਾਲਕਾਂ ਤੇ ਸੁੰਦਰ ਬਸਤਰਾਂ ਨੂੰ ਇੱਕ ਪਾਸੇ ਮੈਂ ਛੱਡ ਕੇ ਪਰਮਾਤਮਾ ਦੀ ਭਗਤੀ ਵਿੱਚ ਤੁਹਾਡੇ ਵਾਂਗ ਮਨ ਨੂੰ ਜੋੜਾਂਗੀ। ਭਾਵੇਂ ਮੇਰੇ ਬੱਚੇ ਜਿਵੇਂ ਮਰਜ਼ੀ ਪਿੱਛੇ ਰਹਿਣ, ਮੈਂ ਇਹਨਾਂ ਦਾ ਮੋਹ ਨਹੀਂ ਕਰਾਂਗੀ। ਸੋਹਣੇ ਸੋਹਣੇ ਵਸਤਰ ਹਨ ਮੇਰੇ ਕੋਲ, ਸਾਰਾ ਕੁਝ ਤਿਆਗ ਕੇ ਜੋਗਣ ਬਣ ਜਾਵਾਂਗੀ। ਤੁਹਾਡੇ ਨਿਆਈ ਪਰਮਾਤਮਾ ਦੇ ਨਾਲ ਆਪਣਾ ਮਨ ਜੋੜਾਂਗੀ। ਇੰਦਰ ਕੋ ਰਾਜ ਨਹੀਂ ਮੋਹਿ ਕਾਜ ਬਿਨਾ ਮਹਾਰਾਜ ਸਬੈ ਘਰ ਜਾਰੋ। ਤੇ ਆਖਣ ਲੱਗੀ ਕਿ ਮੈਨੂੰ ਤਾਂ ਹੁਣ ਇੰਦਰ ਦੇ ਰਾਜ ਭਾਗ ਨਾਲ ਵੀ ਕੋਈ ਕੰਮ ਨਹੀਂ, ਕੋਈ ਵਾਸਤਾ ਨਹੀਂ। ਮੈਂ ਤਾਂ ਹੁਣ ਤੁਹਾਡੇ ਤੋਂ ਬਿਨਾਂ ਸਾਰਾ ਕੁਝ ਹੀ ਮੇਰੇ ਵਾਸਤੇ ਖੇਹ ਦੇ ਸਮਾਨ ਹੈ। ਇਹ ਸਾਰਾ ਕੁਝ ਮੇਰੇ ਵਾਸਤੇ ਉਜਾੜ ਦੇ ਸਮਾਨ ਹੈ। ਅੰਗਨ ਮੈਂ ਸੱਜ ਹਾਂ ਭਗਵੈ ਪਟ ਹਾਥ ਬਿਖੈ ਚਿਪਿਆ ਗਹਿ ਲੈ ਹੋ। ਤੇ ਆਖਣ ਲੱਗੀ ਕਿ ਮੈਂ ਸਰੀਰ ਦੇ ਉੱਪਰ ਭਗਵੇਂ ਕੱਪੜੇ ਪਾ ਕੇ ਮੈਂ ਹੱਥ ਦੇ ਵਿੱਚ ਖੱਪਰ ਫੜ ਲਵਾਂਗੀ। ਮੈਂ ਵੀ ਤੁਹਾਡੇ ਵਾਂਗੂ ਤਪਸਵੀ ਤੇ ਤਿਆਗੀ ਬਣ ਜਾਵਾਂਗੀ। ਮੁੰਦਰਨ ਕਾਨ ਧਰੈ ਆਪਣੇ ਤਬ ਮੂਰਤ ਪਿੱਛੇ ਵਾਂਗ ਅਗਹਿ ਹੋ। ਤੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਤੁਹਾਡੇ ਨਾਂ ਦੀ ਭਿੱਖਿਆ ਮੰਗ ਕੇ ਮਨ ਦੇ ਵਿੱਚ ਪ੍ਰਸੰਨ ਹੋਵਾਂਗੀ। ਨਾਥ ਚਲੋ ਤੁਮ ਠੌਰ ਜਹਾਂ ਹਮ ਹੂੰ ਤੇ ਠੌਰ ਬਿਖੈ ਚੱਲ ਜੈ ਹਾਂ। ਤੇ हे ਰਾਜਨ, ਜਿੱਥੇ ਤੁਸੀਂ ਜਾਓਗੇ ਮੈਂ ਵੀ ਉੱਥੇ ਜਾਵਾਂਗੀ ਤੇ ਹੁਣ ਘਰ ਦੇ ਵਿੱਚ ਮੈਂ ਰਹਾਂਗੀ ਨਹੀਂ। ਤਾਂ ਮਰ ਹੋ ਨਹਿ ਬਾਤ ਕਹੋ ਪਟ ਫਾਰ ਸਬੈ ਅਬ ਜੋਗਨ ਹਵੈ ਹਾਂ। ਤੇ ਆਖਣ ਲੱਗੀ ਹੁਣ ਛੇਤੀ ਆਪਣੇ ਸਾਰੇ ਸ਼ਾਹੀ ਕੱਪੜੇ ਦੂਰ ਕਰ ਦੇਵਾਂਗੀ ਤੇ ਜੋਗੀਆਂ ਵਾਲਾ ਹੀ ਆਪਣਾ ਵੇਸ ਬਣਾ ਕੇ ਤੁਹਾਡੇ ਨਾਲ ਹੀ ਚੱਲਾਂਗੀ। ਰਾਜਾ ਬਾਚ ਰਾਣੀ ਕੋ ਰੂਪ ਨਿਹਾਰ ਮਹੀਪਤ ਸੋਚ ਵਿਚਾਰ ਕਰਿਓ ਚਿਤ ਮਾਹੀ। ਜਿਸ ਵੇਲੇ ਰਾਣੀ ਹੁਣ ਇਉਂ ਜੋ ਕਮਾਉਣ ਦੀਆਂ ਗੱਲਾਂ ਕਰ ਰਹੀ ਸੀ, ਉਸ ਵੇਲੇ ਰਾਜੇ ਨੇ ਆਪਣੇ ਰਾਣੀ ਦੇ ਰੂਪ ਵੱਲ ਵੇਖਿਆ ਤੇ ਆਪਣੇ ਮਨ ਦੇ ਵਿੱਚ ਸੋਚਣ ਲੱਗਾ ਤੇ ਉਹ ਆਖਣ ਲੱਗਾ ਕਿ हे ਰਾਣੀ, ਰਾਜ ਕਰੋ ਸੁਖ ਸੋ ਸੁਨ ਸੁੰਦਰ
तोहे तजे लड़का मर जाही। राजा आखन लगा, हे राणी तू मेरी गल मन ते सुख ते आनंद नाल राज भाग कर। जेकर तू भी महल छड़ के चली जावेंगी तो सारे ही बच्चे जेड़े हन मर जावणगे। सो ना मिटे ना हटे बन तो नृपचार पछोर पले अवगाही। राजे ने बहुत ही तरीके दे नाल समझाउणा कीता राणी नूं, पर राणी अपनी जिद नहीं छड्डी, अपने हठ ते डटी रही। मात परीब ललात तरह पर नार हठी हठ छाड़त नाही। ते राजे दी माता जड़ी सी ਉਹ ਧਰਤੀ ਤੇ ਬੜੀ ਵਿਆਕੁਲ ਹੋ ਕੇ ਦੁਖੀ ਹੋ ਕੇ ਤੜਫ ਰਹੀ ਸੀ ਕਿ ਦੋਵੇਂ ਜਣੇ ਹੀ ਜੋਗ ਨੂੰ ਧਾਰਨ ਕਰਕੇ ਜੰਗਲ ਦੇ ਵਿੱਚ ਜਾ ਰਹੇ ਨੇ। ਪਰ ਉਹ ਰਾਣੀ ਜਿਹੜੀ ਸੀ ਆਪਣਾ ਹੱਠ ਉਹ ਤਿਆਗ ਨਹੀਂ ਰਹੀ ਸੀ। ਅੜਿਲ ਜਬ ਰਾਣੀ ਨ੍ਰਿਪ ਲਖੀ ਸਤ ਜੋਗਿਨ ਪਹੀ। ਜਦ ਰਾਜੇ ਨੇ ਇਹ ਨਿਸ਼ਚੇ ਹੋ ਗਿਆ कि राणी तो सचमुच ही जोगण बन गई है। शोरन चलियो धाम संग अपने लई। तां राजा फिर उसनूं अपने नाल लैके अपना घर छड्डण वास्ते तैयार हो गया। धार जोग को भेस मात बह आयो। ते हुण राजा जोगी दे भेस विच ही अपनी माता दे कोल आया ਤਾਂ ਕਿ ਤਪੱਸਿਆ ਨੂੰ ਜਦ ਉਹ ਜਾ ਰਿਹਾ ਹੈ ਤਾਂ ਆਪਣੀ ਮਾਤਾ ਦੇ ਪਾਸੋਂ ਆਗਿਆ ਲੈ ਸਕੇ। ਹੋ ਭੇਸ ਜੋਗ ਨਿਰਭੇਰ ਸਭਨ ਦੁਖ ਪਾਇਓ। ਤੇ ਰਾਜੇ ਤੇ ਰਾਣੀ ਨੂੰ ਦੋਹਾਂ ਨੂੰ ਹੀ ਜੋਗੀਆਂ ਦੇ ਭੇਸ ਵਿੱਚ ਵੇਖ ਕਰਕੇ ਮਹਿਲ ਦੇ ਜਿੰਨੇ ਵੀ ਲੋਕ ਸਨ, ਰਾਣੀ ਰਾਜੇ ਦੀ ਮਾਤਾ ਵੀ, ਸਾਰਿਆਂ ਨੇ ਹੀ ਇਸ ਪ੍ਰਕਾਰ ਵੇਖਿਆ ਕਿ ਜੋਗੀਆਂ ਦੇ ਭੇਸ ਰਾਜਾ ਤੇ ਰਾਣੀ ਸਨ ਤਾਂ ਸਾਰੇ ਹੀ ਬਹੁਤ ਦੁਖੀ ਹੋਏ। ਦੋਹਰਾ ਵਿਦਾ ਦੀਜੀਏ ਦਾਸ ਕਉ ਬਨ ਕਉ ਕਰੈ ਪਿਆਨ। ਤੇ ਰਾਜੇ ਨੇ ਸਾਰਿਆਂ ਨੂੰ ਹੀ ਆਖਿਆ ਕਿ ਹੁਣ ਤੁਸੀਂ ਇਸ ਦਾਸ ਨੂੰ ਪ੍ਰੇਮ ਸਹਿਤ ਵਿਦਾ ਕਰੋ। ਵੇਦ ਵਿਧਾਨਨ ਧਿਆਏ ਹਉ ਜੋ ਪਵ ਕੇ ਭਗਵਾਨ। ਤੇ ਕਹਿਣ ਲੱਗਾ ਤਾਂ ਕਿ ਮੈਂ ਜੰਗਲ ਦੇ ਵਿੱਚ ਜਾ ਸਕਾਂ ਤੇ ਜੋ ਵੇਦ ਰੀਤੀ ਹੈ ਉਹਦੇ ਅਨੁਸਾਰ ਪਰਮੇਸ਼ਰ ਦਾ ਸਿਮਰਨ ਕਰ ਸਕਾਂ। ਇਹ ਮੈਨੂੰ ਹੁਣ ਤੁਸੀਂ ਮਾਤਾ ਬਾਚ ਸਵਈਆ ਪੂਤ ਰਹੋ ਬਲ ਜਾਉ ਕਛੂ ਦਿਨ ਭਾਲ ਕਰੋ ਇਨ ਦੇਸਨ ਕੋ। ਜੋ ਰਾਜੇ ਦੀ ਮਾਤਾ ਸੀ ਉਹ ਆਖਣ ਲੱਗੀ ਕਿ ਹੇ ਦੇਸ਼ਾਂ ਦੇ ਪਾਲਕ ਮੇਰੇ ਪੁੱਤ, ਮੈਂ ਤੁਹਾਡੇ ਤੋਂ ਕੁਰਬਾਨ ਹਾਂ। ਤੁਹੇ ਕਿਉ ਕਰ ਜਾਨ ਕਹੋ ਮੁਖ ਤੇ ਅਤ ਹੀ ਦੁਖ ਲਾਗਤ ਹੈ ਮਨ ਕੋ। ਤੇ ਰਾਜਾ ਦੀ ਮਾਤਾ ਆਖਣ ਲੱਗੀ ਕਿ ਮੈਂ ਤੁਹਾਨੂੰ, ਤੁਸੀਂ ਮੇਰੇ ਕੋਲ ਆਏ ਹੋ ਕਿ ਅਸੀਂ ਜੰਗਲ ਵਿੱਚ ਜਾ ਰਹੇ ਹਾਂ ਤਪੱਸਿਆ ਲਈ, ਤੇ ਮੈਂ ਤੁਹਾਨੂੰ ਜਾਣ ਦੇਵਾਂ। ਮੈਨੂੰ ਦੱਸੋ ਕਿ ਮੈਂ ਤੁਹਾਨੂੰ ਕਿਵੇਂ ਮਹਿਲ ਦੇ ਵਿੱਚੋਂ ਜਾਣ ਵਾਸਤੇ ਆਖ ਸਕਦੀ ਹਾਂ, ਕਿਉਂਕਿ ਮੈਨੂੰ ਇਹ ਆਖਦਿਆਂ ਹੋਇਆਂ ਹੀ ਮਨ ਨੂੰ ਬੜਾ ਦੁੱਖ ਮਹਿਸੂਸ ਹੁੰਦਾ ਏ। ਗ੍ਰਿਰ ਤੇ ਤੁਹੇ ਕਾਢ ਇਤੋ ਸੁਖ ਛਾੜ ਕਹਾਂ ਕਹਿ ਹੋ ਇਨ ਲੋਗਨ ਕਉ। ਤੇ ਆਖਣ ਲੱਗੀ ਜੇਕਰ ਮੈਂ ਤੁਹਾਨੂੰ ਮਹਿਲ ਦੇ ਵਿੱਚੋਂ ਜਾਣ ਵਾਸਤੇ ਕਹਿ ਦੇਵਾਂ, ਤੁਸੀਂ ਸਾਰੇ ਸੁੱਖ ਆਰਾਮ ਛੱਡ ਕੇ ਤਿਆਗ ਕੇ ਦੋਵੇਂ ਜਣੇ ਹੀ ਜਾ ਰਹੇ ਹੋ, ਤੇ ਫਿਰ ਜਦ ਇਹ ਲੋਕ ਮੇਰੇ ਕੋਲੋਂ ਜਵਾਬ ਪੁੱਛਣਗੇ ਤਾਂ ਮੈਂ ਇਹਨਾਂ ਨੂੰ ਆਖਿਰ ਕੀ ਜਵਾਬ ਦੇਵਾਂਗੀ। ਸੁਨ ਸਾਤ ਸਪੂਤ ਕਹੋ ਮੁਖ ਤੇ ਤੁਹੇ ਕੈਸੇ ਕਹਿ ਦਿਓ ਵਿਦਾ ਬਨ ਕਉ। ਤੇ ਇਸ ਕਰਕੇ ਹੀ ਮੇਰੇ ਪੁੱਤ ਮੇਰੀ ਗੱਲ ਸੁਣੋ ਕਿ ਮੈਂ ਤੁਹਾਨੂੰ ਜੰਗਲ ਦੇ ਵਿੱਚ ਜਾਣ ਵਾਸਤੇ ਵਿਦਾ ਆਪਣੇ ਹੱਥੀਂ ਕਿਵੇਂ ਕਰ ਸਕਦੀ ਹਾਂ, ਕਿਵੇਂ ਆਗਿਆ ਦੇ ਸਕਦੀ ਹਾਂ। ਚਾਓ ਪਈ ਰਾਜ ਕਰੋ ਸੁਤ ਬੰਨ ਨਾ ਪਧਾਰੋ ਮੇਰੋ ਕਹਿਓ ਮੰਤਰ ਵਿਚਾਰੋ। ਰਾਜੇ ਦੀ ਮਾਤਾ ਆਖਣ ਲੱਗੀ, ਹੇ ਮੇਰੇ ਪੁੱਤ ਮੇਰੀ ਗੱਲ ਸੁਣੋ, ਤੁਸੀਂ ਜੰਗਲ ਦੇ ਵਿੱਚ ਨਾ ਜਾਵੋ, ਤੁਸੀਂ ਘਰ ਦੇ ਵਿੱਚ ਹੀ ਰਹੋ।
ते अपना राज भाग माणो। लोगन के कहबो उनसरिए रात जोग घर ही मह करिए। राजा की माता आखन लगी जिवें लोकां दी भी इच्छा है, सब लोग चाहुंदे हन तुसीं घर दे विच रहो, महल दे विच रहो, राज भाग माणो। राज भाग करदियां होइयां ही परमेश्वर की बंदगी करो। राजा बाच दोहरा माते सीस झुकाए कै पुन बोलियो नृप बैन। ऊच नीच राजा प्रजा जय है जम के ऐन। अपनी माता दे अगे राजे ने सिर झुकाया, सन्मान किया, हत्कार किया। ते राजा आखन लगा कि हे माता जी, जो भी राजा है प्रजा दे विच है, कोई प्रजा विच है, कोई राजा है, अंत नूं जिन्ने वड्डे छोटे हैं सारे ही परमेश्वर की बंदगी तो बिना जमा दे घर ही जाणगे, इन्हां दा किते बचा नहीं होना। ते इस करके मैनू जंगल दे विच जाके तपस्या करनी है ताकि मैं जम्मण मरण तो मुक्त हो सकां। सवैया मात की बात न मानी कछु, तजरोवत हीरन वासे आयो। राजे ने अपनी माता की कोई गल नहीं मन्नी, अपनी माता नूं रोंदियां ही छड्ड करके अपनियां राणियां दे महल दे विच आया है। आवत ही दिज लोग बुलाए, जितो तन हो कर मोह सो लुटायो। ते आउंदे ही उसने सब ब्राह्मणां नूं बुलाया, जितना भी घर दे विच धन दौलत इकत्तर कीता होया सी सारा ब्राह्मणां दे विच दान कर दिता। संग लय बनता अपनी बन के जुगिया बन और सधायो। फिर अपने नाल उसने राणी नूं लिया, दोवें जने ही जोगी भेस दे विच ही जंगल वाल नूं चले गए ने। त्याग का देश भयो अथ तेश, भजो जगदेश जह ठहरायो। ते राजा हुण फकीरां वाले वेस दे विच अपने मन दे विचार धार के कि हुण परमेश्वर की बंदगी ही करनी है, परमात्मा का भजन ही करना है, इउं दोवें जने ही विचार बना करके जंगल वाल नूं चल पए ने। कबित लांबी लांबी साल जहां ऊंचे बट ताल तहां। ते एक ऐसे जंगल दे विच पहुंचे ने जिथे लम्मे लम्मे साल दे दरखत हन ते वड्डे वड्डे जिथे तलाब पानी दे बने हुए ने। ऐसी ठाउर तप को पधारै ऐसो कौन है। ते आखदे हन कि ऐसे जंगल दे विच आखिर कौन बैठ के तपस्या कर सकदा सी, जां कौन आके इत्थे तप कर सकदा सी। जाकी प्रभा देख प्रभा खांडव की फीकी लागै, नंदन निहार बन ऐसो भजै मौन है। ते ये जिहड़ा जंगल सी, इस जंगल की शोभा वेख के इंद्र दे बाग की भी शोभा फिक्की जही पै जांदी सी। ते इत्थे हुण ऐसे बाग दिस ऐसे जंगल दे विच चुप धार के राजा अपने मन दे विच भजन करन दी सोच रिहा सी। तारन की कहा नैक नाभ ना निहार्यो जाए, सूरज की जोत तहां चंद्र की ना जौन है। जंगल इतना संघना है, बहुत ज़्यादा संघना जंगल बनया होया है कि ना तो उत्थे सूरज दीयां किरणां ही जा सकदियां हन ते ना ही चंद्रमा दी चांदनी जा सकदी सी। उत्थे केवल आकाश दे विच तारे ही तारे दिखाई पैंदे सन। आकाश किधरे दिखाई नहीं पैंदा सी, आकाश दे विचले तारे ही तारे सब थाईं दिखाई पैंदे सन। देव ना निहार्यो दैत कऊ ना बिहार्यो जहां, पंछी की ना गम्य तहां चीटी को ना गौन है। ते वो जंगल ऐसा जिथे कोई देवता वेखण दे विच नहीं आउंदा, ना ही उत्थे कोई दैंत ही फिर सकदा है, ना उत्थे किसी पंछी दी पहुंच है, ना ही उत्थे कीड़ी तक जा सकदी है कि इवें दा जंगल बनया होया है। शांत रूप शांति ही शांति है। चाओ पई
जाबे ऐसे बन में दो गए हीरत तवन महल को पहे। जद दोवें जने ही राजा ते रानी ऐसे जंगल दे विच गए ਤਾਂ ਉੱਥੇ ਉਹਨਾਂ ਨੇ ਇੱਕ ਮੰਦਿਰ ਨੂੰ ਵੇਖਿਆ। ਰਾਜੇ ਨੇ ਉਹ ਮੰਦਿਰ ਜਿਹੜਾ ਕਿ ਰਾਣੀ ਨੇ ਬਣਾਇਆ ਹੋਇਆ ਸੀ ਉਹ ਮੰਦਿਰ ਨੂੰ ਵੇਖਿਆ ਹੈ। ਤੁਰਤ ਤਾਹੇ ਨਿਰਪ ਬਚਨ ਸੁਨਾਇਓ ਤਪ ਕੋ ਭਲੋ ਠਾਉਰ ਹਮ ਪਾਇਓ। ਰਾਜੇ ਨੇ ਮੰਦਿਰ ਨੂੰ ਵੇਖਿਆ ਤੇ ਛੇਤੀ ਨਾਲ ਰਾਣੀ ਨੂੰ ਆਖਣ ਲੱਗਾ ਕਿ ਮੈਨੂੰ ਤਪੱਸਿਆ ਕਰਨ ਵਾਸਤੇ ਜਗ੍ਹਾ ਮਿਲ ਗਈ ਹੈ। ਰਾਣੀ ਬਾਚ या मैं बैठ तपस्या कर है राम राम मुख ते उचर है। ਰਾਜਾ ਆਖਣ ਲੱਗਾ ਹੈ ਰਾਣੀ ਅਸੀਂ ਇਸ ਭਵਨ ਦੇ ਬਹਿ ਕੇ ਤਪੱਸਿਆ ਕਰਾਂਗੇ ਤੇ ਆਪਣੇ ਮੂੰਹ ਵਿੱਚੋਂ ਰਾਮ ਰਾਮ ਦਾ ਉਚਾਰਨ ਕਰਾਂਗੇ, ਪਰਮੇਸ਼ਰ ਦਾ ਭਜਨ ਕਰਾਂਗੇ, ਬੰਦਗੀ ਕਰਾਂਗੇ, ਪ੍ਰਮਾਤਮਾ ਦਾ ਨਾਮ ਜਪਾਂਗੇ। ਇਹ ਆ ਘਰ ਮੈਂ ਦਿਨ ਕਿਤ ਕਬਤੈ ਹੈ ਪਸਮੀ ਭੂਤ ਪਾਪ ਸਭ ਕਹਿ ਹੈ। ਤੇ ਅਸੀਂ ਇਸ ਮੰਦਿਰ ਦੇ ਵਿੱਚ ਕਾਫੀ ਦਿਨ ਰਹਾਂਗੇ ਤੇ ਆਪਣੇ ਸਾਰਿਆਂ ਪਾਪਾਂ ਨੂੰ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਭਸਮ ਰੂਪ ਕਰ ਦਿਆਂਗੇ, ਸਵਾਹ ਰੂਪ ਕਰ ਦਿਆਂਗੇ। ਦੋਹਰਾ ਰਾਣੀ ਜਾਹੇ ਬੁਲਾਏ ਕੈ ਭੇਦ ਕਹੇ ਉਹ ਸਮਝ ਹੈ। ਤੇ ਰਾਣੀ ਨੇ ਜਿਸ ਇਨਸਾਨ ਨੂੰ ਸੱਦ ਕੇ ਉਹ ਸਾਰੀ ਗੱਲ ਸਮਝਾਈ ਹੋਈ ਸੀ ਵਹਿ ਪੁਰਖ ਜੁਗਿਆ ਬਨਿਓ ਨਿਰਪਤ ਮਿਲਤ ਭਇਓ ਆਏ। ਉਹੀ ਪੁਰਸ਼ ਜੋਗੀ ਭੇਸ ਦੇ ਵਿੱਚ ਜਿਸਦਾ ਬਾਹਰੀ ਮੁਹਾਂਦਰਾ ਸ਼ਕਲ ਜਿਹੜੀ ਸੀ ਉਹ ਜੋਗੀ ਦੀ ਨਿਆਈ ਹੀ ਪ੍ਰਤੀਤ ਹੁੰਦੀ ਸੀ। ਉਹ ਆ ਕੇ ਫਿਰ ਰਾਜੇ ਨੂੰ ਮਿਲਿਆ ਹੈ। ਚਾਓ ਪਈ ਨਿਰਪ ਕੋ ਤ੍ਰਿਅਹ ਕਹਿਓ ਸਮਝਾਈ ਜੋਗੀ ਵਹਿ ਪਹੁੰਚਿਓ ਆਈ। ਜਦ ਉਹ ਰਾਣੀ ਦੇ ਆਖੇ ਅਨੁਸਾਰ ਉਹ ਇਨਸਾਨ ਆਇਆ ਤੇ ਰਾਣੀ ਰਾਜੇ ਨੂੰ ਆਖਣ ਲੱਗੀ ਕਿ ਦੇਖੋ ਉਹ ਜੋਗੀ ਆ ਪਹੁੰਚਿਆ ਹੈ। ਮਰਤ ਬਚਨ ਮੋ ਸੋਤ ਨ ਕਹਿਓ ਸੋ ਮੈਂ ਆਦ ਸਾਚ ਕਰ ਲਹਿਓ। ਜੋ ਬਚਨ ਜੋਗੀ ਨੇ ਮੇਰੇ ਨਾਲ ਮਰਨ ਸਮੇਂ ਕੀਤਾ ਸੀ ਉਹ ਅੱਜ ਸੱਚ ਹੋਇਆ ਹੈ। ਦੋਹਰਾ ਉਠ ਰਾਜਾ ਪਾਇਨ ਪਰਿਓ ਤਾਕਹ ਗੁਰੂ ਪਛਾਣ। ਤੇ ਰਾਜਾ ਉਸ ਨੂੰ ਆਪਣਾ ਗੁਰੂ ਮੰਨ ਕੇ ਚਰਨਾਂ ਦੇ ਉੱਤੇ ਆ ਡਿੱਗਾ। ਬੈਠ ਗੋਸ਼ਟ ਦੋਨੋਂ ਗਰੀ ਸੋ ਮੈਂ ਕਹਿਤ ਬਖਾਨ। ਤੇ ਸਾਹਿਬ ਜੀ ਆਖਦੇ ਹਨ ਕਿ ਫਿਰ ਰਾਜੇ ਤੇ ਉਸ ਇਨਸਾਨ ਜੋਗੀ ਬਣਿਆ ਹੋਇਆ ਸੀ ਉਹਨਾਂ ਦੇ ਵਿਚਕਾਰ ਜੋ ਵੀ ਵਿਚਾਰ ਗੋਸ਼ਟੀ ਹੋਈ ਮੈਂ ਤੁਹਾਨੂੰ ਅੱਗੇ ਕਹਿ ਕੇ ਸੁਣਾਉਂਦਾ ਹਾਂ। ਜੋਗੀ ਬਾਚ ਨਹਾਏ ਨਦੀ ਸੋ ਜੋ ਨਿਰਪਤ ਬੈਠੋ ਦੇਹਿਆ ਆਏ। ਉਹ ਜਿਹੜਾ ਜੋਗੀ ਭੇਸ ਵਿੱਚ ਰਾਣੀ ਦਾ ਬੁਲਾਇਆ ਹੋਇਆ ਇੱਕ ਆਦਮੀ ਸੀ ਉਹ ਆਖਣ ਲੱਗਾ ਹੈ ਰਾਜਨ ਤੁਸੀਂ ਨਦੀ ਵਿੱਚ ਇਸ਼ਨਾਨ ਕਰਕੇ ਜਦ ਇਸ ਭਵਨ ਦੇ ਵਿੱਚ ਆ ਕੇ ਬੈਠੋਗੇ ਤਬ ਤੁਮ ਸੈ ਮੈਂ ਭਾਖ ਹੋ ਬ੍ਰਹਮਵਾਦ ਸਮਝਾਏ। ਤਾਂ ਉਸ ਵੇਲੇ ਤੁਹਾਨੂੰ ਮੈਂ ਪਰਮੇਸ਼ਵਰ ਦੇ ਗਿਆਨ ਦੀ ਚਰਚਾ ਸਮਝਾਵਾਂਗਾ। ਚਾਓ ਪਈ ਐਸੇ ਜਤਨ ਨਿਰਪਤ ਕੋ ਟਾਰਿਓ ਸ਼ਾਤ ਬਿਖਿਆ ਇੱਕ ਨਰ ਪੈ ਠਾਰਿਓ। ਤੇ ਜਦ ਉਹ ਰਾਜਾ ਨਦੀ 'ਚ ਇਸ਼ਨਾਨ ਕਰਨ ਵਾਸਤੇ ਗਿਆ ਹੈ ਇੰਨੇ ਸਮੇਂ ਦੇ ਵਿੱਚ ਹੀ ਉਸ ਜੋ ਕਿ ਬਣੇ ਹੋਏ ਆਦਮੀ ਨੇ ਇੱਕ ਹੋਰ ਆਦਮੀ ਨੂੰ ਬੁਲਾ ਕਰਕੇ ਉਸ ਛੱਤ ਦੇ ਵਿੱਚ ਉਸ ਭਵਨ ਦਾ ਜਿਹੜਾ ਛੱਤ ਵਿੱਚ ਖੋਲ ਬਣਿਆ ਹੋਇਆ ਸੀ ਉਹਦੇ ਵਿੱਚ ਇੱਕ ਆਦਮੀ ਨੂੰ ਬਿਠਾਇਆ। ਸਾਧ ਸਾਧ ਇਹ ਬਾਤ ਸੁਣ ਕਹੀਓ ਤੀਨ ਬਾਰ ਕਹਿ ਕੇ ਚੁੱਪ ਰਹਿਓ। ਤੇ ਫਿਰ ਉਸਨੇ ਉਹਨੂੰ ਬੁਲਾ ਕਰਕੇ ਸਮਝਾਇਆ ਕਿ ਤੁਸੀਂ 3 ਵਾਰੀ ਸਾਧ ਸਾਧ ਬਦਨ 3 ਵਾਰੀ ਕਹਿ ਕੇ ਚੁੱਪ ਹੋ ਜਾਣਾ ਹੈ ਹੋਰ ਕੋਈ ਵੀ ਗੱਲ ਜਿਹੜੀ ਹੈ ਉਹ ਕਰਨੀ ਨਹੀਂ। ਨਹਾਏ ਧੋਏ ਰਾਜਾ ਜਬ ਆਇਓ ਤਬ ਤਿਹ ਨਰ ਇਉਂ ਬਚਨ ਸੁਨਾਇਓ। ਰਾਜਾ ਜਦ ਨਹਾ ਧੋ ਕੇ ਵਾਪਸ ਆਇਆ ਤਾਂ ਉਹ ਜੋਗੀ ਬਣਿਆ ਹੋਇਆ ਆਦਮੀ ਆਖਣ ਲੱਗਾ ਸੁਨ ਨਿਰਪ ਜਬ ਮਾਟੀ ਮੈਂ ਲਈ ਧਰਮ ਰਾਜ ਆਗਿਆ ਮੋਹ ਦਈ। ਜੋਗੀ ਕਹਿਣ ਲੱਗਾ ਹੈ ਰਾਜਨ ਸੁਣੋ ਜਦ ਮੈਂ ਮਰ ਗਿਆ ਸੀ ਤਾਂ ਉਸ ਵੇਲੇ ਧਰਮ ਰਾਜ ਨੇ ਮੈਨੂੰ ਹੁਕਮ ਕੀਤਾ ਸੀ। ਦੋਹਰਾ ਤੈ ਰਾਜਾ ਕੋ ਤੀਰ ਤਜ ਕਿਉਂ ਆਇਓ ਇਹ ਠੌਰ।
उस वेले धर्मराज मैनू आखन लगे कि तुसी राजे नू छड्ड के इत्थे क्यों आए हो। मोह सो बृथा वखाने सुन जोगिन सर मार। उस वेले ही राजन मैनू धर्मराज आखन लगे कि उस नू सारा राज भाग उहदे कोलों छड़ा करके उहनू जंगल दे विच क्यों छड्ड के आए हो, कि उस नू जंगल दे विच जाण वास्ते क्यों प्रेरित करके आए हो। जाओ पई धर्मराज मोहे बचन उचारे, सो हऊँ कहत हऊँ तीर तिहारे। वो आदमी जोगी बनया होया आखन लगा जो मैनू फिर धर्मराज ने समझाया है वो मैं हुण तुहाडे कोल आखदा हां। मोरी कही राव सो कहियो ना तर भ्रमत नरक मह रहियो। उन्हां ने आख्या है कि मेरा कहा होया राजे नू आखना, जेकर तुसी मेरी आखी हुई गल राजे नू ना समझाई तां तुसी भी नरक दे विच भटकदे रहोगे, तुहाडा भी जम्मण मरण तो मुक्ति नहीं होवेगी। जैसो कोट जग तप कीनो, तैसो साच न्याय कर दीनो। उस जोगी ने राजे नू समझाया आखन लगा कि जिवें धर्मराज ने मैनू आख्या सी जिस तरह करोड़ां जग कीते जाण ते करोड़ां जग्गां दी तपस्या दा फल जिहड़ा है, जेकर कोई राजा सच्चा न्याय करदा है धर्म दा न्याय करदा है ते ये दोवें बराबर हन। एक पासे कोई मनुख करोड़ां जग तपस्या करदा रहे, दूजे पासे कोई राजा राज भाग करदा होए सच दा न्याय करे धर्म दा न्याय करे, इन्हां दोहां दा फल एक बराबर है। न्याय शास्त्र लै राज कमावै, ताके निकट काल नहीं आवे। ते इसे प्रकार ही जो राजा न्याय शास्त्र दे अनुसार राज भाग कमाउंदा है कदे भी उस राजे दे नेड़े काल नहीं आउंदा। दोहरा जो नृप न्याय करे नहीं बोलत झूठ बनाए। पर जो राजा राज भाग लैके न्याय नहीं करदा सगों झूठ बोलदा है, कपट करदा है, धोखे करदा है। राज त्याग तपस्या करे परै नरक मह जाए। ते राज भाग छड्ड के जेकर कोई तपस्या करन चलिया जावे सगों अपना फर्ज ना समझे तो फिर वो ऐसा राजा नरकां दे विच ही जांदा है। वृद्ध मात अरतात की सेवा करे ओ नित। ते उन्हां मैनू समझाया कि वृद्ध माता पिता की रोज सेवा करनी चाहिदी है। त्याग न बन को जाए है जह धर्म सुन मित। ते कर्म अपने घर नू छड्ड के जंगलां दे विच जाके तपस्या नहीं करनी चाहिदी। जाओ हो जोगी वह हाओ पठै दयो धर्मराए। तो जोगी आखन लगा जेकर मैं उही जोगी हाँ जिसनू कि राजे ने पहला उपदेश कीता सी तू जंगल दे विच जाके भजन कर, ते हुण धर्मराज ने मैनू वापस भेजिया कि उस राजे नू सीधे रस्ते ते पा के आउणा है, उसनू इवें करके उपदेश नहीं करना। जेकर मैं उही जोगी हाँ जिसनू धर्मराज ने भेजिया है, हाओ इहाँ बोलै तुरत अपना रूप छपाए। तां धर्मराज अपना रूप छुपा के तुरंत ही इस गल का जवाब देना करे। जब जोगी ऐसे कहे ओ ताहे भेड़ समझाए। जदों उस जोगी ने राजे नू इउं गल समझा के आखी, सत सत तब तिन कहे ओ तीन बार मुस्काए। ਤਾਂ ਉਸ ਵੇਲੇ ਉਹ ਛੁਪਾ ਹੋਇਆ ਆਦਮੀ ਜੋ ਛੱਤ ਦੀ ਖੋਲ ਦੇ ਵਿੱਚ ਛੁਪਿਆ ਹੋਇਆ ਸੀ ਉਸਨੇ ਛੱਤ ਦੇ ਵਿੱਚੋਂ ਇਉਂ ਆਖਿਆ 3 ਵਾਰੀ ਜਿਵੇਂ ਉਸਨੂੰ ਸਮਝਾਇਆ ਗਿਆ ਸੀ। ਉਹ ਆਖਣ ਲੱਗਾ ਕਿ ਸੱਤ 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 3 ਕਰਕੇ 3 ਵਾਰੀ ਸੱਤ ਕਹਿ ਕੇ ਆਖਿਆ ਜਿਹ ਬੋ ਜਗ ਕੋ ਸਹਿਲ ਹੈ ਜਹ ਕਠਨ ਦਵੈ ਕਾਮ। ਤੇ ਫਿਰ ਉਹ ਜਿਹੜਾ ਰਾਜਾ ਸੀ ਉਹਨੂੰ ਵਾਕਈ ਮਨ 'ਚ ਯਕੀਨ ਹੋਇਆ ਕਿ ਵਾਕਈ ਤਾਂ ਭਵਿੱਖਬਾਣੀ ਹੋਈ ਹੈ, ਆਕਾਸ਼ਬਾਣੀ ਹੋਈ ਹੈ ਧਰਮਰਾਜ ਦੇ ਵੱਲੋਂ ਕਿ ਜੋ ਇਹ ਜੋਗੀ ਜੀ ਹਨ ਮੈਨੂੰ ਜੋ ਵੀ ਆਖ ਰਹੇ ਹਨ ਵਾਕਈ ਧਰਮਰਾਜ ਦੇ ਕੋਲੋਂ ਹੋ ਕੇ ਆਏ ਨੇ। ਧਰਮਰਾਜ ਨੇ ਸਾਰੀਆਂ ਗੱਲਾਂ ਸਮਝਾਈਆਂ ਕਿ ਸਮਝਾਉਣਾ ਕੀਤੀਆਂ ਹਨ। ਰਾਜਾ ਇਸ ਗੱਲ ਨੂੰ ਬਿਲਕੁਲ ਸੱਚ ਮੰਨ ਗਿਆ, ਪਰ ਇਸ ਗੱਲ ਦਾ ਨਹੀਂ ਪਤਾ ਸੀ ਕਿ ਇਹ ਤਾਂ ਰਾਣੀ ਦੀ ਹੀ ਇੱਕ ਵਿਉਂਤ ਸੀ। ਉਸ ਵੇਲੇ ਜੋ ਜੋਗੀ ਸੀ ਉਹ ਆਖਣ ਲੱਗਾ ਕਿ ਇਹ ਰਾਜਨ ਸੰਸਾਰ ਦੇ ਵਿੱਚ ਜਿਉਂਦੇ ਰਹਿਣਾ ਬੜਾ ਹੀ ਆਸਾਨ ਹੈ, ਪਰ ਦਿਨ ਦੇ ਸਮੇਂ
ਪ੍ਰਾਤ ਸੰਭਰਬੋ ਰਾਜ ਕੋ ਰਾਤ ਸੰਭਰਬੋ ਰਾਮ। ਪਰ ਇਸ ਸੰਸਾਰ ਦੇ ਦੋ ਕਠਿਨ ਕੰਮ ਹਨ ਕਿ ਦਿਨ ਦੇ ਸਮੇਂ ਆਪਣਾ ਰਾਜ ਭਾਗ ਸੰਭਾਲਣਾ, ਆਪਣੇ ਦੁਨਿਆਵੀ ਫਰਜ਼ ਸਾਂਭਣੇ, ਤੇ ਰਾਤ ਦੇ ਸਮੇਂ ਆਪਣਾ ਸਮੇਂ ਨੂੰ ਸੰਭਾਲ ਕਰਕੇ ਪਰਮੇਸ਼ਰ ਦੀ ਬੰਦਗੀ ਕਰਨਾ। ਇਹ ਦੋ ਕੰਮ ਜਿਹੜੇ ਹਨ ਇਹ ਔਖੇ ਹਨ। ਚਾਉ ਪਈ ਮਹਾਰਾਜ ਐਸੀ ਸੁਨ ਬਾਣੀ ਜਿਤ ਕੇ ਬਿਖੈ ਸਾਚ ਕਰਮਾਨੀ। ਰਾਜੇ ਨੇ ਫਿਰ ਆਕਾਸ਼ਬਾਣੀ ਸੁਣੀ ਤੇ ਆਪਣੇ ਮਨ ਦੇ ਵਿੱਚ ਕਰਕੇ ਮੰਨ ਲਿਆ। ਦਿਨ ਕੋ ਰਾਜ ਆਪਨੋ ਕਰਹੁ ਪਰੇ ਰਾਤਰ ਕੇ ਰਾਮ ਸੰਭਰਬਹੁ। ਉਸਨੇ ਸੋਚਿਆ ਕਿ ਮੈਂ ਹੁਣ ਦਿਨ ਦੇ ਵੇਲੇ ਰਾਜ ਕਰਾਂਗਾ ਤੇ ਰਾਤ ਮੈਂ ਪਰਮੇਸ਼ਰ ਦਾ ਭਜਨ ਕਰਾਂਗਾ। ਰਾਣੀ ਮਹਾਰਾਜ ਸਮਝਾਇਸ ਜੋਗ ਮਾਰਗ ਤੇ ਛਲ ਬਹੁਰਾਇਸ। ਰਾਣੀ ਨੇ ਰਾਜੇ ਨੂੰ ਸਭ ਕੁਝ ਸਮਝਾਇਆ ਤੇ ਜੋਗ ਦੇ ਰਸਤੇ ਤੋਂ ਉਸਨੂੰ ਵਾਪਸ ਲੈ ਆਂਦਾ। ਨ੍ਰਿਪ ਧਰ ਬਸਤਰ ਧਮ ਮੈਂ ਆਇਓ ਬਹੁਰੇ ਆਪਨੋ ਰਾਜ ਕਮਾਇਓ। ਤੇ ਰਾਜੇ ਨੇ ਸ਼ਾਹੀ ਵਸਤਰ ਜਿਹੜੇ ਸੀ ਪਹਿਨ ਲਏ ਤੇ ਜੋਗੀਆਂ ਵਾਲਾ ਵੇਸ ਉਤਾਰ ਕੇ ਵਾਪਸ ਆਪਣੇ ਘਰ ਦੇ ਵਿੱਚ ਆ ਗਿਆ ਹੈ। ਦੋਹਰਾ ਜੀਅਤੇ ਜੁਗੀਆ ਮਾਰਿਓ ਭੂਕੇ ਬਿਖਿਆ ਗਡਾਏ। ਇਸ ਪ੍ਰਕਾਰ ਰਾਣੀ ਨੇ ਜਿਉਂਦੇ ਜੀ ਹੀ ਜੋਗੀ ਨੂੰ ਮਾਰ ਕੇ ਧਰਤੀ ਵਿੱਚ ਗੱਡ ਦਿੱਤਾ। ਤ੍ਰੇ ਨਿਪਕੋ ਬਹੁਰਾਏ ਐਸੋ ਚਰਿਤ ਬਣਾਏ। ਤੇ ਆਪਣੀ ਸੋਚ ਵਿਧੀ ਦੇ ਅਨੁਸਾਰ ਸਿਆਣਪ ਦੇ ਨਾਲ ਚਲਿੱਤਰ ਖੇਡ ਕਰਕੇ ਰਾਜੇ ਨੂੰ ਆਖਿਰ ਆਪਣੇ ਘਰ ਦੇ ਵਿੱਚ ਵਾਪਸ ਬੁਲਾ ਲਿਆ ਹੈ। ਸੋ ਇਸ ਪ੍ਰਕਾਰ ਚਰਿੱਤਰ ਦੀ ਸਮਾਪਤੀ ਕਰਦੇ ਹੋਏ ਸਤਿਗੁਰੂ ਜੀ ਬਚਨ ਫਰਮਾਉਂਦੇ ਨੇ। ਇਤ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਭਾਦੇ। 81ਵਾਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੂ। ਸਤਿਗੁਰੂ ਜੀ ਫਰਮਾਉਂਦੇ ਨੇ ਇਸ ਪ੍ਰਕਾਰ ਸ਼੍ਰੀ ਚਰਿੱਤਰੋਪਾਖਿਆਨ ਦਾ ਤ੍ਰਿਆ ਚਰਿੱਤਰ ਦਾ ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 81ਵਾਂ ਚਰਿੱਤਰ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿੱਤਰੋਪਾਖਿਆਨ ਦੇ ਤ੍ਰਿਆ ਚਰਿੱਤਰ ਦਾ 81ਵਾਂ ਚਰਿੱਤਰ, ਜਿਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅਤੇ ਸਤਿਗੁਰੂ ਜੀ ਨੇ ਆਪ ਰਹਿਮਤ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਪਿਆਰੀ ਸਾਧ ਸੰਗਤ ਜੀਓ, ਇਸ ਚਰਿੱਤਰ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਰਾਣੀ ਦੀ ਸਿਆਣਪ ਨੂੰ ਪ੍ਰਗਟ ਕੀਤਾ ਹੈ ਕਿ ਰਾਜਾ ਜੋ ਉਸ ਜੋਗੀ ਦੇ ਮਗਰ ਲੱਗ ਚੁੱਕਾ ਸੀ, ਜਿਹੜਾ ਜੋਗੀ ਇੱਕ ਪਖੰਡੀ ਹੀ ਸੀ, ਜੋ ਰਾਜੇ ਨੂੰ ਸਹੀ ਮਾਰਗ ਤੋਂ ਉਲਝਾ ਰਿਹਾ ਸੀ, ਉਸਨੇ ਪਰਮੇਸ਼ਰ ਨਾਲ ਕੀ ਜੋੜਨਾ ਸੀ, ਸਗੋਂ ਉਹਦਾ ਸਾਰਾ ਕੁਝ ਜਿਹਦੇ ਕੋਲੋਂ ਛਡਾ ਰਿਹਾ ਸੀ। ਜਿਵੇਂ ਕਿ ਸਤਿਗੁਰੂ ਮਹਾਰਾਜ ਜੀ ਵੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਹਨ। ਜੋ ਭਗਤ ਫਰੀਦ ਜੀ ਬਚਨ ਫਰਮਾਉਂਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜੇ ਹੈ। ਜੋ ਆਪਣਾ ਘਰ ਬਾਰ ਛੱਡ ਕੇ ਫਕੀਰਾਂ ਦਾ ਰੂਪ ਧਾਰਨ ਕਰਕੇ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਦੇ ਹਨ, ਇਸ ਗੱਲ ਦਾ ਖੰਡਨ ਸਤਿਗੁਰੂ ਜੀ ਦੀ ਬਾਣੀ ਨੇ ਵੀ ਕੀਤਾ ਹੈ। ਮਹਾਰਾਜ ਫਰਮਾਉਂਦੇ ਹਨ ਕਿ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜੇ ਹੈ, ਕਿ ਇਹ ਭਾਈ ਜੰਗਲਾਂ ਵਿੱਚ ਕੀ ਘੁੰਮਦਾ ਫਿਰਦਾ ਹੈ, ਕਿਉਂ ਉੱਥੋਂ ਦੇ ਬੂਟਿਆਂ ਨੂੰ ਤੀਲਿਆਂ ਨੂੰ ਮਰੋੜਦਾ ਫਿਰਦਾ ਹੈ। ਵਸੀ ਰੱਬ ਹਰਿਆਲੀ ਹੈ ਜੰਗਲ ਕਿਆ ਢੂੰਡ ਹੈ। ਉਹ ਪ੍ਰਮਾਤਮਾ ਦਾ ਤੇਰੇ ਅੰਦਰ ਹੈ, ਉਹਨੂੰ ਆਪਣੇ ਅੰਦਰ ਦੇਖ ਕੇ ਵਿਚਾਰਨਾ ਕਰ, ਉਹਦੀ ਪਛਾਣ ਕਰ, ਕਿਉਂ ਜੰਗਲਾਂ ਦੇ ਵਿੱਚ ਭੱਜਾ ਫਿਰਦਾ ਹੈ। ਇਸ ਗੱਲ ਦਾ ਖੰਡਨ ਸਤਿਗੁਰੂ ਦੀ ਬਾਣੀ ਨੇ ਵੀ ਕੀਤਾ ਹੈ। ਤੇ ਗੁਰਮਤਿ ਦਾ ਵੀ ਇਹੀ ਸਿਧਾਂਤ ਹੈ ਕਿ ਆਪਣੇ ਘਰ ਦੇ ਰਹਿੰਦਿਆਂ ਹੋਇਆਂ, ਗ੍ਰਸਤ ਮਾਰਗ ਤੇ ਚੱਲਦਿਆਂ ਹੋਇਆਂ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦਿਆਂ ਹੋਇਆਂ, ਆਪਣੇ ਸਾਰੇ ਦੁਨਿਆਵੀ ਫਰਜ਼ ਬਾਖੂਬੀ ਨਿਭਾਉਂਦਿਆਂ ਹੋਇਆਂ, ਇਹਨਾਂ ਸਾਰੇ ਕਾਰਜਾਂ ਤੋਂ, ਦੁਨਿਆਵੀ ਮਾਇਆ ਤੋਂ, ਦੁਨਿਆਵੀ ਕਾਰਜਾਂ ਤੋਂ ਉਪਰਾਮ ਰਹਿਣਾ ਹੈ। ਮਨ ਕਰਕੇ ਇਸ ਵਿੱਚ ਡੁੱਬਣਾ ਨਹੀਂ, ਖੁੰਝਣਾ ਨਹੀਂ, ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਦੇ ਗੁਰਮਤਿ ਸਿਧਾਂਤ ਤੇ ਡਟ ਕੇ ਪਹਿਰਾ ਦੇਣਾ ਹੈ। ਆਪਣਾ ਮਨ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਣਾ ਹੈ ਤੇ ਆਪਣੇ ਕੀਮਤੀ ਸਵਾਸ ਜਿਹੜੇ ਹਨ ਉਹ ਸਫਲ ਬਣਾਉਣੇ ਹਨ। ਧਰਮ ਦੀ ਕਿਰਤ ਕਰਨੀ ਹੈ। ਧਰਮ ਦੀ ਕਿਰਤ ਕਰਕੇ ਦਸਵੰਧ ਰੂਪ ਗੁਰੂ ਸਾਹਿਬ ਜੀ ਦੇ ਪ੍ਰਥਾਏ ਕੱਢਣਾ ਹੈ। ਆਪਣੇ 24 ਘੰਟਿਆਂ ਵਿੱਚ 2.5 ਘੰਟਿਆਂ ਦਾ ਦਸਵੰਧ ਜੋ ਬਣਦਾ ਹੈ, ਬਾਣੀ ਪੜ੍ਹ ਕੇ, ਨਾਮ ਜਪ ਕੇ ਆਪਣਾ ਸਮਾਂ ਜਿਹੜਾ ਹੈ ਦਿਨ ਤੇ ਰਾਤ ਦਾ ਸਫਲ ਬਣਾਉਣਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ। ਸੋ ਇਹ ਮਾਰਗ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਅਤੇ ਹੋਰ ਜਿੰਨਾ ਕੁ ਅਧਿਕ ਤੋਂ ਅਧਿਕ ਬਾਣੀ ਪੜ੍ਹ ਸਕੇ, ਨਾਮ ਜਪ ਸਕੇ, ਇਹ ਮਨੁੱਖ ਨੂੰ ਹੀ ਜਿਤਨਾ ਕੋਈ ਕਰ ਲਵੇਗਾ ਉਹਦੇ ਨਾਲ ਉਸਨੂੰ ਫਲ ਜਿਹੜਾ ਹੈ ਉਹ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਵੇਗਾ। ਤੇ ਬਿਲਕੁਲ ਇਸੇ ਪ੍ਰਕਾਰ
ਉਹ ਰਾਣੀ ਨੇ ਵੀ ਇਵੇਂ ਹੀ ਕੀਤਾ ਕਿ ਜੇਕਰ ਰਾਜੇ ਨੂੰ ਉਸ ਪਖੰਡੀ ਜੋਗੀ ਨੇ ਆਪਣੇ ਮਗਰ ਲਾ ਲਿਆ ਸੀ। ਅਸਲ ਦੇ ਵਿੱਚ ਉਹ ਤਾਂ ਰਾਜੇ ਨੂੰ ਆਪਣੇ ਮਗਰ ਲਾ ਕੇ ਉਹਦੀ ਸਾਰੀ ਮਾਇਆ ਜਿਹੜੀ ਇਸ ਤਰੀਕੇ ਨਾਲ ਹੜੱਪਣਾ ਚਾਹੁੰਦਾ ਸੀ। ਇਹਦੇ ਚੇਲੇ ਬਹੁਤ ਖੁਸ਼ ਸਨ ਕਿ ਰਾਜਾ ਸਾਡੇ ਕੋਲ ਆ ਜਾਵੇਗਾ। ਜੋਗੀ ਨੇ ਉਸਨੂੰ ਆਪਣਾ ਚੇਲਾ ਬਣਾ ਕੇ ਉਹਦੇ ਕੰਨ ਪਾੜ ਕੇ ਮੁੰਦਰਾਂ ਪਾ ਕੇ ਤੇ ਕਪਣੀ ਪਵਾ ਕੇ ਘਰ ਘਰ ਟੁੱਕਰ ਮੰਗਾਉਣੀ ਹੈ। ਇਹ ਟੁੱਕਰਾ ਮੰਗ ਕੇ ਲਿਆਇਆ ਕਰੇਗਾ ਤੇ ਆਪਾਂ ਬੈਠੇ ਖਾਇਆ ਕਰਾਂਗੇ ਤੇ ਇਹਦੀ ਮਾਇਆ ਤੇ ਆਨੰਦ ਤੇ ਐਸ਼ੋ ਆਰਾਮ ਮਾਣਾਂਗੇ। ਪਰ ਰਾਣੀ ਨੇ ਆਪਣੀ ਸਿਆਣਪ ਵਰਤੀ, ਵਜ਼ੀਰ ਦੀ ਸਲਾਹ ਲੈ ਕਰਕੇ ਉਸ ਨੂੰ ਮਾਰ ਮੁਕਾਇਆ ਤੇ ਆਪਣੀ ਵਿਉਂਤ ਬਣਾ ਕਰਕੇ ਰਾਜੇ ਨੂੰ ਇਸ ਗੱਲ ਦਾ ਕੋਈ ਖਬਰਸਾਰ ਕੋਈ ਬਿਲਕੁਲ ਪੈਣ ਨਹੀਂ ਦਿੱਤੀ, ਕੰਨੀ ਭਿਣਕ ਤੱਕ ਨਹੀਂ ਪੈਣ ਦਿੱਤੀ ਤੇ ਵਿਧੀ ਬਣਾ ਕਰਕੇ ਰਾਜੇ ਨੂੰ ਵਾਪਸ ਵੀ ਮੋੜ ਲੈ ਆਂਦਾ। ਪਰ ਇਸ ਗੱਲ ਦਾ ਬਿਲਕੁਲ ਵੀ ਜੋ ਮਾਲੂਮ ਸੀ ਕੋਈ ਖਬਰਸਾਰ ਸੀ ਰਾਜੇ ਨੂੰ ਹੋਣ ਨਹੀਂ ਦਿੱਤੀ। ਪੂਰੀ ਸਿਆਣਪ ਵਰਤ ਕਰਕੇ ਜੋਗੀ ਨੂੰ ਘਰ ਦੇ ਵਿੱਚ ਰਾਜੇ ਨੂੰ ਘਰ ਦੇ ਵਿੱਚ ਵੀ ਲੈ ਆਂਦਾ ਤੇ ਫਿਰ ਉਹ ਖੁਸ਼ੀ ਤੇ ਆਨੰਦ ਨਾਲ ਰਾਜ ਭਾਗ ਵੀ ਕਰਨ ਲੱਗਾ ਤੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਵੀ ਜੁੜ ਗਿਆ। ਸੋ ਇਹ ਗੁਰਮਤਿ ਦਾ ਵੀ ਸਿਧਾਂਤ ਹੈ। ਸੋ ਜੋ ਗੁਰੂ ਸਾਹਿਬ ਨੇ ਇਸ ਚਰਿੱਤਰ ਦੇ ਵਿੱਚ ਪ੍ਰਗਟ ਕੀਤਾ ਹੈ। ਸੋ ਪਿਆਰੀ ਸਾਧ ਸੰਗਤ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਪਿਤਾ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸਿੱਧੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ।